ਹਾਂਜੀ ਹਾਂਜੀ। ਮੈਂ ਜਦੋਂ ਆਪਾਂ ਧਿਆਨ ਸਿਮਰਨ ਤੇ ਬਹਿਨੇ ਆ ਜਾਂ ਮੰਨ ਲਓ ਆਪਾਂ ਰਾਤ ਨੂੰ ਕਥਾ ਸੁਣਦੇ ਆ, ਇਹ ਐਂ ਕਿ ਹੋ ਜਾਂਦਾ ਜਿਵੇਂ ਸਰੀਰ ਜਿਵੇਂ ਨੀਂਦ ਚ ਬੈਠਾ ਹੁੰਦਾ। ਐਵੇਂ ਹੀ ਹੋਣਾ ਹੈ ਨਾ, ਕਿਉਂਕਿ ਆਪਾਂ ਜਿਹੜੇ ਹੈਗੇ ਵਿਚਾਰ ਬੰਦ ਹੋ ਜਾਂਦੇ ਆ। ਸਰੀਰ ਤਾਂ ਵਿਚਾਰਾਂ ਦੇ ਨਾਲ ਹੀ ਆਊਗਾ, ਧਿਆਨ ਦੇ ਨਾਲ ਹੀ ਆਊਗਾ। ਧਿਆਨ ਤਾਂ ਤੁਹਾਡਾ ਦੂਜੇ ਪਾਸੇ ਲੱਗਿਆ ਹੋਇਆ। ਐਂ ਲਾ ਲਓ ਵੀ ਐਂ ਸੌ ਜਾਂਦਾ ਜਿਵੇਂ ਕਿ ਜਵਾਕ ਨੂੰ ਥਾਪੜ ਕੇ ਪਾਤਾ ਹੁੰਦਾ। ਬਸ ਬਸ ਐਵੇਂ ਹੀ ਹੋਣਾ ਹੈ, ਐਵੇਂ ਹੀ ਹੋਣਾ ਹੈ। ਦੇਖੋ ਨੀਂਦ ਆਉਂਦੀ ਆ, ਉਹ ਵੀ ਐਵੇਂ ਹੀ ਹੁੰਦੀ ਨੀ। ਹਾਂ, ਜਦੋਂ ਮੰਨ ਕੇ ਚਲੋ ਵੀ ਆਪਣੀ ਕਰੇ ਸਮਾਪਤੀ ਦੇ ਜੋ ਆਪਾਂ ਜਾਪ ਕਰਾਉਣੇ ਉਦੋਂ ਜਾਗ ਆਉਂਦੀ ਹੈ ਵੀ। ਨਹੀਂ ਨਹੀਂ, ਕੋਈ ਗੱਲ ਨਹੀਂ, ਬਹੁਤ ਵਧੀਆ ਬਹੁਤ ਵਧੀਆ। ਕਿਉਂਕਿ ਜਿਹੜੀ ਹੈਗੀ ਪ੍ਰਕਿਰਿਆ ਜਿਹੜੀ ਨੀਂਦ ਵਾਲੀ ਹੀ ਹੋਣੀ ਆ। ਇਹ ਧਿਆਨ ਜਿਹੜਾ ਹੈਗਾ ਨੀਂਦ ਵਾਲਾ ਹੀ ਹੈਗਾ। ਨੀਂਦ ਵੀ ਆਪਾਂ ਨੂੰ ਦੁਨੀਆ ਤੋਂ, ਆਕਾਰ ਤੋਂ, ਪਦਾਰਥ ਤੋਂ ਕੱਟ ਕਰਦੀ ਆ। ਇਹ ਧਿਆਨ ਵੀ ਜਿਹੜਾ ਹੈਗਾ ਜਾਗਦੇ ਹੋਏ ਜਿਹੜਾ ਹੈਗਾ ਆਪਾਂ ਨੇ ਇਹ ਆਕਾਰ ਤੋਂ, ਪਦਾਰਥਾਂ ਤੋਂ, ਇਹ ਜਿਹੜਾ ਹੈਗਾ ਮੋਹ ਜਿਹੜਾ ਹੈਗਾ ਇਹਨੂੰ ਆਪਾਂ ਤੋੜਨਾ ਹੈਗਾ। ਬਸ ਆਹੀ ਤਾਂ ਧਿਆਨ ਹੈਗਾ, ਹੋਰ ਧਿਆਨ ਕੀ ਹੈਗਾ। ਉਹ ਐਂ ਹੁੰਦਾ ਜੀ ਜਿਵੇਂ ਅੱਗੇ ਸੀਗਾ ਵੀ ਸੁਰਤੀ ਤਾਂ ਚੜ੍ਹਦੀ, ਹੁਣ ਐਂ ਲੱਗਦਾ ਜਦੋਂ ਜਿਵੇਂ ਜਿਵੇਂ ਬੈਠੀ ਜਾਂਦੇ ਆ ਆਟੋਮੈਟਿਕ ਸਰੀਰ ਐ ਸੁੰਨ ਹੋ ਜਾਣਾ ਤੇ ਪਤਾ ਲੱਗਦਾ ਨਹੀਂ। ਬਿਲਕੁਲ ਠੀਕ ਹੈ। ਪ੍ਰਾਣ ਸ਼ਕਤੀ ਨੇ, ਬੈਠੇ ਰਹੀਏ। ਹਾਂ, ਪ੍ਰਾਣ ਸ਼ਕਤੀ, ਹਾਂਜੀ, ਪ੍ਰਾਣ ਸ਼ਕਤੀ ਨੇ ਕਿੱਥੇ ਕਿ ਜਾਣਾ ਹੈ ਭਾਈ, ਕਿੱਥੇ ਕਿ ਚੜ੍ਹਨਾ ਹੈ। ਉਹ ਪ੍ਰਾਣ ਸ਼ਕਤੀ ਜਦ ਸਾਰੀ ਟਰੈਕ ਕਲੀਅਰ ਹੋ ਜਾਂਦੀ ਹੈ ਉਸ ਤੋਂ ਬਾਅਦ ਤਾਂ ਫਿਰ ਜਿਹੜਾ ਹੈਗਾ ਬਸ ਵੇਟ ਹੀ ਕਰਨੀ ਹੈ ਫਿਰ। ਵੇਟ ਹੀ ਕਰਨੀ, ਸਹੀ ਹੈ। ਹਾਂ, ਕਿਉਂਕਿ ਆਪਣੀ ਜਿਹੜੀ ਹੈਗੀ ਘੜੇ ਜਾਣੇ ਆ ਇਹ ਸੁਰਤ ਮਤ ਮਨ ਬੁੱਧ, ਤੇ ਉਹ ਮਾਲਕ ਜਾਣਦਾ ਹੈ ਭਾਈ। ਅਗਲੀ ਕਾਰਵਾਈ ਮਾਲਕ ਦੀ ਹੈਗੀ ਆ ਵੀ ਕਾਰਵਾਈ ਮਾਲਕ ਦੀ ਆ। ਪਿੱਠ ਦੇ ਪਿੱਛੇ ਗੁਰੂ ਹੈਗਾ ਆਪਣੇ। ਗੁਰੂ ਨੇ ਇੱਥੇ ਦਰ ਤੱਕ ਰੱਖਣਾ ਹੈ, ਦਰ ਤੇ ਹੀ ਰੱਖਣਾ ਹੈ ਆਪਾਂ ਨੂੰ। ਇਹ ਗੁਰਬਾਣੀ ਜਿਹੜੀ ਹੈਗੀ ਆ ਇਹਨੇ ਦਰ ਤੇ ਆਪਾਂ ਨੂੰ ਬਿਠਾ ਕੇ ਰੱਖਣਾ ਹੈ। ਤੇ ਦਰ ਜਦੋਂ ਲਾ ਲਓ ਵੀ ਜਿੱਥੇ ਮਰਜੀ ਜਾਈਏ, ਬਸ ਇਹ ਹੁੰਦਾ ਵੀ ਸ਼ਾਮ ਨੂੰ ਸੁਣਨੀ ਆ ਕਥਾ। ਦਰ ਖੁੱਲ ਗਿਆ ਨਾ, ਦਰ ਖੁੱਲ ਗਿਆ ਤੇ ਬਸ ਫਿਰ ਗੁਰੂ ਦਾ ਕੰਮ ਖਤਮ ਹੋ ਜਾਂਦਾ ਹੈ। ਠੀਕ ਹੈ ਜੀ, ਬਹੁਤ ਧੰਨਵਾਦ ਹੈ ਜੀ। ਬਸ ਇਸ ਤਰ੍ਹਾਂ ਹੀ ਚੱਲਿਆ ਜੀ। ਹਾਂਜੀ ਹਾਂਜੀ ਹਾਂਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ 745 ਅੰਗ ਤੇ ਗਿਆਨ ਸ਼ੁਰੂ ਕਰ ਰਹੇ ਹਾਂ ਜੀ। ਸੂਹੀ ਰਾਗ ਦੇ ਵਿੱਚ ਚੌਥੇ ਘਰ ਦੇ ਵਿੱਚ, ਔਰ ਪੰਜਵੀਂ ਪਾਤਸ਼ਾਹੀ ਦਾ ਜਿਹੜਾ ਪਹਿਲਾ ਸ਼ਬਦ ਹੈਗਾ, ਔਰ ਲੜੀ ਦਾ 41ਵਾਂ ਲੜੀ ਦਾ ਪਹਿਲਾ ਔਰ ਸੀਰੀਅਲ ਵਾਈਜ਼ ਜਿਹੜਾ ਹੈਗਾ ਪੰਜਵੀਂ ਪਾਤਸ਼ਾਹੀ ਦਾ 41ਵਾਂ ਸ਼ਬਦ ਆ ਸੂਹੀ ਰਾਗ ਦੇ ਵਿੱਚ। ਮਹਾਰਾਜ ਮੇਹਰ ਕਰਨ। ਰਾਗ ਸੂਹੀ ਮਹੱਲਾ ਪੰਜਵਾਂ, ਘਰ ਚੌਥਾ, ਇੱਕ ਓਂਕਾਰ ਸਤਿਗੁਰ ਪ੍ਰਸਾਦ, ਅੰਗ 745। ਭਲੀ ਸੁਹਾਵੀ ਛਾਪਰੀ ਜਾਮੈ ਗੁਣ ਗਾਏ, ਕਿਥੀ ਕਾਮ ਨਾ ਧੌਲ ਹਰ, ਜਿਤ ਹਰ ਬਿਸਰਾਏ ਰਹਾਓ। ਦੇਖੋ ਕਿੰਨਾ ਕ੍ਰਿਸਟਲ ਕਲੀਅਰ ਗਿਆਨ ਦੇ ਰਿਹਾ ਮਹਾਰਾਜ। ਕਹਿੰਦੇ ਮਿੱਤਰਾ, ਜੇ ਤੂੰ ਆਪਣੇ ਸਵਾਸ ਜਿਹੜੇ ਹੈਗੇ ਸਾਰੀ ਉਮਰ ਜਿਹੜੇ ਹੈਗੇ ਪਦਾਰਥ ਇਕੱਠੇ ਕਰਨ 'ਤੇ ਲਾ ਦਿੱਤੇ, ਮਹਿਲ ਮਾੜੀਆਂ ਬਣਾਉਣ 'ਚ ਲਾ ਦਿੱਤੇ, ਉਹ ਕਿਸੇ ਕੰਮ ਦੇ ਨਹੀਂ ਹੈਗੇ, ਕਿਸੇ ਕੰਮ ਦੇ ਨਹੀਂ ਹੈਗੇ। ਵੇਸਟ ਕਰ ਦਿੱਤੇ ਆਪਣੇ ਜਿਹੜਾ ਹੈਗਾ ਤੂੰ ਜਿਹੜਾ ਹੈਗਾ ਹੀਰਾ ਜਿਹੜਾ ਹੈਗਾ ਕੱਚ ਦੇ ਬਦਲੇ ਖਰੀਦ ਲਿਆ। ਉਹ ਕੱਚ ਵੀ ਨਹੀਂ ਹੈਗਾ, ਇੱਥੇ ਛੱਡ ਕੇ ਜਾਏਗਾ। ਤੇਰੇ ਕਿਸੇ ਕੰਮ ਦਾ ਨਹੀਂ ਹੈ ਉਹ ਧੌਲ ਹਰ ਤੇਰੇ ਕਿਸੇ ਕੰਮ ਦਾ ਨਹੀਂ ਹੈ। ਜਿੰਨਾ ਕੁ ਰਹਿ ਲਿਆ ਓਨਾ ਕੁ ਰਹਿ ਲਿਆ ਬਸ। ਖੱਟੀ ਕੋਈ ਵੀ ਨਹੀਂ ਹੈ ਤੇਰੀ, ਇੱਥੇ ਹੀ ਦੁਨੀਆ ਦੇ ਵਿੱਚ ਹੀ ਰਹਿ ਗਈ ਤੇਰੀ ਖੱਟੀ। ਭਲੀ ਸੁਹਾਵੀ ਛਾਪਰੀ ਜਾਮੈ ਗੁਣ ਗਾਏ। ਸੋਹਣੀ ਛਪੜੀ ਹੈਗੀ ਭਾਈ, ਸੋਹਣੀ ਛਪੜੀ। ਜਿਹੇ ਜਿਹੇ ਮਾਲਕ ਨੇ ਰੱਖਿਆ ਹੋਇਆ, ਜੇ ਇਨਸਾਨ ਜਿਹੜਾ ਹੈਗਾ ਪਰਮੇਸ਼ਰ ਦੇ ਜਾਂ ਆਪਣੀ ਆਤਮਿਕ ਯਾਤਰਾ ਕਰ ਰਿਹਾ ਆ, ਦਰ 'ਤੇ ਬੈਠ ਰਿਹਾ ਆ, ਤੇ ਭਾਈ ਜੋ ਕੁਛ ਮਾਲਕ ਨੇ ਦਿੱਤਾ ਆ ਭਲਾ ਹੈਗਾ, ਲੱਖਾਂ ਦਾ ਹੈਗਾ, ਉਹ ਲੱਖਾਂ ਦਾ ਹੈਗਾ ਭਾਈ। ਭਲੀ ਸੁਹਾਵੀ ਛਾਪਰੀ, ਉਹ ਕੱਖਾਂ ਦੀ ਕੁੱਲੀ ਜਿਹੜੀ ਹੈਗੀ, ਛਪੜੀ ਜਿਹੜੀ ਹੈਗੀ ਉਹ ਭਲੀ ਆ ਭਾਈ। ਜਾਂ ਮੈਂ ਗੁਣ ਗਾਏ, ਜਿਸ 'ਚ ਬੈਠ ਕੇ ਮਾਲਕ ਪਰਮਾਤਮਾ ਨੂੰ ਯਾਦ ਕੀਤਾ, ਜਿਸ 'ਚ ਬੈਠ ਕੇ ਮਾਇਆ ਜਿਹੜੀ ਹੈਗੀ, ਇਹ ਸੰਸਾਰ ਜਿਹੜਾ ਹੈਗਾ, ਇਹ ਆਕਾਰ ਜਿਹੜਾ ਹੈਗਾ, ਇਹ ਦ੍ਰਿਸ਼ਟਮਾਨ ਜਿਹੜਾ ਹੈਗਾ, ਇਹਦੇ ਨਾਲੋਂ ਆਪਣੀ ਸੁਰਤ ਜਿਹੜੀ ਹੈਗੀ ਹਟਾਈ। ਭਲੀ ਸੁਹਾਵੀ ਛਾਪਰੀ ਜਾਮੈ ਗੁਣ ਗਾਏ, ਕਿਥੀ ਕਾਮ ਨਾ ਧੌਲ ਹਰ, ਜਿਤ ਹਰ ਬਿਸਰਾਏ।
ਵੀਰ ਜੀ ਹਾਂਜੀ, ਜਿਹੜੀ ਹਾਂਜੀ। ਛਾਪੜੀ ਆ ਆਪਣੇ ਆ ਤਨ ਨੂੰ ਵੀ ਕਹਿ ਸਕਦੇ ਆ ਜੀ। ਵੀਰ ਜੀ ਫਿਰ ਤੌਲਹਾਰ ਉਹ ਕਿਨ ਛਾਪੜੀ ਨਹੀਂ ਫਿਰ ਤੌਲਹਾਰ ਕਿਹਨੂੰ ਕਹੋਗੇ ਤੁਸੀਂ? ਪੁੱਛ ਹੀ ਰਿਹਾ, ਮੈਨੂੰ ਪਤਾ ਨਹੀਂ ਕਰਕੇ ਮੈਂ ਤਾਂ ਪੁੱਛਿਆ ਨਹੀਂ ਬਾਈ ਨਹੀਂ ਜੀ। ਨਹੀਂ 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 ਮੈਂ ਉਹੀ ਤਾਂ ਤੁਹਾਨੂੰ ਮੈਂ ਵੀ ਤਾਂ ਪੁੱਛ ਹੀ ਰਿਹਾ, ਮੈਂ ਕਿਹੜਾ ਤੁਹਾਨੂੰ ਕੁਝ ਕਿਹਾ ਹੈ। ਨਹੀਂ ਮੈਂ ਜਾਣਕਾਰੀ ਵੀ ਪੁੱਛ ਰਿਹਾ ਸੀ ਵੀ ਆਪਾਂ ਤੁਹਾਨੂੰ ਵੀ ਕਹਿ ਸਕਦੇ ਜੇ ਨਹੀਂ ਇਹਦੇ ਵਿੱਚ ਆ ਕੇ ਆਪਾਂ ਗੁਣ ਗਾ ਸਕਦੇ ਤਾਂ ਮੈਂ ਆਖਿਆ ਜੀ। ਨਹੀਂ ਨਹੀਂ ਤੌਲਹਾਰ ਫਿਰ ਕਿਹਨੂੰ ਕਵਾਂਗੇ? ਫਿਰ ਤੌਲਹਾਰ ਵੀ ਤਾਂ ਤੁਹਾਨੂੰ ਹੀ ਕਹਿਣਾ ਪਊਗਾ। ਠੀਕ ਹੈ ਜੀ। ਹਾਂ ਕਿਉਂਕਿ ਉਹ ਬਣੇਗੀ ਨਹੀਂ ਨਾ ਗੱਲ। ਠੀਕ ਹੈ ਜੀ, ਹਾਂ ਮਿਹਰਬਾਨੀ ਜੀ। ਹਾਂ ਬਿਲਕੁਲ ਬਿਲकुल ਬਹੁਤ ਵਧੀਆ। ਭਲੀ ਸੁਹਾਵੀ ਛਾਪਰੀ ਜਾਮੈ ਗੁਣ ਗਾਏ, ਕਿਤਹੀ ਕਾਮ ਨਾ ਧੌਲ ਹਰ ਜਿਤ ਹਰ ਬਿਸਰਾਏ। ਰਹਾਓ ਆਨੰਦ ਗਰੀਬੀ ਸਾਧ ਸੰਗ ਜਿਤ ਪ੍ਰਭ ਚਿਤ ਆਏ। ਕਹਿੰਦੇ ਸਾਧ ਸੰਗਤ ਹੈਗੀ ਨਾ, ਉਹਦੇ ਵਿੱਚ ਤੇ ਆਨੰਦ ਹੈ ਤੇ ਗਰੀਬੀ ਹੈ। ਬਸ ਗਰੀਬੀ ਚਾਹੀਦੀ, ਆਨੰਦ ਤਾਂ ਆ ਹੀ ਜਾਣਾ ਆਪਣੇ ਆਪ। ਕਹਿੰਦੇ ਇਹ ਆਨੰਦ ਆ ਪਾਈ, ਇਹਦੇ ਵਿੱਚ ਗਰੀਬੀ ਆ ਜਾਣੀ ਹੈ। ਸਾਧ ਸੰਗਤ ਦੇ ਵਿੱਚ ਜੇ ਆ ਕੇ ਤੂੰ ਜਿਹੜਾ ਹੈਗਾ ਆਪਣੇ ਆਪ ਨੂੰ ਜਿਹੜਾ ਹੈਗਾ ਗਰੀਬੀ ਦੇ ਵਿੱਚ ਹੈਗਾ, ਤੇਰਾ ਜੀਵਨ ਗਰੀਬੀ ਦੇ ਵਿੱਚ ਜਾ ਰਿਹਾ, ਤੈਨੂੰ ਸਾਧ ਸੰਗਤ ਹੈਗੀ, ਕਹਿੰਦੇ ਉਹ ਖੇੜੇ ਵਾਲੀ ਚੀਜ਼ ਹੈ ਤੇਰੀ। ਆਨੰਦ ਗਰੀਬੀ ਜਿਹੜੀ ਹੈਗੀ ਹੈ, ਇਹ ਵੀ ਜਿਹੜੀ ਹੈਗੀ ਫਿਜ਼ੀਕਲ ਗਰੀਬੀ ਦੀ ਗੱਲ ਕਰ ਰਹੇ ਆ ਮਹਾਰਾਜ ਇੱਥੇ, ਬਾਹਰਲੀ ਗਰੀਬੀ ਦੀ ਗੱਲ ਕਰ ਰਹੇ। ਆਨੰਦ ਗਰੀਬੀ ਸਾਧ ਸੰਗੇ ਜਿਤ ਪ੍ਰਭ ਚਿਤ ਆਏ। ਕਹਿੰਦੇ ਉਹ ਗਰੀਬੀ ਆਨੰਦਦਾਇਕ ਹੈ, ਆਨੰਦਦਾਇਕ ਹੈ ਉਹ ਗਰੀਬੀ ਜੇ ਸਾਧ ਸੰਗਤ ਕਰ ਰਹੇ ਆ, ਪਰਮਾਤਮਾ ਚਿੱਤ ਆ ਰਿਹਾ ਤੇਰੇ। ਕਿਉਂਕਿ ਅਗਲੀ ਲਾਈਨ ਜਿਹੜੀ ਹੈਗੀ ਕਲੈਰਿਟੀ ਦੇ ਰਹੀ ਹੈ। ਇਹ ਗਰੀਬੀ ਕਾਹਦੇ ਵਾਸਤੇ ਲਾਈ ਹੈ ਮਹਾਰਾਜ ਨੇ? ਜਲ ਜਾਓ ਇਹ ਵੱਡਪਨਾ ਮਾਇਆ ਲਪਟਾਏ। ਕਹਿੰਦੇ ਇਹ ਵੱਡਾਪਨ ਜਿਹੜਾ ਹੈਗਾ, ਇਹ ਜਿਹੜੀ ਹੈਗੀ ਅਮੀਰੀ ਜਿਹੜੀ ਹੈਗੀ ਆ, ਕਹਿੰਦੇ ਸੜ ਜੇ, ਇਹਦੇ ਨਾਲ ਤਾਂ ਮੈਂ ਸੜ ਜਾਣਾ ਹੈ, ਮੇਰਾ ਆਤਮਿਕ ਜੀਵਨ ਸੜ ਜਾਣਾ ਹੈ। ਜਲੇ ਜਾਓ ਇਹ ਵੱਡਪਨਾ ਮਾਇਆ ਲਪਟਾਏ, ਮਾਇਆ ਦੇ ਵਿੱਚ ਲਿਪਟਿਆ ਹੋਏ। ਪੀਸਨ ਪੀਸ ਓੜ ਕਾਮਰੀ ਸੁਖ ਮਨ ਸੰਤੋਖ ਆਏ। ਪੀਸਨ ਪੀਸ ਕੇ ਜੇ ਮੇਰਾ ਗੁਜ਼ਾਰਾ ਹੁੰਦਾ ਆ, ਜਿਹੜਾ ਹੈਂਡ ਟੂ ਮਾਊਥ ਹੈਗਾ ਬਸ, ਤੇ ਕਾਮਰੀ ਕਹਿੰਦੇ ਕੰਬਲੀ ਓੜ ਕੇ ਹੀ ਜਿਹੜਾ ਹੈਗਾ ਬਈ ਬਹੁਤ ਹੀ ਘੱਟ ਉਹਦੇ ਵਿੱਚ ਜਿਹੜਾ ਹੈਗਾ ਮੈਂ ਆਪਣਾ ਜੀਵਨ ਗੁਜ਼ਾਰ ਲਾਂ। ਸੁਖ ਮਨ ਸੰਤੋਖ ਆਏ, ਮਨ ਨੂੰ ਸੁਖ ਆ ਜਾਏ, ਸੰਤੋਖ ਆ ਜਾਏਗਾ ਜੇ ਪਰਮੇਸ਼ਰ ਨੂੰ ਯਾਦ ਕਰਕੇ। ਤੇ ਹੈਂਡ ਟੂ ਮਾਊਥ ਹੀ ਹੈਗਾ। ਐਸੋ ਰਾਜ ਨਾ ਕਿਤੇ ਕਾਜ ਜਿਤ ਨਹਿ ਤ੍ਰਿਪਤਾਏ। ਕਹਿੰਦੇ ਇਹ ਜਿਹਾ ਰਾਜ ਕਿਹੜੇ ਕੰਮ ਦਾ ਹੈ? ਕਹਿੰਦੇ ਕਿਹੜੇ ਕੰਮ ਦਾ ਹੈ ਦੱਸ, ਜਿਹਨਾਂ ਤ੍ਰਿਪਤੀ ਨਹੀਂ ਆਉਂਦੀ ਤੇਰੇ ਅੰਦਰ, ਰਾਜ ਹੀ ਨਹੀਂ ਆਉਂਦਾ, ਸੰਤੋਖ ਹੀ ਨਹੀਂ ਆਉਂਦਾ। ਨਗਨ ਫਿਰਤ ਰੰਗ ਇੱਕ ਹੈ ਉਹ ਸੋਭਾ ਪਾਏ। ਪਰਮੇਸ਼ਰ ਦੇ ਰੰਗ ਦੇ ਵਿੱਚ ਭਾਵੇਂ ਕਹਿੰਦੇ ਆ, ਭਾਵੇਂ ਜਿਹੜਾ ਹੈਗਾ ਕੱਪੜੇ ਵੀ ਨਾ ਹੋਣ, ਨਗਨ ਫਿਰਤ ਜਿਹੜੇ ਫਟੇ ਹੋਏ ਇਨਸਾਨ ਦੇ ਕੋਲ ਜਿਹੜਾ ਹੈਗਾ ਬਹੁਤ ਹੀ ਸਮਝ ਲਓ ਵੀ ਉਹਦੇ ਵਿੱਚ ਜਿਹੜਾ ਹੈਗਾ ਹੈਂਡ ਟੂ ਮਾਊਥ ਵੀ ਪੂਰਾ ਨਹੀਂ ਹੋ ਰਿਹਾ। ਨਗਨ ਫਿਰਤ ਰੰਗ ਇੱਕ ਹੈ ਉਹ ਸੋਭਾ ਪਾਏ। ਕਹਿੰਦੇ ਸੋਭਾ ਹੈ ਪਾਈ, ਉਹਦੀ ਸੋਭਾ ਹੈਗੀ। ਕੋਟ ਲਾਖ ਸਰਵ ਕੋ ਰਾਜਾ ਜਿਸ ਹਿਰਦੇ ਨਾਮ ਤੁਮਾਰਾ। ਪਾਟ ਪਟੰਬਰ ਬਿਰਥਿਆ ਜਹਨ ਰਚ ਲੋਭਾਏ। ਕਹਿੰਦੇ ਪਾਟ ਪਟੰਬਰ ਜਿਹੜੇ ਹੈਗੇ ਆ ਬਿਰਥੇ ਹੈਗੇ, ਕਹਿੰਦੇ ਬਿਰਥੇ ਹੈਗੇ ਭਾਈ। ਪਾਟ ਜਿਹੜੇ ਹੈਗੇ ਰੇਸ਼ਮ ਨੂੰ ਕਹਿੰਦੇ ਆ, ਪਟੰਬਰ ਜਿਹੜੇ ਹੈਗੇ ਹੋਰ ਜਿਹੜੇ ਪਦਾਰਥ ਜਿਹੜੇ ਹੈਗੇ ਅਮੀਰੀ ਦੇ, ਕਹਿੰਦੇ ਸਾਰੇ ਦੇ ਸਾਰੇ ਬਿਰਥੇ ਹੈਗੇ। ਜੇ ਰਚ ਲੋਭਾਏ, ਜਿਹਦੇ ਨਾਲ ਰਚ ਕੇ ਜਿਹੜਾ ਹੈਗਾ ਮਾਇਆ ਦੇ ਵਿੱਚ ਹੀ ਜਿਹੜੀ ਹੈਗੀ ਸੁਰਤ ਜਿਹੜੀ ਹੈਗੀ ਖਿੱਚੀ ਜਾ ਰਹੀ ਹੈ। ਇਸ ਕਰਕੇ ਆਖਰੀ ਦੇ ਵਿੱਚ ਮਹਾਰਾਜ ਬੇਨਤੀ ਕਰ ਰਹੇ ਆ, ਸਭ ਕੁਛ ਤੁਮਰੇ ਹੱਥ ਪ੍ਰਭ ਆਪ ਕਰੇ ਕਰਾਏ। ਸਾਰਾ ਕੁਛ ਮਾਲਕਾ ਤੇਰੇ ਹੱਥ ਦੇ ਵਿੱਚ ਆ। ਇਹ ਸਾਰੀ ਦੀ ਸਾਰੀ ਗੇਮ, ਅਸੀਂ ਤਾਂ ਗੋਟੀਆਂ ਹੈਗੀਆਂ, ਤੂੰ ਵਜਾਉਣ ਵਾਲਾ ਆ, ਤੇਰੇ ਬਾਜੇ ਹੈਗੇ ਆ। ਸਭ ਕੁਛ ਤੁਮਰੇ ਹੱਥ ਪ੍ਰਭ ਆਪ ਕਰੇ ਕਰਾਏ। ਇਹ ਸਾਰੀ ਗੇਮ ਦਾ ਕੰਟਰੋਲਰ ਤੂੰ ਹੈਗਾ ਆ, ਕਰਵਾਉਣਾ ਵੀ ਹੈਗਾ ਤੇ ਕਰਦਾ ਵੀ ਹੈਗਾ ਆ। ਬਸ ਮੈਨੂੰ ਸਾਸ ਸਾਸ ਸਿਮਰਤ ਰਹਾ
ਨਾਨਕ ਦਾਨ ਪਾਏ। ਮੈਨੂੰ ਇੱਕ ਖਰਾਤ ਦੇ ਦੇ ਮਾਲਕਾ। ਦਾਨ ਲਿਖਿਆ, ਦਾਨ ਨੰਨੇ ਨੂੰ ਔਂਕੜ ਲੱਗੀ ਆ। ਮਾਲਕ ਨੇ ਦੇਣਾ ਹੈ ਸਿਮਰਨ। ਇਹ ਰੱਬ ਵਾਲਾ ਪਾਸਾ ਜਿਹੜਾ ਆਪਾਂ ਨੇ ਡਿਮਾਂਡ ਕਰਨੀ ਹੈ ਇਸ ਤਰੀਕੇ ਦੇ ਨਾਲ, ਸਾਥ ਸਾਥ ਸਿਮਰਤ ਰਹਾਂ। ਇਹ ਮਾਲਕ ਨੂੰ ਜਸਟੀਫਾਈ ਹੋਣਾ ਚਾਹੀਦਾ ਹੈ ਬਈ ਆਪਣੇ ਅੰਦਰੋਂ ਜਿਹੜਾ ਹੈਗਾ ਆਪਾਂ ਇਸ ਪਾਸੇ ਚੱਲਣ ਦੇ ਵਾਸਤੇ ਜਿਹੜਾ ਹੈਗਾ ਸਵਾਸ ਸਮਰਪਿਤ ਕਰਨ ਲੱਗ ਪਏ ਹਾਂ। ਸਾਥ ਸਾਥ ਸਿਮਰਤ ਰਹਾਂ, ਖਾਲੀ ਮੂੰਹ ਦੇ ਨਾਲ ਗੱਲਾਂ ਬਾਤਾਂ ਦੀ ਉਹ ਨਹੀਂ ਹੈਗੀ। ਲਿਪ ਕਹਿੰਦੇ ਆ, ਲਿਪ ਕਹਿੰਦੇ, ਉਹ ਕੁਛ ਇੰਗਲਿਸ਼ ਦੇ ਵਿੱਚ ਆਉਂਦਾ ਹੈ ਕਿ ਲਿਪ ਦੇ ਨਾਲ ਹੀ ਜਿਹੜਾ ਹੈਗਾ, ਨਹੀਂ ਕਿਸੇ ਦੀ ਹਮਦਰਦੀ ਜੀਭ ਦੇ ਨਾਲ, ਬੁੱਲਾਂ ਦੇ ਨਾਲ ਨਹੀਂ, ਖਾਲੀ ਬੋਲਾਂ ਦੇ ਨਾਲ ਨਹੀਂ। ਸਾਥ ਸਾਥ ਸਿਮਰਤ ਰਹਾਂ, ਨਾਨਕ ਦਾਨ ਪਾਏ। ਮੈਨੂੰ ਆਹ ਦਾਨ ਚਾਹੀਦਾ ਹੈ। ਬਸ ਮੈਂ ਮੰਗਤਾ ਹੈ ਤੇਰੇ ਦਰ ਦਾ ਮਾਲਕਾ, ਤੇਰੇ ਹੱਥ 'ਚ ਹੈ ਸਾਰਾ ਕੁਛ। ਦੂਸਰਾ ਮੋਤੀ, ਸੂਹੀ ਮਹਲਾ ਪੰਜਵਾਂ। ਹਰ ਕਾ ਸੰਤ ਪ੍ਰਾਨ ਤਨ ਤਿਸ ਕਾ ਪਨਿਹਾਰਾ। ਹੁਣ ਦੇਖੋ ਇਹ ਨਹੀਂ ਖੁੱਲ੍ਹੇਗਾ ਸ਼ਬਦ, ਇਹ ਲਾਈਨ ਜੇ ਇੱਥੇ ਜਿਹੜਾ ਹੈਗਾ ਹੁਣ ਪ੍ਰਾਨ ਤਨ ਤਿਸ ਕਾ ਪਨਿਹਾਰਾ, ਤਿਸ ਕਾ ਵਰਡ ਜਿਹੜਾ ਹੈਗਾ ਇਹ ਦਿਓਰੀ ਦੀਪਕ ਹੈਗਾ। ਪ੍ਰਾਣ ਧਨ ਦੇ ਨਾਲ ਵੀ ਲੱਗੇਗਾ ਔਰ ਪਨਿਹਾਰਾ ਦੇ ਨਾਲ ਵੀ ਲੱਗੇਗਾ। ਹਰ ਕਾ ਸੰਤ, ਸੰਤ ਲਿਖਿਆ ਹੋਇਆ, ਪਰਮੇਸ਼ਰ ਦਾ ਸੰਤ, ਪਰਮੇਸ਼ਰ ਦਾ ਸੰਤ, ਬ੍ਰਹਮ ਗਿਆਨੀ, ਗੁਰੂ, ਸਤਿਗੁਰੂ, ਇਹ ਪਰਮੇਸ਼ਰ ਦੇ ਸੰਤ। ਇੱਕ ਪਰਮੇਸ਼ਰ ਹੈਗਾ, ਬਾਕੀ ਜਿਹੜੇ ਹੈਗੇ ਜਿਹੜੇ ਵੀ ਦੁਨੀਆ ਦੇ ਵਿੱਚ ਹੈ ਉਹਨਾਂ ਦੇ ਵਿੱਚੋਂ ਜਿਹੜੇ ਹੈਗੇ, ਜਿਹੜੇ ਇਹ ਗੇਮ ਨੂੰ ਜਿੱਤ ਲੈਂਦੇ ਆ, ਉਹਨਾਂ ਨੂੰ ਸੰਤ ਕਹਿੰਦੀ ਹੈ ਬਾਣੀ, ਉਹਨਾਂ ਨੂੰ ਸਤਿਗੁਰੂ ਕਹਿੰਦੀ ਹੈ, ਉਹਨਾਂ ਨੂੰ ਗੁਰੂ ਕਹਿੰਦੀ ਹੈ। ਹਰ ਕਾ ਸੰਤ ਪ੍ਰਾਣ ਧਨ ਤਿਸ ਕਾ, ਕਹਿੰਦੇ ਮੇਰੇ ਪ੍ਰਾਣ, ਮੇਰੇ ਪ੍ਰਾਣ ਤੇ ਤਨ ਉਹਦਾ ਹੈ ਭਾਈ। ਮੈਂ ਉਹਦਾ ਪਨਿਹਾਰਾ ਹੈਗਾ, ਮੈਂ ਉਹਦਾ ਪਾਣੀ ਭਰਨ ਵਾਲਾ ਹੈਗਾ। ਤਿਸ ਕਾ ਪਨਿਹਾਰਾ। ਠੀਕ ਆ ਵਾਹਿਗੁਰੂ ਜੀ। ਹਾਂਜੀ ਹਾਂਜੀ ਮਿਹਰਬਾਨੀ ਜੀ। ਹਾਂਜੀ ਹਾਂਜੀ। ਕੀ ਗੱਲ, ਕਿਸ ਗੱਲੋਂ ਕਹਿ ਰਹੇ ਹੋ ਜੀ? ਮੈਨੂੰ ਆ ਤੁਸੀਂ ਹੁਣ ਸਮਝਾ ਰਿਹਾ ਸੀਗਾ ਨਾ ਵੀ ਸਾਡੇ ਜਿਹੜੇ ਹੈਗੇ ਆ ਕਿ ਇਹ ਜਿਹੜਾ ਹੈਗਾ ਕਿ ਸਾਨੂੰ ਕੀ ਜਿਹੜਾ ਹੈਗਾ ਸਮਝਣ ਦੀ ਲੋੜ ਹੈਗੀ ਆ, ਉਹ ਤੁਸੀਂ ਸਾਨੂੰ ਸਿੱਖਿਆ ਦੇ ਰਹੇ ਆ ਕਿ ਬੰਦਗੀ ਜਿਹੜੀ ਕਰਨੀ ਹੈਗੀ ਆ ਉਹ ਤੁਹਾਡੇ ਕਿਸ ਤਰ੍ਹਾਂ ਕਰਨੀ ਹੈਗੀ ਆ। ਤੇ ਤੁਸੀਂ ਇਸ ਜਿਹੜੀ ਛੱਪੜੀ ਸੀਗੀ, ਮੈਂ ਉਹਦੇ ਬਾਰੇ ਜਿਹੜਾ ਸਵਾਲ ਕੀਤਾ ਸੀਗਾ ਜੀ, ਉਹਦਾ ਕਰਕੇ ਮੈਂ ਦੱਸ ਰਿਹਾ, ਤੁਸੀਂ ਇਹ ਵੀ ਆਨਸਰ ਦੇ ਰਿਹਾ। ਬਹੁਤ ਮਿਹਰਬਾਨੀ ਜੀ। ਹਾਂਜੀ ਹਾਂਜੀ। ਸੂਹੀ ਮਹਲਾ ਪੰਜਵਾਂ। ਹਰ ਕਾ ਸੰਤ, ਹਰ ਕਾ ਸੰਤ ਪ੍ਰਾਣ ਤਨ ਤਿਸ ਕਾ ਪਨਿਹਾਰਾ। ਇਹ ਤਿਸ ਕਾ ਵਰਡ ਜਿਹੜਾ ਦੋਨੋਂ ਪਾਸੇ ਲਾਓ ਤਾਂ ਇਹ ਲਾਈਨ ਖੁੱਲੇਗੀ। ਪ੍ਰਾਣ ਤਨ ਤਿਸ ਕਾ, ਕਿਹਦਾ? ਹਰ ਕਾ ਸੰਤ, ਗੁਰੂ ਦਾ। ਗੁਰੂ ਨੂੰ ਪ੍ਰਾਣ ਤਨ ਦੇਵਾਂਗੇ ਤਾਂ ਜਿਹੜਾ ਹੈਗਾ ਪ੍ਰਾਣ ਤਨ ਦੇਣ ਦਾ ਮਤਲਬ ਹੈ ਵੀ ਗੁਰੂ ਦੀ ਗੱਲ ਜਿਹੜੀ ਹੈਗੀ, ਜੋ ਗੁਰੂ ਕਹਿ ਰਿਹਾ ਹੈ, ਜੋ ਗਿਆਨ ਜਿਹੜਾ ਹੈਗਾ ਗੁਰੂ ਨੂੰ ਸਮਰਪਣ ਕਰਾਂਗੇ ਆਪਣੇ ਆਪ ਨੂੰ, ਤਾਂ ਗੁਰੂ ਦੀ ਮੱਤ ਲੈ ਸਕਾਂਗੇ। ਜੇ ਆਪਣੀ ਮੱਤ ਰੱਖੀ ਹੋਈ ਹੈ ਉੱਪਰ, ਤੇ ਫਿਰ ਕਾਹਦਾ ਫਿਰ ਕੀ ਮਿਲਣਾ ਹੈ ਗੁਰੂ ਕੋਲੋਂ? ਫਿਰ ਹਰ ਕੇ ਸੰਤ ਕੋਲੋਂ ਆਪਾਂ ਨੇ ਕੀ ਲੈ ਲੈਣਾ ਹੈ? ਹਰ ਕਾ ਸੰਤ, ਪੰਜਵੀਂ ਪਾਤਸ਼ਾਹੀ ਬੋਲ ਰਹੀ ਹੈ ਭਾਈ, ਸੰਤ ਹੀ ਤਾਂ ਬੋਲ ਰਹੇ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਹੜੇ ਹੈਗੇ ਸਾਰੇ ਸੰਤ ਹੀ ਸੰਤ ਹੈਗੇ ਆ, ਪਰਮੇਸ਼ਰ ਦੇ ਸੰਤ ਹੈਗੇ ਸਾਰੇ, ਉਹਨਾਂ ਦੇ ਹੀ ਬੋਲ ਹੈਗੇ ਆ। ਹਰ ਕਾ ਸੰਤ। ਅਵਤਾਰ ਕੌਰ ਜੀ, ਅਸੀਂ 745 ਅੰਗ ਤੇ ਹੈਗੇ ਹਾਂ। ਸੂਹੀ ਮਹਲਾ ਪੰਜਵਾਂ। ਹਰ ਕਾ ਸੰਤ ਪ੍ਰਾਣ ਤਨ ਤਿਸ ਕਾ ਪਨਿਹਾਰਾ। ਪਾਈ ਮੀਤ ਸੁਤ ਸਗਲ ਤੇ ਜੀ ਹੂੰ ਤੇ ਪਿਆਰਾ ਰਹਾਓ। ਆ ਦੇਖੋ, ਉਹ ਸੰਤ ਜਿਹੜਾ ਹੈਗਾ ਕਹਿੰਦੇ ਮੈਨੂੰ ਗੁਰੂ, ਜਦ ਤੱਕ ਆਪਾਂ ਨੂੰ ਗੁਰੂ ਦੇ ਨਾਲ ਇੰਨੀ ਪ੍ਰੀਤ ਨਹੀਂ ਬਣੇਗੀ ਤਦ ਤੱਕ ਜਿਹੜਾ ਹੈਗਾ ਆਪਣੀ ਗੁਰੂ ਦੀ ਮੱਤ ਕਿਵੇਂ ਲੈ ਲਾਂਗੇ? ਫਿਰ ਤਦ ਤੱਕ ਤਾਂ ਆਪਣੀ ਮੱਤ ਹੈਗੀ ਭਾਈ। ਭਾਈ ਮੀਤ ਸੁਤ ਸਗਲ ਤੇ ਜੀ ਹੂੰ ਤੇ ਪਿਆਰਾ, ਕਹਿੰਦੇ ਮੇਰੀ ਜਾਨ ਤੋਂ ਵੀ ਪਿਆਰਾ ਹੈ ਮੈਨੂੰ ਗੁਰੂ, ਮੈਨੂੰ ਹਰ ਕਾ ਸੰਤ
ਭਰਾ ਮਿੱਤਰ ਬੱਚੇ ਸਾਰਿਆਂ ਤੋਂ, ਆਪਣੀ ਜਾਨ ਆਪਣੇ ਆਪ ਤੋਂ ਵੀ ਪਿਆਰਾ ਹੈ ਮੈਨੂੰ, ਕਿਉਂਕਿ ਮੇਰਾ ਤਾਂ ਸਰੀਰ ਇੱਥੇ ਹੀ ਜਿਹੜਾ ਹੈ ਖਤਮ ਹੋ ਜਾਣਾ ਜੇ ਮੈਨੂੰ ਇਹ ਜਿਹੜਾ ਹੈਗਾ ਨਾ ਗਿਆਨ ਮਿਲੂਗਾ ਤੇ ਮੈਨੂੰ ਕੀ ਪਤਾ ਕੀ ਕਰਨਾ ਔਰ ਕਿਵੇਂ ਕਰਨਾ ਹੈ, ਕਦੋਂ ਕਰਨਾ ਹੈ। ਹਰ ਕਾ ਸੰਤ ਪ੍ਰਾਣ ਤਨ ਤਿਸਕਾ ਪਨਿਹਾਰਾ, ਕਹਿੰਦੇ ਮੇਰਾ ਪ੍ਰਾਣ ਧਨ ਉਹ ਹਰੀ ਦੇ ਸੰਤ ਗੁਰੂ ਦਾ ਹੈਗਾ, ਸਾਰਾ ਕੁਛ ਗੁਰੂ ਦਾ ਹੈਗਾ। ਮੈਂ ਉਹਦਾ ਪਨਿਹਾਰਾ ਹੈਗਾ, ਪਾਣੀ ਭਰਨ ਵਾਲਾ ਹੈਗਾ, ਭਾਈ ਨੌਕਰ ਹੈਗਾ, ਮੁੱਲ ਖਰੀਦੀ ਲਾਲਾ ਗੋਲਾ ਹੈਗਾ। ਪਹਿਲਾਂ ਆਪਾਂ ਨੇ ਗੁਰੂ ਦਾ ਲਾਲਾ ਗੋਲਾ ਬਣਨਾ ਹੈ। ਹਰ ਕਾ ਸੰਤ ਪ੍ਰਾਣ ਧਨ ਤਿਸ ਕਾ ਪਨਿਹਾਰਾ, ਭਾਈ ਮੀਤ ਸੁਤ ਸਗਲ ਤੇ ਜੀ ਹੂੰ ਤੇ ਪਿਆਰਾ ਰਹਾਓ। ਕੇਸਾਂ ਕਾ ਕਰ ਬੀਜਨਾ ਸੰਤ ਚੌਰ ਢੁਲਾਵੋਂ, ਬੀਜਨਾ ਕਹਿੰਦੇ ਆ ਪੱਖਾ, ਚੌਰ ਕਰਦੇ ਆ ਮਹਾਰਾਜ ਦੇ ਉੱਤੇ। ਇਹੀ ਇੰਡੀਕੇਸ਼ਨ ਹੈ। ਮੈਂ ਕਹਿੰਦੇ ਆਪਣੇ ਕੇਸਾਂ ਦਾ ਜਿਹੜਾ ਪੱਖਾ ਬਣਾ ਕੇ ਜਿਹੜਾ ਚੌਰ ਕਰਾਂ, ਸੰਤ ਚੌਰ ਢੁਲਾਵੋਂ ਸੀਸ ਨਿਹਾਰੋਂ ਚਰਨ ਤਲੇ ਦੂਰ ਮੁਖ ਲਾਵੋਂ। ਸੀਸ ਨਿਹਾਰੋ ਚਰਨ ਤਲੇ ਤੂਰ ਮੁਖ ਲਾਵੋਂ। ਮੈਂ ਜਿਹੜਾ ਹੈਗਾ ਮੇਰਾ ਸੀਸ ਸੰਤ ਦੇ ਚਰਨਾਂ ਦੇ ਉੱਤੇ ਹੋਏ, ਔਰ ਤੂੜੀ ਸੰਤ ਦੇ ਚਰਨਾਂ ਦੀ ਤੂੜੀ ਜਿਹੜੀ ਗਿਆਨ ਜਿਹੜਾ ਹੈਗਾ ਉਹਨੂੰ ਮੈਂ ਆਪਣੇ ਮੁਖ ਤੇ ਲਾਵਾਂ। ਮਿਸ਼ਟ ਬਚਨ ਬੇਨਤੀ ਕਰੋ ਦੀਨ ਕੀ ਨਿਆਈ, ਮੈਂ ਮਿੱਠੇ ਬੋਲ ਕੇ ਨਿਮਰਤਾ ਦੇ ਨਾਲ ਬਚਨ ਕਰਾਂ। ਮਿਸ਼ਟ ਬਚਨ ਬੇਨਤੀ ਕਰਾਂ ਗੁਰੂ ਦੇ ਅੱਗੇ, ਦੀਨ ਹੋ ਕੇ ਬੇਨਤੀ ਕਰਾਂ। ਤਜ ਅਭਿਮਾਨ ਸਰਣੀ ਪਰੋਂ ਹਰ ਗੁਣ ਨਿਧ ਪਾਈ। ਅਭਿਮਾਨ ਛੱਡ ਕੇ ਜਿਹੜਾ ਹੈਗਾ ਸਰਣੀ ਪੈ ਜਾ, ਮੈਂ ਜਾ ਗੁਰੂ ਦੇ ਸਰਣੀ ਪੈ ਜਾ। ਤਜ ਅਭਿਮਾਨ, ਤਾਂ ਜਿਹੜਾ ਹੈਗਾ ਆਪਾਂ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਅਰਦਾਸ ਕਰਦੇ ਹਾਂ ਵੀ ਮੈਂ ਤਿਆਰ ਹਾਂ, ਮੈਂ ਆਤਮਿਕ ਯਾਤਰਾ ਕਰਨਾ ਚਾਹੁੰਦਾ ਹੈ। ਤਜ ਅਭਿਮਾਨ ਸਰਣੀ ਪਰੋਂ ਹਰ ਗੁਣ ਨਿਧ ਪਾਏ, ਮੈਨੂੰ ਦੇ, ਮੈਨੂੰ ਗੁਣਾਂ ਦਾ ਖਜ਼ਾਨਾ ਦੇ, ਮੈਨੂੰ ਗੁਣ ਦੇ ਮੇਰੇ ਅੰਦਰ। ਕਿਵੇਂ ਗੁਣ ਮੇਰੇ ਅੰਦਰ ਆਉਣੇ ਆ, ਮੇਰੇ ਅੰਦਰ ਗੁਣ ਕਿਵੇਂ ਪ੍ਰਗਟ ਹੋਣੇ ਆ, ਮੈਂ ਜਿਹੜਾ ਹੈਗਾ ਕਿਵੇਂ ਜਿਹੜਾ ਹੈਗਾ ਇਹ ਮੇਰੇ ਜਿਹੜੇ ਹੈਗੇ ਸੁਰਤ ਮਤ ਮਨ ਬੁੱਧ ਜਿਹੜੇ ਹੈਗੇ ਘੜੇ ਜਾਣੇ। ਤਜ ਅਭਿਮਾਨ, ਹੰਕਾਰ ਛੱਡ ਕੇ ਸਰਣੀ ਪੈ ਜਾ ਗੁਰੂ ਦੇ, ਤਾਂ ਜਿਹੜਾ ਹੈਗੇ ਇਹ ਗੁਣਾਂ ਦਾ ਖਜ਼ਾਨਾ ਮਿਲ ਜਾਂਦਾ। ਪਰਮੇਸ਼ਰ ਦੇ ਗੁਣ ਹੈਗੇ, ਗੁਣ ਨਿਧ ਪਾਈ, ਔਰ ਗੁਣਾਂ ਦਾ ਖਜ਼ਾਨਾ ਉਹ ਮਾਲਕ ਪਰਮਾਤਮਾ ਉਹ ਵੀ ਲੱਭ ਜਾਂਦਾ ਭਾਈ। ਗੁਰੂ ਨੂੰ ਮਿਲਣਾ, ਗੁਰੂ ਦੇ ਅੱਗੇ ਜਿਹੜਾ ਹੈਗਾ ਆਪਾਂ ਨੇ ਨਤਮਸਤਕ ਹੋਣਾ ਆ। ਇਹ ਜਿਹੜਾ ਹੈਗਾ ਇਹਦੇ ਵਾਸਤੇ ਹੀ ਹੋਣਾ ਹੈ ਕਿ ਮਾਲਕ ਨੂੰ ਮਿਲਾ ਦੇ ਮੈਨੂੰ, ਉਹ ਮਾਲਕ ਪਰਮਾਤਮਾ ਨੂੰ। ਅਵਲੋਕਨ ਪੁਨः ਕਰੋ ਜਨ ਕਾ ਦਰਸਾਰ, ਕਹਿੰਦੇ ਮੈਂ ਗੁਰੂ ਨੂੰ ਬਾਰ-ਬਾਰ ਅਵਲੋਕਨ, ਕਹਿੰਦੇ ਬਾਰ-ਬਾਰ ਗੁਰੂ ਨੂੰ ਦੇਖਾਂ। ਜਨ ਉੱਪਰ ਲਿਖਿਆ ਹੋਇਆ, ਹਰ ਕਾ ਸੰਤ ਬਾਰ-ਬਾਰ ਕਹਿੰਦੇ ਅਵਲੋਕਨ ਕਰਾਂ, ਬਾਰ-ਬਾਰ ਪੁਨः ਜਨ ਕਾ ਦਰਸਾਰ, ਗੁਰੂ ਦੇ ਦਰਸ਼ਨ ਬਾਰ-ਬਾਰ ਕਰਦੇ ਰਵਾਂ, ਬਾਰ-ਬਾਰ ਗੁਰੂ ਦੇ ਦਰਸ਼ਨ ਕਰਦੇ ਰਵਾਂ। ਅਵਲੋਕਨ ਪੁਨः ਕਰੋ ਜਨ ਕਾ ਦਰਸਾਰ। ਹਾਂ ਮੈਨੂੰ ਚਾਹੀਦਾ ਹੈ ਮਾਲਕਾ, ਮੇਰੀ ਡਿਮਾਂਡ ਹੈਗੀ ਆ। ਪਹਿਲੇ ਸ਼ਬਦ ਦੇ ਵਿੱਚ ਦੇਖੋ, ਆਖਰੀ ਦੇ ਵਿੱਚ ਆਇਆ ਸੀ ਡਿਮਾਂਡ ਮੰਗੀ ਸੀਗੀ, ਸਭ ਕੁਛ ਤੁਮਰੇ ਹਾਥ ਪ੍ਰਭ ਆਪ ਕਰਾਏ ਸਾਸ ਸਿਮਰਤ ਰਹਾ ਨਾਨਕ ਦਾਨ ਪਾਏ। ਆਹ ਦਾਨ ਚਾਹੀਦਾ ਹੈ। ਅੱਗੇ ਹੁਣ ਦਾਨ ਦੇ ਰਹੇ, ਅੱਗੇ ਕਲੈਰੀਫਾਈ ਕਰ ਰਹੇ ਬਈ ਕੀ ਡਿਮਾਂਡ ਹੈਗੀ ਆ, ਕੀ ਚਾਹੀਦਾ ਹੈਗਾ। ਹਰ ਕਾ ਸੰਤ, ਮੈਨੂੰ ਗੁਰੂ ਚਾਹੀਦਾ ਹੈ ਭਾਈ, ਮੈਨੂੰ ਗਾਈਡ ਚਾਹੀਦਾ ਹੈ, ਮੇਰਾ ਜੀਵਨ ਜਾ ਰਿਹਾ ਆ।
ਅਸੀਂ 745 ਅੰਕ ਤੇ ਹੈਗੇ ਜੀ, ਨਵੇਂ ਆਏ। ਹਰ ਕਾ ਸੰਤ ਪ੍ਰਾਣ ਤਨ ਤਿਸਕਾ ਪਨਿਹਾਰਾ, ਭਾਈ ਮੀਤ ਸੁੱਤ ਸਗਲ ਤੇ ਜੀ ਹੂੰ ਤੇ ਪਿਆਰਾ। ਕਹਿੰਦੇ ਮੇਰਾ ਤਾਂ ਪ੍ਰਾਣ ਧਨ ਸਾਰਾ ਕੁਛ ਜਿਹੜਾ, ਮੈਂ ਤਾਂ ਪਨਿਹਾਰਾ ਹੈਗਾ ਗੁਰੂ ਦਾ ਪਾਣੀ ਭਰਨ ਵਾਲਾ ਹੈ। ਭਾਈ ਮੀਤ ਸੁੱਤ ਸਗਲ ਤੇ ਜੀ ਹੂੰ ਤੇ ਪਿਆਰਾ, ਉਹ ਗੁਰੂ ਮੈਨੂੰ ਮੇਰੇ ਜੀ ਤੋਂ, ਮੇਰੇ ਭਰਾ ਭੈਣ ਸਾਰਿਆਂ ਤੋਂ ਪਿਆਰਾ ਹੈਗਾ। ਰਹਾਓ ਕੇਸਾਂ ਕਾ ਕਰ ਬੀਜਣਾ ਸੰਤ ਚੌੜ ਢੁਲਾਵੋਂ, ਮੈਂ ਤਾਂ ਆਪਣੇ ਕੇਸਾਂ ਦਾ ਜਿਹੜਾ ਹੈਗਾ ਬੀਜਣਾ ਕਹਿੰਦੇ ਆ ਉਹ ਪੱਖਾ। ਹੁਣ ਕੇਸ ਜਿਹੜੇ ਹੈਗੇ, ਜੇ ਕੇਸ ਹੀ ਆਪਾਂ ਨੇ ਕਤਲ ਕਰ ਦਿੱਤੇ ਤੇ ਆ ਤੁਕ ਕਿਵੇਂ ਆਏਗੀ ਫਿਰ? ਕੇਸਾਂ ਕਾ ਕਰ ਬੀਜਣਾ ਸੰਤ ਚੌੜ ਢੁਲਾਵੋਂ, ਸੰਤ ਦੇ ਉੱਤੇ ਚੌੜ ਕਰਾਂ ਮੈਂ। ਇਹਦਾ ਮਤਲਬ ਬਈ ਮੈਂ ਜਿਹੜਾ ਹੈਗਾ ਸੇਵਾ ਕਰਾਂ ਸੰਤ ਦੀ। ਗੁਰੂ ਦੀ ਸੇਵਾ ਕੀ ਹੈ? ਗੁਰੂ ਦੀ ਸੇਵਾ ਹੈ ਨਾਮ ਹਮਾਰੇ ਗੁਰ ਕੀ ਸੇਵ, ਨਾਮ ਹਮਾਰੇ ਪੂਜਾ ਦੇਵ। ਇਹ ਅੱਖਰਾਂ ਦਾ ਜਿਹੜਾ ਹੈਗਾ ਇਹਦੀ ਜਿਹੜੀ ਹੈਗੀ ਆ ਚੌਥੇ ਪਦ ਦੀ ਜਿਹੜੀ ਹੈਗੀ ਇਹਦੇ ਵਿੱਚ ਇਹਦੇ ਅਰਥ ਜਿਹੜੇ ਆਹੀ ਬਣਦੇ। ਕੇਸਾਂ ਕਾ ਕਰ ਬੀਜਣਾ ਸੰਤ ਚੌੜ ਢੁਲਾਵੋਂ, ਸੀਸ ਨਿਹਾਰੋਂ ਚਰਨ ਤਲੇ ਧੂਰੇ ਮੁਖ ਲਾਵੋਂ। ਮੈਂ ਸੀਸ ਜਿਹੜਾ ਹੈਗਾ ਚਰਨਾਂ ਤੇ ਰੱਖਾਂ ਔਰ ਗੁਰੂ ਦੇ ਚਰਨਾਂ ਦੀ ਧੂੜ ਜਿਹੜੀ ਹੈਗੀ, ਬ੍ਰਹਮ ਗਿਆਨ ਜਿਹੜਾ ਹੈਗਾ ਮੈਂ ਲੈ ਲਵਾਂ, ਮੈਂ ਆਪਣੇ ਮੁਖ ਤੇ ਲਾਵਾਂ। ਮਿਸ਼ਟ ਬਚਨ ਬੇਨਤੀ ਕਰੋ ਦੀਨ ਕੀ ਨਿਆਈ, ਨਿਮਰਤਾ ਦੇ ਨਾਲ ਬੇਨਤੀ ਕਰਾਂ, ਦੀਨ ਹੋ ਕੇ ਬੇਨਤੀ ਕਰਾਂ। ਆਪਣੀ ਹਉਮੈ ਆਪਣੀ ਮੱਤ ਜਿਹੜੀ ਥੱਲੇ ਰੱਖ ਕੇ, ਤਜ ਅਭਿਮਾਨ ਸਰਣੀ ਪਰੋਂ ਹਰ ਗੁਣ ਨਿਧ ਭਾਈ। ਮੈਂ ਜਿਹੜਾ ਹੈਗਾ ਸਾਰਾ ਕੁਛ ਜਿਹੜਾ ਹੈਗਾ ਆਪਣਾ ਜਿਹੜਾ ਹੈਗਾ ਗਾਰਬੇਜ ਜਿਹੜਾ ਬੁੱਧੀ ਜਿਹੜੀ ਆਪਣੀ ਮੱਤ ਜਿਹੜੀ ਹੈਗੀ ਆ, ਇਹਨੂੰ ਜਿਹੜਾ ਹੈਗਾ ਅਭਿਮਾਨ ਨੂੰ ਛੱਡ ਕੇ ਸਰਣੀ ਪੈ ਜਾ ਤੇ ਤਾਂ ਜਿਹੜਾ ਹੈਗਾ ਹਰ ਗੁਣ ਨਿਧ ਭਾਈ। ਤਾਂ ਇਹ ਪਰਮੇਸ਼ਰ ਦੇ ਗੁਣ, ਇਹ ਖਜ਼ਾਨਾ ਲੱਭਦਾ ਹੈ। ਗੁਣ ਆ ਗਏ ਤੇ ਮਾਲਕ ਨੇ ਆ ਜਾਣਾ, ਦਰ ਖੁੱਲ ਜਾਣਾ। ਅਵਲੋਕਨ ਪੁਨः ਪੁਨः ਕਰੋ ਜਨ ਕਾ ਦਰਸਾਰ। ਕਹਿੰਦੇ ਮੈਂ ਗੁਰੂ ਨੂੰ ਬਾਰ-ਬਾਰ ਮਿਲਾਂ, ਗੁਰੂ ਨੂੰ ਬਾਰ-ਬਾਰ ਗੁਰੂ ਦੇ ਦਰਸ਼ਨ ਕਰਦੇ ਰਵਾਂ। ਅੰਮ੍ਰਿਤ ਬਚਨ ਮਨ ਮੈਂ ਸਿੰਚੋਂ ਬੰਦੋਂ ਬਾਰ-ਬਾਰ। ਕਹਿੰਦੇ ਗੁਰੂ ਦੇ ਬਚਨ ਜਿਹੜੇ ਆ ਆਪਣੇ ਅੰਦਰ ਖਿੱਚੀ ਜਾਵਾਂ, ਮੈਂ ਸਿੰਚੀ ਜਾਵਾਂ ਆਪਣੇ ਆਪ ਨੂੰ। ਮੈਂ ਤਾਂ ਸੁੱਕਾ ਪਿਆ ਆ, ਗੁਰੂ ਦੇ ਬਚਨਾਂ ਦੇ ਨਾਲ ਗੁਰੂ ਦੀ ਮੱਤ ਜਿਹੜੀ ਆ ਆਪਣੇ ਅੰਦਰ ਲਈ ਜਾਵਾਂ। ਜੋ ਇਹ ਅੱਖਰ ਕਹਿ ਰਿਹਾ, ਜੋ ਮੇਰਾ ਗੁਰੂ ਕਹਿ ਰਿਹਾ, ਆ ਹੁਣ ਗੁਰੂ ਦੇ ਹੀ ਬਚਨ ਆ, ਗੁਰੂ ਹੀ ਬੋਲ ਰਿਹਾ ਹੈ। ਅੰਮ੍ਰਿਤ ਬਚਨ ਮਨ ਮੈਂ ਸਿੰਚੋਂ, ਸਿੰਚਣਾ ਇਹਨਾਂ ਨੂੰ ਮਨ ਦੇ ਵਿੱਚ। ਮਨ ਨੇ ਮੰਨਣਾ ਨਹੀਂ, ਪਤੰਦਰ ਨੇ। ਆਹ ਸਿੰਚਾਵਾਂਗੇ ਤਾਂ ਮਨ ਮੰਨੂਗਾ। ਅੰਮ੍ਰਿਤ ਬਚਨ ਮਨ ਮੈਂ ਸਿੰਚੋਂ ਬੰਦੋਂ ਬਾਰ-ਬਾਰ। ਆਹ ਬੰਦਨਾ ਹੈਗੀ, ਬਾਰ-ਬਾਰ ਇਹ ਕੰਮ ਕਰੀ ਜਾਵਾਂ। ਸੁੱਕਾ ਪਿਆ ਮਨ ਤਾਂ ਬਿਲਕੁਲ। ਚਿਤਵੋਂ ਮਨੇ ਆਸਾ ਕਰੋ ਜਨ ਕਾ ਸੰਗ ਪਾਵੋਂ। ਚਿਤਵੋਂ ਮਨ ਚ ਆਸਾ ਕਰਾਂ, ਚਿਤਵੋਂ ਮਨੇ ਆਸਾ। ਆ ਦੇਖੋ ਆ ਡਿਮਾਂਡ ਹੈਗੀ ਆ। ਚਿਤਵੋਂ ਮਨੇ ਆਸਾ ਕਰੋ ਜਨ ਕਾ ਸੰਗ ਪਾਵੋਂ। ਮੈਨੂੰ, ਮੈਂ ਤੇਰੇ ਜਨ ਦਾ, ਮੈਂ ਤੇਰੇ ਦਾਸ ਦਾ, ਮੈਂ ਤੇਰੇ ਜਿਹੜੇ ਹੈਗੇ ਬ੍ਰਹਮ ਗਿਆਨੀ ਜਿਹੜੇ ਹੈਗੇ, ਜਿਹੜੇ ਗੁਰੂ ਸਤਿਗੁਰੂ, ਉੱਥੇ ਸੰਗ ਮੰਗੂ। ਹਾਂਜੀ ਮੰਗੋ। ਬਹੁਤ ਵਧੀਆ ਜੀ। ਚਿਤਵੋਂ ਮਨੇ ਆਸਾ ਕਰੋ ਜਨ ਕਾ ਸੰਗ ਮੰਗੋ। ਮੰਗਣਾ ਆ। ਦੇਖੋ ਵਾਹ ਜੀ ਵਾਹ, ਕਮਾਲ ਕਰਤੀ। ਚਿਤਵੋਂ ਮਨੇ ਆਸਾ ਕਰੋ ਜਨ ਕਾ ਸੰਗ ਮੰਗੋ। ਨਾਨਕ ਕੋ ਪ੍ਰਭ ਦਇਆ ਕਰ ਦਾਸ ਚਰਣੀ ਲਾਗੋ। ਦੇਖ ਲਓ ਕਿੰਨਾ ਜ਼ਬਰਦਸਤ ਜਿਹੜਾ ਹੈਗਾ ਇਹਦੇ ਵਿੱਚ ਗਿਆਨ ਹੈਗਾ। ਕਹਿੰਦੇ ਮੇਰੇ ਉੱਤੇ ਦਇਆ ਕਰ ਮਾਲਕਾ, ਮੈਂ ਜਿਹੋ ਜਿਹਾ ਵੀ ਹੈਗਾ ਨਾ, ਬਸ ਮੈਨੂੰ ਮੇਰੇ ਉੱਤੇ ਮਿਹਰ ਕਰ ਦੇ, ਮੇਰੇ ਉੱਤੇ ਦਇਆ ਕਰ ਦੇ। ਤੂੰ ਦਿਆਲੂ ਹੈਗਾ।
ਨਾਨਕ ਕੋ ਪ੍ਰਭ ਦਇਆ ਕਰ, ਦਾਸ ਚਰਣੀ ਲਾਗੂ। ਮੈਂ ਤੇਰੇ ਦਾਸ ਦੇ ਚਰਣੀ, ਤੇਰੇ ਬ੍ਰਹਮ ਗਿਆਨੀਆਂ ਦੀ, ਬ੍ਰਹਮ ਗਿਆਨ ਦੀ ਚਰਣੀ ਲੱਗ ਜਾ। ਚਰਣੀ ਲੱਗਣਾ ਕੀ ਆ ਬਈ? ਆਪਣੀ ਮਤ ਸਾਈਡ ਕਰਕੇ ਜਗ੍ਹਾ ਖਾਲੀ ਕਰਾਂ ਔਰ ਇਹ ਗਿਆਨ ਅੰਦਰ ਆ ਜਾਏ ਮੇਰੇ ਅੰਦਰ। ਇਹ ਅੰਮ੍ਰਿਤ ਬਚਨ ਜਿਹੜੇ ਆ, ਇਹਦੇ ਨਾਲ ਮੈਂ ਮੇਰੇ ਅੰਦਰ ਜਿਹੜਾ ਹੈਗਾ, ਮੇਰਾ ਅੰਦਰ ਜਿਹੜਾ ਮੇਰਾ ਮਨ ਜਿਹੜਾ ਹੈਗਾ, ਉਹ ਜਿਹੜਾ ਹੈਗਾ ਸਿੰਚਣਾ ਸ਼ੁਰੂ ਹੋ ਜਾਏ। ਅੰਮ੍ਰਿਤ ਬਚਨਾਂ ਦੇ ਨਾਲ ਮੇਰੇ ਪੁਰਾਣੀ ਮੱਤ ਜਿਹੜੀ ਹੈਗੀ, ਮੇਰੀ ਨੈਗੇਟਿਵਿਟੀ ਜਿਹੜੀ ਹੈਗੀ, ਉਹ ਸਾਰੀ ਦੀ ਸਾਰੀ ਕਰਬ ਹੋਏ। ਅੰਮ੍ਰਿਤ ਬਚਨ ਮਨ ਮੈਂ ਸਿੰਚੋਂ, ਬੰਦੋਂ ਬਾਰ ਬਾਰ ਆਇਆ ਬੰਦ ਨਾ ਪਾਏ। ਮਾਲਕ ਪਰਮਾਤਮਾ ਦੀ, ਕਿਉਂਕਿ ਜਿਉਂ ਆਪਣੇ ਅੰਦਰ ਅੰਮ੍ਰਿਤ ਬਚਨ ਆਈ ਗਏ ਤੇ ਪਰਮੇਸ਼ਰ ਦੀ ਬੰਦਗੀ ਸ਼ੁਰੂ ਹੋ ਜਾਣੀ। ਚਿਤਵੋਂ ਮਨੇ ਆਸਾ ਕਰੋ, ਜਨ ਕਾ ਸੰਗ ਮੰਗੋ। ਬਸ ਮੇਰੇ ਅੰਦਰ ਆਹੀ ਹੈ, ਮੈਂ ਤਾਂ ਚਿਤਵਦਾ ਹਾਂ, ਮਨ ਦੇ ਵਿੱਚ ਆਸਾ ਕਰਦਾ ਕਿ ਮੈਨੂੰ ਜਿਹੜਾ ਹੈਗਾ ਦੇ ਸੰਗਤ, ਮੈਨੂੰ ਗੁਰੂ ਦੀ ਸੰਗਤ ਦੇ, ਮੈਨੂੰ ਗੁਰੂ ਦੀ ਮੱਤ ਚਾਹੀਦੀ ਆ, ਮੈਨੂੰ ਸਹੀ ਡਾਇਰੈਕਸ਼ਨ ਚਾਹੀਦੀ ਆ। ਨਾਨਕ ਕੋ ਪ੍ਰਭ ਦਇਆ ਕਰੇ, ਦਾਸ ਚਰਣੀ ਲਾਗੋ। ਮੇਰੇ ਉੱਤੇ ਦਇਆ ਕਰ ਮਾਲਕਾ, ਮੈਂ ਜਿਹੜਾ ਹੈਗਾ ਗੁਰੂ ਦੀ ਚਰਣੀ ਲੱਗਾ। ਔਰ ਇੱਕ ਵੀ ਬ੍ਰਹਮ ਗਿਆਨੀ ਮਿਲ ਗਿਆ, ਇੱਕ ਵੀ ਪਾ ਰਿਹਾ ਬੰਦਾ। ਔਰ ਇੱਥੇ ਦੇਖ ਲਓ ਕਿੰਨੇ ਹੈਗੇ ਬ੍ਰਹਮ ਗਿਆਨੀ ਭਾਈ, 36 ਬ੍ਰਹਮ ਗਿਆਨੀਆਂ ਦਾ ਗਿਆਨ ਹੈਗਾ। ਸੂਹੀ ਮਹੱਲਾ ਪੰਜਵਾਂ। ਕਿਉਂ ਪ੍ਰੋਬਲਮ ਕੀ ਹੈਗੀ ਆ? ਹੁਣ ਇੱਥੇ ਜਿਹੜਾ ਹੈਗਾ ਮਹਾਰਾਜ ਦੱਸ ਰਹੇ ਪ੍ਰੋਬਲਮ, ਆਪਾਂ ਬਿਲਕੁਲ ਇਹ ਦੇਖ ਲਈ ਆ। ਆਪਣੀ ਪ੍ਰੋਬਲਮ ਜਿਹੜੀ ਹੈਗੀ, ਆਹੀ ਪ੍ਰੋਬਲਮ ਹੈਗੀ। ਸੂਹੀ ਮਹੱਲਾ ਪੰਜਵਾਂ। ਜਿਨੇ ਮੋਹੇ ਬ੍ਰਹਮੰਡ ਖੰਡ, ਤਾਹੂ ਮੈਂ ਪਾਉ। ਕਹਿੰਦੇ ਮਾਇਆ ਜਿਹੜੀ ਐਸੀ ਹੈਗੀ ਆ, ਇਹ ਪਦਾਰਥ ਸਵਾਦ ਚੋਗਾ, ਕਹਿੰਦੇ ਇਹਨੇ ਤਾਂ ਬ੍ਰਹਮੰਡ ਖੰਡ ਸਾਰੇ ਜਿੰਨੇ ਵੀ ਹੈਗੇ, ਸਾਰੇ ਦੇ ਸਾਰੇ ਮੋਹ ਦੇ ਵਿੱਚ ਪਾਏ ਹੋਏ ਆ। ਐਸਾ ਆਕਾਰ ਹੈ, ਐਸਾ ਪਦਾਰਥ ਹੈ, ਇੰਨੀ ਜ਼ਬਰਦਸਤ ਚਮਕ ਹੈ ਇਹਦੇ ਵਿੱਚ, ਇੰਨੀ ਜ਼ਬਰਦਸਤ ਮੈਗਨੇਟਿਜ਼ਮ ਹੈਗਾ ਇਹਦੇ ਅੰਦਰ, ਖਿੱਚ ਹੈਗੀ ਚੁੰਬਕ ਵਾਂਗੂ, ਠਾ ਖਿੱਚ ਕੇ ਜੋੜ ਲੈਂਦੀ ਹੈ ਆਪਣੇ ਨਾਲ, ਦੂਰੋਂ ਹੀ ਖਿੱਚ ਲੈਂਦੀ ਹੈ, ਦੂਰੋਂ। ਜਿਨੇ ਮੋਹੇ ਬ੍ਰਹਮੰਡ ਖੰਡ, ਤਾਹੂ ਮੈਂ ਪਾਉ। ਮੈਂ ਤਾਂ ਆਪਣੇ ਆਪ ਨੂੰ ਇਹਦੇ ਵਿੱਚ ਹੀ ਪਾਉਣਾ ਆ, ਬਿਲਕੁਲ ਮੈਂ ਤਾਂ ਖੁੱਬਿਆ ਪਿਆ ਇਹਦੇ ਵਿੱਚ। ਮਾਲਕਾ ਮੇਰੀ ਆਹ ਪ੍ਰੋਬਲਮ ਹੈਗੀ ਆ। ਜਿਨੇ ਮੋਹੇ ਬ੍ਰਹਮੰਡ ਖੰਡ, ਤਾਹੂ ਮੈਂ ਪਾਉ। ਰਾਖ ਲਿਓ ਇਹ ਵਿਖੇ ਹੀ ਜੀਓ, ਦੇਹੋ ਆਪਣਾ ਨਾਉ ਰਹਾਓ। ਮੈਂ ਤਾਂ ਵਿਸ਼ੇ ਵਿਕਾਰੀ ਵਿਖੇ ਹੀ ਹੈਗਾ ਆ। ਰੱਖ ਲਾ ਮਾਲਕਾ, ਨਾਮ ਦੇ ਆਪਣਾ, ਨਾਮ ਦੇ ਮੈਨੂੰ ਧਿਆਨ ਸਿਮਰਨ ਦੇ। ਮੈਨੂੰ ਬਚਾ। ਇੱਥੋਂ ਚੱਕਣਾ ਹੈ ਗੁਰੂ ਨੇ। ਰਹਾਓ, ਆਇਆ ਕੰਮ ਗੁਰੂ ਦਾ। ਜਾਤੇ ਨਾਹੀ ਕੋ ਸੁਖੀ, ਤਾਕੇ ਪਾਛੇ ਜਾਓ। ਕਹਿੰਦੇ ਅੱਜ ਤੱਕ ਮਾਇਆ ਤੋਂ ਕੋਈ ਸੁਖੀ ਨਹੀਂ ਹੋਇਆ ਪਾਏ। ਇਹ ਸਿਰਫ ਆਪਣਾ ਜਿਹੜਾ ਹੈਗਾ ਧੋਖਾ ਹੈਗਾ। ਆਪਾਂ ਸਮਝਦੇ ਹਾਂ ਬੜਾ ਸਵਾਦ ਆ ਰਿਹਾ, ਬੜਾ ਰਸ ਕਸਿਆ, 4 ਦਿਨ ਦੀ ਚਾਂਦਨੀ ਹੈ, ਵਾਪਸ ਹਨੇਰਾ। ਕਹਿੰਦੇ ਇਹਦੇ ਨਾਲ ਕੋਈ ਸੁਖੀ ਨਹੀਂ ਹੋਇਆ ਅੱਜ ਤੱਕ। ਜਾਤੇ ਨਾਹੀ ਕੋ ਸੁਖੀ। ਰਾਜੇ ਮਹਾਰਾਜੇ ਸਿਕੰਦਰ ਵਰਗੇ ਦੇਖ ਲਓ, ਉਹ ਕਹਿੰਦੇ ਮੇਰੇ ਹੱਥ ਖਾਲੀ ਕਰ ਦਿਓ ਦੋਨੋਂ, ਕੁਛ ਨਹੀਂ ਲੈ ਕੇ ਜਾ ਰਿਹਾ ਭਾਈ, ਕੁਛ ਨਹੀਂ ਹੈਗਾ ਮੇਰੇ ਕੋਲ। ਜਾਤੇ ਨਾਹੀ ਕੋ ਸੁਖੀ, ਤਾਕੇ ਪਾਛੇ ਜਾਓ। ਉਹਦੇ ਪਿੱਛੇ ਆਪਾਂ ਦੌੜਦੇ ਹਾਂ ਭਾਈ। ਮਹਾਰਾਜ ਕਹਿ ਰਹੇ ਭਾਈ ਦੁਨੀਆ ਦੌੜ ਰਹੀ ਹੈ, ਆਪਣਾ ਕਸੂਰ ਥੋੜੀ ਨਾ ਹੈਗਾ। ਮਾਲਕ ਨੇ ਐਸੀ ਮਾਇਆ ਬਣਾਈ ਹੈ, ਇਹ ਤਾਂ ਮਾਲਕ ਦੀ ਗੇਮ ਹੈਗੀ ਭਾਈ, ਸਾਰਿਆਂ ਦੇ ਵਾਸਤੇ ਹੈਗੀ। ਕੋਈ ਆਪਣੇ ਵਾਸਤੇ ਥੋੜੀ ਨਾ ਮਾਇਆ ਖਿਲਾਰੀ ਪਾਈ ਹੋਈ ਵੀ ਆਪਣੇ ਸਰੀਰ 'ਚ ਜਿਹੜੇ ਹੈਗੇ ਪੁਰਜੇ ਫਿੱਟੇ ਆ ਮਾਇਆ ਦੇ ਭੋਗਣ ਦੇ। ਇਹ ਤਾਂ ਸਾਰੀ ਦੁਨੀਆ ਹੀ ਇਸ ਤਰ੍ਹਾਂ ਹੈਗੀ। ਜਾਤੇ ਨਾਹੀ ਕੋ ਸੁਖੀ, ताके पाछे जाओ। छोड़ जाए जो सगल को, फिर लपटाओ। बस बार बार ਜਿਹੜੀ ਹੈਗੀ ਸਾਰਿਆਂ ਨੂੰ ਛੱਡ ਕੇ ਚਲੇ ਜਾਂਦੀ ਹੈ ਮਾਇਆ। ਮੇਰੇ ਸਾਹਮਣੇ ਦੇਖ ਰਿਹਾ ਹਾਂ ਮੈਂ,
ਵੱਡੇ ਵੱਡੇ ਅਮੀਰ ਜਿਹੜੇ ਹੈਗੇ ਸਾਰੇ ਦੇ ਸਾਰੇ ਉਸੇ ਤਰੀਕੇ ਦੇ ਨਾਲ ਛੱਡ ਕੇ ਚਲੇ ਗਏ। ਮੇਰੇ ਆਪਣੇ ਜਿਹੜੇ ਹੈਗੇ ਆ ਦਾਦੇ ਪੜਦਾਦੇ ਪਿਓ ਸਾਰੇ ਦੇ ਸਾਰੇ ਜਿਹੜੇ ਹੈਗੇ ਚਲੇ ਗਏ। छोड़ जाएं जो सगल को। और ये माया ऐसी है कि सारे ਨੂੰ ਛੱਡ ਜਾਂਦੀ ਹੈ, ਮਾਇਆ ਹੀ ਛੱਡ ਜਾਂਦੀ ਹੈ, ਕੁਛ ਨਹੀਂ ਲੈ ਕੇ ਜਾਣ ਦਿੰਦੀ ਆਪਣੇ ਨਾਲ। छोड़ जाएं जो सगल को फिर लपटाऊं। और मैं बार ਉਹਨੂੰ ਲਿਪਟ ਰਿਹਾ, ਉਹਨੂੰ ਇਕੱਠੀ ਕਰ ਰਿਹਾ। ਉਹ ਖੁੱਲ ਜਾ ਸਿਮ ਜਿਹੜਾ ਉਹਦੇ ਵਿੱਚ ਹੀ ਫਸਿਆ ਹੋਇਆ ਇਕੱਠੀ ਕਰ ਰਿਹਾ, ਉਧਰ ਜਿਹੜਾ ਦਰਵਾਜ਼ਾ ਬੰਦ ਹੋ ਰਿਹਾ। छोड़ जाए जाहे जो सगल को फिर लपटाऊं। ਇਸ ਲਈ ਗੁਰੂ ਚਾਹੀਦਾ ਭਾਈ। ਆਇਆ ਸਾਧ ਸੰਗਤ, ਇਸ ਲਈ ਚਾਹੀਦੀ ਹੈ ਸਾਧ ਸੰਗਤ। ਕਰੋ ਕਿਰਪਾ ਕਰੁਣਾ ਪਤੇ। ਲੜੀ ਦਾ ਆਖਰੀ ਮੋਤੀ ਹੈਗਾ ਔਰ ਆਖਰੀ ਬੰਦ ਹੈਗਾ ਲੜੀ ਦਾ। 3 ਸ਼ਬਦਾਂ ਦਾ ਨਿਚੋੜ। ਤੂੰ ਹੈ ਕਰੁਣਾ ਪਤੇ, ਤੂੰ ਕਰੁਣਾ ਦਾ ਪਤੀ ਹੈ ਪਿਆਰਿਆ ਮਾਲਕਾ। ਤੂੰ ਤਾਂ ਦਿਆਲੂ ਹੈਗਾ ਆ, ਤਰਸ ਕਰਨ ਵਾਲਾ ਹੈਗਾ। ਤਰਸ ਕਰੋ ਕਿਰਪਾ, ਮੇਰੇ ਉੱਤੇ ਕਿਰਪਾ ਕਰ। ਤੇਰੇ ਹਰ ਗੁਣ ਗਾਉਂ, ਮੈਂ ਤੇਰੇ ਗੁਣ ਗਾਵਾਂ ਮਾਲਕਾ, ਮੇਰੇ ਉੱਤੇ ਕਿਰਪਾ ਕਰ। ਕੀ ਚਾਹੀਦਾ ਹੈ? ਨਾਨਕ ਕੀ ਬੇਨੰਤੀ, ਨਾਨਕ ਕੀ ਪ੍ਰਭ ਬੇਨਤੀ, ਸਾਧ ਸੰਗੇ ਸਮਾਉ। ਮੈਨੂੰ ਦੇ ਸਾਧ ਸੰਗਤ, ਮੈਨੂੰ ਦੇ ਗੁਰੂ ਦੀ ਸੰਗਤ, ਮੈਨੂੰ ਦੇ ਹਰ ਕੇ ਦਾਸ ਦੀ, ਮੈਨੂੰ ਦੇ ਹਰ ਕੇ ਸੰਤ ਦਾ ਸੰਗ। ਨਾਨਕ ਕੀ ਪ੍ਰਭ ਬੇਨਤੀ, ਸਾਧ ਸੰਗੇ ਸਮਾਉ। ਡਿਮਾਂਡ ਆ ਦੇਖੋ ਵੀ ਸਾਧ ਸੰਗਤ, ਮੈਂ ਸੰਗਤ ਦੇ ਵਿੱਚ ਹੀ ਰਵਾਂ, ਇਹਦੇ ਵਿੱਚ ਹੀ ਸਮਾਇਆ ਰਵਾਂ ਬਸ। ਕਈ ਕਹਿੰਦੇ ਜੀ ਪਤਾ ਲੱਗ ਗਿਆ ਹੁਣ ਜਿਹੜਾ ਧਿਆਨ ਸਿਮਰਨ ਕਰਨਾ, ਨਾਮ ਜਪਣਾ ਹੈਗਾ, ਆਪਣੇ ਅੰਦਰ ਵੜਨਾ ਹੈਗਾ, ਬਸ ਬਾਰ ਗਿਆਨ ਦੀ ਕੀ ਲੋੜ ਹੈ, ਗਿਆਨ ਦੀ ਕੀ ਲੋੜ ਹੈ। ਆ ਦੇਖੋ ਭਾਈ ਅਗਿਆਨ ਕੀ ਕਹਿ ਰਿਹਾ ਹੈ। ਇਹ ਗਿਆਨ ਨਾਲੋਂ ਨਾਲ ਚੱਲਣਾ ਹੈ ਭਾਈ, ਨਾਲੋਂ ਨਾਲ ਚੱਲਣਾ ਹੈ। ਮਾਇਆ ਇੰਨੀ ਜ਼ਬਰਦਸਤ ਹੈਗੀ ਆ, ਚੰਗੇ ਨੂੰ ਖਿੱਚ ਲੈਂਦੀ ਹੈ। ਰਾਗ ਸੂਹੀ ਅਗਲਾ ਹੁਣ ਜਿਹੜੀ ਹੈਗੀ ਨਵੀਂ ਲੜੀ ਸ਼ੁਰੂ ਹੋ ਗਈ। ਪੜਤਾਲ ਦਾ ਮਤਲਬ ਹੁੰਦਾ ਇੱਕ ਇਹ ਤਾਲ ਦੇ ਵਿੱਚ ਹੈ ਨਾ, ਕਿਉਂਕਿ ਇਹ ਜਿਹੜੀ ਪੋਇਟਰੀ ਹੈਗੀ ਆ ਇਹ ਸਾਰੇ ਸ਼ਬਦ ਹੈਗੇ, ਇਹਨਾਂ ਨੂੰ ਗਾਉਣਾ ਹੈਗਾ। ਰਾਗ ਲਿਖਿਆ ਹੋਇਆ, ਕਿਹੜੀਆਂ ਸੁਰਾਂ ਲੱਗਣੀਆਂ ਹੈਗੀਆਂ, 7 ਸੁਰਾਂ ਦੇ ਵਿੱਚੋਂ 7 ਦੇ ਵਿੱਚ ਫਿਰ ਕੋਮਲ ਸੁਰਾਂ ਹੋ ਜਾਂਦੀਆਂ ਹੈ, ਉਹ ਮਾਂ ਤੀਵਰ ਤੇ ਜਿਹੜਾ ਸਿੰਪਲ ਇੱਕ ਜਿਹੜਾ ਹੈਗਾ ਜਿਹੜੇ ਇਹ ਗਾ ਵੀ ਕੋਮਲ ਤੀਵਰ ਹੁੰਦਾ ਹੈ। ਤਾ ਜਿਹੜਾ ਹੈਗਾ ਇੱਕੋ ਹੀ ਹੁੰਦਾ ਹੈ, ਨੀ ਜਿਹੜੇ 2 ਹੁੰਦੇ ਆ। ਇਸ ਤਰ੍ਹਾਂ ਦੇ ਇਹਦੇ ਹੈਗੇ। ਤੇ ਇੱਕ ਤੋਂ ਵੱਧ ਜਿਹੜੀ ਤਾਲ ਦੇ ਵਿੱਚ ਜਿਹਨੂੰ ਗਾਇਆ ਜਾ ਸਕੇ, ਇੱਕ ਬੰਦ ਇੱਕ ਤਾਲ 'ਚ ਗਾ ਲਿਆ, ਦੂਸਰਾ ਬੰਦ ਦੂਸਰੀ ਤਾਲ 'ਚ ਗਾ ਲਿਆ, ਉਹਨੂੰ ਕਹਿੰਦੇ ਪੜਤਾਲ। ਰਾਗ ਸੂਹੀ ਮਹੱਲਾ 5ਵਾਂ, ਘਰ 5ਵਾਂ, ਪੜਤਾਲ। ਇੱਕ ਓਂਕਾਰ ਸਤਿਗੁਰ ਪ੍ਰਸਾਦ। ਪ੍ਰੀਤ ਗੁਰੀਆ ਮੋਹਨ ਲਾਲਨਾ। ਪ੍ਰੀਤ ਗੁਰੀਆ ਮੋਹਨ ਲਾਲਨਾ। ਹੁਣ ਉਹ ਜਿਹੜਾ ਹੈਗਾ ਗੁਰੂ ਦੇ ਅੱਗੇ ਬੇਨਤੀ ਹੋ ਗਈ ਔਰ ਸੰਗ ਮਿਲ ਗਿਆ ਹਰ ਕੇ ਦਾਸ ਦਾ, ਹਰ ਕੇ ਸੰਤ ਦਾ, ਬ੍ਰਹਮ ਗਿਆਨੀਆਂ ਦਾ, ਗੁਰੂਆਂ ਦਾ। ਸੰਗਤ ਮਿਲ ਗਈ, ਬਾਣੀ ਮਿਲ ਗਈ, ਗੁਰੂ ਦੇ ਬਚਨ, ਗੁਰੂ ਦੀ ਮੱਤ ਆ ਗਈ, ਗੁਰੂ ਦੀ ਬਚਨ ਮਿਲ ਗਈ। ਹੁਣ ਇਸ ਤੋਂ ਅੱਗੇ ਆ ਲੜੀ ਸ਼ੁਰੂ ਕੀਤੀ ਮਹਾਰਾਜ ਨੇ। ਪ੍ਰੀਤ ਗੁਰੀਆ ਮੋਹਨ ਲਾਲਨਾ। ਉਹਨੇ ਕੀ ਕਰ ਦੇਣਾ ਹੈ ਗੁਰੂ ਨੇ? ਗੁਰੂ ਨੇ ਆਪਣੇ ਨਾਲ ਥੋੜ੍ਹੀ ਨਾ ਜੋੜਨਾ ਹੈ ਵੀ ਮੇਰੇ ਨਾਲ ਤੂੰ ਮੇਰੇ ਗੁਣ ਗਾਈ ਜਾ। ਪ੍ਰੀਤ ਗੁਰੀਆ ਮੋਹਨ ਲਾਲਨਾ। ਗੁਰੂ ਤੇ ਗੁਰੀਆ ਵਰਡ ਜਿਹੜਾ ਹੈਗਾ ਇਹ ਆਂਧਰਾ ਪ੍ਰਦੇਸ਼ ਗਰੂ ਕਹਿੰਦੇ ਆ। ਗੁਰੀਆ ਮਤਲਬ ਜਿਹੜਾ ਹੈਗਾ ਸਭ ਤੋਂ ਵੱਡਾ। ਇਹ ਪਰਮੇਸ਼ਰ ਦੀ ਪ੍ਰੀਤ, ਮੋਹਨ ਲਾਲਨਾ ਦੇ ਨਾਲ ਪਿਆਰ ਜਿਹੜਾ ਹੈਗਾ, ਬਸ ਇਹ ਸਾਰਿਆਂ ਤੋਂ ਵੱਡਾ ਕੰਮ ਆ ਭਾਈ। ਪ੍ਰੀਤ ਗੁਰੀਆ ਮੋਹਨ ਲਾਲਨਾ। ਮੋਹਨ ਪਰਮਾਤਮਾ ਦੇ ਨਾਲ ਜਿਹੜੀ ਹੈਗੀ ਪ੍ਰੀਤ ਸਭ ਤੋਂ ਵੱਡਾ ਕੰਮ ਆ ਬਸ।
ਸਭ ਤੋਂ ਕੀਮਤੀ ਹੈਗਾ, ਸਭ ਤੋਂ ਕੀਮਤੀ ਹੈ ਇਹ ਪ੍ਰੀਤ। ਇਹ ਪ੍ਰੀਤ ਲਾਉਣੀ ਆ ਹੁਣ ਸੰਤ ਨੇ। ਜੇ ਸੰਗਤ ਮਿਲ ਗਈ, ਸੰਤ ਦੀ ਡਿਮਾਂਡ ਕੀਤੀ ਸੀ, ਹੁਣ ਉਸ ਤੋਂ ਅੱਗੇ ਆਹ ਸ਼ਬਦ ਆ ਗਿਆ, ਆਹ ਲੜੀ ਸ਼ੁਰੂ ਹੋ ਗਈ। ਪ੍ਰੀਤ ਪ੍ਰੀਤ ਗੁਰੀਆ ਮੋਹਨ ਲਾਲਨਾ। ਹੌਲੀ ਹੌਲੀ ਉਹ ਬ੍ਰਹਮ ਗਿਆਨ ਨੇ ਪਰਮਾਤਮਾ ਦੇ ਨਾਲ ਪਿਆਰ ਪਾ ਦੇਣਾ। ਪਿਆਰ ਹੀ ਤਾਂ ਚਾਹੀਦਾ ਹੈ ਭਾਈ, ਪਿਆਰ ਦੇ ਨਾਲ ਤਾਂ ਧਿਆਨ ਆਏਗਾ। ਉਹ ਤਾਂ ਦਿਸਦਾ ਹੀ ਨਹੀਂ ਹੈ ਮਾਲਕ ਪਰਮਾਤਮਾ, ਨਾ ਰੂਪ ਨਾ ਰੇਖ ਨਾ ਰੰਗ, ਕਿਛ ਤਿੰਨ ਗੁਣਾ ਤੋਂ ਤਾਂ ਪੈਨੇ ਆ ਉਹ ਜਿਹੜਾ ਹੈਗਾ ਮਾਲਕ ਪਰਮਾਤਮਾ। ਤਮੋ ਰਜੋ ਸਤੋ ਤਿੰਨ ਗੁਣ ਚ ਹੈ ਹੀ ਨਹੀਂ, ਸਾਰੀ ਮਾਇਆ ਤਿੰਨ ਗੁਣਾ ਚ ਹੈਗੀ। ਉਹਦੇ ਨਾਲ ਪ੍ਰੀਤ ਕਿਵੇਂ ਲੱਗੇ? ਆਇਆ ਪਾਏ। ਔਰ ਉਹੀ ਪ੍ਰੀਤ ਸਭ ਤੋਂ ਗੁਰੀਆ ਹੈਗੀ ਆ। ਪ੍ਰੀਤ ਪ੍ਰੀਤ ਗੁਰੀਆ ਮੋਹਨ ਲਾਲਨਾ। ਜਪ ਮਨ ਗੋਬਿੰਦ ਏਕੈ ਅਵਰ ਨਹੀਂ ਕੋ ਲੇਖੈ। ਸੰਤ ਲਾਗ ਮਨੇ ਛਾੜ ਦੁਬਦਾ ਕੀ ਕੁਰੀਆ ਰਹਾਓ। ਹੁਣ ਦੇਖ ਲਓ ਭਾਈ, ਮਨ ਨੂੰ ਕਹਿ ਰਿਹਾ, ਕਹਿੰਦੇ ਮਨ ਦੇ ਨਾਲ ਪਰਮੇਸ਼ਰ ਨੂੰ ਜਪਣਾ ਸ਼ੁਰੂ ਕਰ ਦੇ ਕੰਮ ਜੋ ਗੁਰੂ ਕਹਿ ਰਿਹਾ, ਜੋ ਸੰਤ ਕਹਿ ਰਿਹਾ। ਉਸ ਗੋਬਿੰਦ ਨੂੰ, ਇੱਕ ਮਾਲਕ ਪਰਮਾਤਮਾ ਨੂੰ ਅਵਰ ਨਹੀਂ ਕੋ ਲੇਖਾ। ਹੋਰ ਕੋਈ ਕਿਸੇ ਹੋਰ ਨੂੰ ਧਿਆਏਗਾ, ਹੋਰ ਨੂੰ ਜਪੇਗਾ, ਲੇਖੇ 'ਚ ਨਹੀਂ ਹੈ। ਜਪੇ ਮਨ ਗੋਬਿੰਦ ਇੱਕ ਹੈ, ਅਵਰ ਨਹੀਂ ਕੋ ਲੇਖਾ। ਸੰਤ ਲਾਗ ਬ੍ਰਹਮ ਗਿਆਨੀ ਦੇ ਨਾਲ ਲੱਗਿਆ ਰਹਿ, ਗੁਰਮਤਿ ਲੈਂਦਾ ਰਹਿ। ਮਨੇ ਛਾੜ ਦੁਬਦਾ ਕੀ ਕੁਰੀਆ। ਮਨ ਦੇ ਵਿੱਚੋਂ ਛੱਡ ਦੇ ਦੁਬਦਾ ਪਾਉਣ ਵਾਲੀ ਚੀਜ਼। ਆ ਜੀ ਮਹਾਂਪੁਰਖ, ਆ ਜੀ ਇਸ ਤਰ੍ਹਾਂ, ਆ ਜੀ ਉਸ ਤਰ੍ਹਾਂ, ਆ ਫਲਾਨਾ ਢਿਮਕਾ। ਇਹ ਦੁਬਦਾ ਦੀ ਕੁਰੀ ਕਹਿੰਦੇ ਆ ਰਸਤਾ, ਪਗਡੰਡੀ, ਦੁਬਦਾ ਪਾਉਣ ਵਾਲੀਆਂ। ਇਹ ਛੱਡ ਦੇ ਸਾਰੇ ਜਿਹੜੇ ਪਾਸੇ ਲੱਗਿਆ ਸੀ ਪਹਿਲਾਂ, ਡਰਾਪ ਕਰ ਦੇ ਸਾਰਾ ਕੁਛ ਡਰਾਪ ਕਰ ਦੇ ਜਿਹੜਾ ਤੈਨੂੰ ਜਿਸ ਪਾਸੇ ਲਾਇਆ ਹੈਗਾ। ਜਿਹਨੇ ਵੀ ਲਾਇਆ, ਭਾਵੇਂ ਜਿੰਨਾ ਮਰਜ਼ੀ ਵੱਡਾ ਹੋਏ, ਇਸ ਗਿਆਨ ਤੋਂ ਵੱਡਾ ਕੋਈ ਨਹੀਂ ਹੈਗਾ। ਜਪ ਮਨ ਗੋਬਿੰਦ ਏਕੈ। ਡਾਇਰੈਕਟ ਜਿਹੜਾ ਹੈਗਾ ਇਹ ਜਿਹੜਾ ਹੈਗਾ, ਇਹ ਤਾਂ ਗੁਰੂ ਕੰਟਾਲ ਹੈ ਭਾਈ, ਇੱਕ ਗੁਰੂ ਥੋੜੀ ਨਾ ਹੈਗਾ। ਜਪ ਮਨ ਗੋਬਿੰਦ ਏਕੈ ਅਵਰ ਨਹੀਂ ਕੋ ਲੇਖੈ। ਸੰਤ ਲੱਗ ਚਾਹ ਇਹਦੇ ਨਾਲ। ਮਨੇ ਛਾੜ, ਮਨ ਦੇ ਵਿੱਚ ਛੱਡ ਦੇ ਦੁਬਦਾ ਕੀ ਕੁਰੀਆ। ਦੁਬਦਾ ਦੇਣ ਵਾਲੇ ਰਸਤੇ ਛੱਡ ਦੇ ਸਾਰੇ, ਜੋ ਵੀ ਹੈਗੇ ਤੇਰੇ ਛੱਡ ਦੇ। ਹੁਣ ਛੱਡ ਦੇ, ਜੋ ਕੁਛ ਹੋ ਗਿਆ ਸੋ ਹੋ ਗਿਆ। ਹੁਣ ਡਰਾਪ ਕਰ, ਹੁਣ ਇਹ ਗਿਆਨ ਦੇ ਨਾਲ ਚੱਲ, ਜਪਣਾ ਸ਼ੁਰੂ ਕਰ। ਉਸ ਇੱਕ ਨੂੰ ਯਾਦ ਕਰਨਾ ਸ਼ੁਰੂ ਕਰ ਦੇ। ਹੋਰ ਕੋਈ ਚੀਜ਼ ਲੇਖੇ 'ਚ ਨਹੀਂ ਆਉਣੀ। ਲੱਗਿਆ ਰਹੇ, ਗੁਰੂ ਦੀ ਮੱਤ ਲਈ ਜਾ ਬਸ। ਜਪ ਮਨ ਗੋਬਿੰਦ ਏਕੈ ਅਵਰ ਨਹੀਂ ਕੋ ਲੇਖੈ। ਸੰਤ ਲਾਗ ਮਨੇ ਛਾੜ ਦੁਬਦਾ ਕੀ ਕੁਰੀਆ ਰਹਾਓ। ਦੇਖ ਲਾ ਪਿਆਰਿਆ, ਦੇਖ ਲਾ, ਸਮਝ ਲਾ ਇਸ ਗੱਲ ਨੂੰ। ਨਿਰਗੁਣ ਹਰੀਆ, ਉਹ ਮਾਲਕ ਪਰਮਾਤਮਾ ਨਹੀਂ ਹੈਗਾ ਆਕਾਰ ਦੇ ਵਿੱਚ, ਉਹ ਤਿੰਨ ਗੁਣਾਂ ਦੇ ਵਿੱਚ ਨਹੀਂ ਹੈਗਾ, ਉਹ ਨਿਰਗੁਣ ਹੈਗਾ। ਨਿਰਗੁਣ ਦਾ ਮਤਲਬ ਹੈ ਤਿੰਨ ਗੁਣਾਂ ਤੋਂ ਪਰੇ। ਨਿਰਗੁਣ ਦਾ ਮਤਲਬ ਆ ਵੀ ਹੁੰਦਾ ਵੀ ਕੋਈ ਗੁਣ ਨਹੀਂ ਹੈ, ਉਹ ਆਪਾਂ ਹੈਗੇ ਆ। ਨਿਰਗੁਣ ਹਰੀਆ, ਉਹ ਮਾਲਕ ਪਰਮਾਤਮਾ ਆਕਾਰ ਦੇ ਵਿੱਚ, ਮਾਇਆ ਦੇ ਵਿੱਚ ਨਹੀਂ ਹੈਗਾ। ਸਰਗੁਣ ਧਰੀਆ, ਔਰ ਤੇਰੇ ਅੰਗਰ ਥਾਲੀ ਦੇ ਵਿੱਚ ਪਰੋਸ ਕੇ ਚਾਰੋਂ ਪਾਸੇ ਜਿਹੜੀ ਹੈਗੀ ਸਰਗੁਣ, ਤਮੋ ਰਜੋ ਸਤੋ ਵਾਲੀ ਮਾਇਆ ਪ੍ਰਕਿਰਤੀ ਪਰੋਸ ਕੇ ਰੱਖੀ ਹੋਈ ਹੈ। ਤੇਰੇ ਚਾਰੋਂ ਸਾਹਮਣੇ ਤੇਰੇ ਜਿਹੜਾ ਹੈਗਾ, ਇਹ ਤਿੰਨ ਗੁਣੀ ਸਰਗੁਣ ਹੈਗੀ ਆ, ਆਕਾਰ ਦੇ ਵਿੱਚ ਹੈਗੀ। ਉਹ ਮਾਲਕ ਨਿਰਾਕਾਰ ਹੈਗਾ। ਨਿਰਗੁਣ ਦਾ ਮਤਲਬ ਨਿਰਾਕਾਰ, ਨਿਰਾਕਾਰ। ਨਿਰਗੁਣ ਹਰੀਆ ਸਰਗੁਣ ਧਰੀਆ। ਅਨੇਕ ਕੋਠਰੀਆ, ਅਨੇਕਾਂ ਹੀ ਕੋਠੜੀਆਂ ਹੈਗੀਆਂ, ਅਨੇਕਾਂ ਹੀ ਹੈਗੀਆਂ। ਸਾਰਿਆਂ ਦੇ ਵਿੱਚ ਉਹੀ ਮਾਲਕ ਪਰਮਾਤਮਾ ਹੈ ਜਿਹਨੂੰ ਤੂੰ ਪਾਉਣਾ ਚਾਹੁੰਦਾ ਆ, ਜਿਹਦੀ ਤੂੰ ਭਗਤੀ ਕਰ ਰਿਹਾ ਆ। ਸਾਰਿਆਂ ਦੇ ਵਿੱਚ ਉਹੀ ਹੈਗਾ, ਸਾਰਿਆਂ ਦੇ ਵਿੱਚ ਉਹਨੂੰ ਦੇਖ, ਉਹੀ ਹੈਗਾ। ਉਹਨੇ ਉਹ ਰੋਲ ਅਲੱਗ ਕਰ ਰਿਹਾ ਹੈ। ਹੁਣ ਪਿਕਚਰ ਦੇ ਵਿੱਚ ਜਿਹੜਾ ਹੈਗਾ ਵਿਲੀਅਨ ਦਾ ਰੋਲ ਹੈਗਾ, ਉਵੇਂ ਦਾ ਹੈਗਾ ਭਾਈ।
ਨਿਰਗੁਣ ਹਰੀਆ ਸਰਗੁਣ ਧਰਿਆ ਅਨਕ ਕੋਠਰੀਆ ਪਿੰਨ ਪਿੰਨ ਭਿੰਨ ਭਿੰਨ ਕਰੀਆ। 4 ਵਾਰੀ ਦੇਖੋ ਮਹਾਰਾਜ ਕਹਿ ਰਹੇ, 4 ਵਾਰੀ ਸਮਝਾ ਰਹੇ ਭਾਈ। ਉਹ ਇੱਕੋ ਹੀ ਨਿਰਗੁਣ ਹਰੀਆ ਹੈਗਾ ਭਾਈ। ਉਹਨੇ ਆਪਣੇ ਆਪ ਨੂੰ ਸਰਗੁਣ ਰੂਪ ਦੇ ਵਿੱਚ ਪਰੋਸ ਕੇ ਰੱਖ ਦਿੱਤਾ 4 ਛਪੇਰੇ। ਉਹਦੇ ਵਿੱਚ ਹੀ ਹੈ ਸਾਰਾ ਕੁਝ, ਉਹੀ ਹੈਗਾ ਭਾਈ, ਉਹੀ ਹੈਗਾ ਭਾਈ। ਨਿਰਗੁਣ ਹਰੀਆ ਸਰਗੁਣ ਧਰਿਆ ਅਨਕ ਕੋਠਰੀਆ ਭਿੰਨ 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 ਕਰੀਆ। ਕਹਿੰਦੇ ਮਾਲਕ ਨੇ ਆਈ ਤਾਂ ਗੇਮ ਪਾਈ ਹੋਈ ਹੈ। ਵਿੱਚ ਮਨ ਕੋਟਵਰੀਆ। ਆ ਹੁਣ ਜਿਹੜਾ ਹੈਗਾ ਪਲੀਜ਼ ਧਿਆਨ ਦੇਣਾ ਸੰਗਤ ਜੀ, ਬਹੁਤ ਬਹੁਤ ਕੀਮਤੀ ਗਿਆਨ ਆ ਰਿਹਾ, ਬਹੁਤ ਕੀਮਤੀ ਗਿਆਨ ਆ ਰਿਹਾ। ਇਹ ਮਾਲਕ ਦੇ ਤਾਂ ਮੈਂ ਤਾਂ ਕਹਿੰਦਾ ਗੁਰੂ ਦੇ ਚਰਨਾਂ ਤੇ ਡਿਗੇ ਰਹੀਏ ਭਾਈ। ਇਹੋ ਜਿਹਾ ਗਿਆਨ ਦੇ ਰਹੇ, ਇਹੋ ਜਿਹਾ ਗਿਆਨ ਦੇ ਰਹੇ। ਨਿਰਗੁਣ ਹਰੀਆ ਸਰਗੁਣ ਧਰਿਆ ਅਨਕ ਕੋਠਰੀਆ ਪਿੰਨ 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 ਕਰੀਆ ਵਿੱਚ ਮਨ ਕੋਟਵਰੀਆ। ਓਹੋ ਵੀਰ ਜੀ, ਪਿੰਨ 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 ਚੌਥੇ ਪਿੰਨ ਵਿੱਚ ਉੱਪਰ ਟਿੱਪੀ ਨਹੀਂ ਹੈ, ਉਹ ਅਲੱਗ ਮਤਲਬ? ਨਹੀਂ, ਅਲੱਗ ਮਤਲਬ ਨਹੀਂ ਹੈਗਾ ਭਾਈ, ਨਹੀਂ ਉਹ ਅਲੱਗ ਮਤਲਬ ਨਹੀਂ ਹੈ। ਉਹ ਇਹ ਜਿਹੜਾ ਹੈਗਾ, ਇਹ ਜਿਹੜੀ ਆ ਹੁੰਦੀ ਹੈ ਨਾ ਆਪਣੀ ਤਾਲ ਦੇ ਵਿੱਚ ਫਿੱਟ ਹੋਣ ਵਾਸਤੇ, ਰਾਗ ਦੇ ਵਿੱਚ ਫਿੱਟ ਹੋਣ ਵਾਸਤੇ ਮਾਤਰਾ ਜਿਹੜੀਆਂ ਹੈਗੀਆਂ, ਮਾਤਰਾ ਦੀ ਘਟਾਈ ਵਧਾਈ ਉਹ ਹੋ ਜਾਂਦੀ। ਠੀਕ ਹੈ ਜੀ, ਠੀਕ ਹੈ ਜੀ। ਹਾਂ ਹਾਂ ਆਪਾਂ ਫਿਰ ਚਲੀਏ। ਨਿਰਗੁਣ ਹਰੀਆ ਸਰਗੁਣ ਧਰਿਆ ਅਨਕ ਕੋਠਰੀਆ ਪਿੰਨ 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 ਕਰੀਆ। ਇੰਨੀਆਂ ਕੋਠੀਆਂ ਕਹਿੰਦੇ ਸਾਰੀਆਂ ਅਲੱਗ ਅਲੱਗ ਭਿੰਨ ਭਿੰਨ ਹੈਗੀਆਂ, ਔਰ ਹੈ ਉਹ ਮਾਲਕ ਪਰਮਾਤਮਾ ਹੀ ਨਿਰਗੁਣ ਸਰਗੁਣ ਦੇ ਵਿੱਚ। ਐਸੀ ਮਾਇਆ ਦੇ ਵਿੱਚ ਜਿਹੜਾ ਹੈਗਾ ਉਸ ਮਾਲਕ ਨੂੰ ਆਪਾਂ ਨੇ ਲੱਭਣਾ ਹੈਗਾ। ਹੁਣ ਕਿਵੇਂ ਲੱਭਿਆ ਜਾਏ? ਪੰਜਵੇਂ ਤੱਤ ਆਕਾਸ਼ ਦੇ ਰੂਪ ਵਿੱਚ ਹੈ ਜੀ ਉਹ। ਹਾਂਜੀ ਠੀਕ ਹੈ ਜੀ, ਸਾਰਿਆਂ ਦੇ ਵਿੱਚ ਹੈਗਾ। ਇਹੀ ਕਹਿ ਰਹੇ ਹੋ ਤੁਸੀਂ ਵੀਰ ਜੀ, ਹਰ ਜਗ੍ਹਾ ਤੇ ਹੈਗਾ ਉਹ ਮਾਲਕ ਪਰਮਾਤਮਾ। ਨਿਰਗੁਣ ਹਰੀਆ ਸਰਗੁਣ ਧਰਿਆ ਅਨਕ ਕੋਠਰੀਆ। ਪਰ ਜਿਹੜੀ ਮਹਾਰਾਜ ਗੱਲ ਕਰਨਾ ਚਾਹੁੰਦੇ ਉਹ ਗੱਲ ਆਪਾਂ ਦੇਖੀਏ ਕੀ ਕਹਿ ਰਿਹਾ, ਕੀ ਗਿਆਨ ਆ ਰਿਹਾ। ਨਿਰਗੁਣ ਹਰੀਆ ਸਰਗੁਣ ਧਰਿਆ ਅਨਕ ਕੋਠਰੀਆ ਪਿੰਨ 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 ਕਰੀਆ। ਆਪਾਂ ਨੂੰ ਸਾਰਾ ਕੁਝ ਪਤਾ ਲੱਗ ਗਿਆ, ਇਹ ਸਾਰਾ ਇੰਨਾ ਪਤਾ ਲੱਗ ਗਿਆ, ਗੱਲ ਫਿਰ ਵੀ ਨਹੀਂ ਬਣਨੀ ਪਾਈ। ਮੁਲਾਕਾਤ ਕਿੱਥੇ ਹੋਣੀ ਹੈ ਮਾਲਕ ਦੇ ਨਾਲ? ਕਿੱਥੇ ਮਿਲਣਾ ਹੈ ਉਹਨਾਂ ਨੇ? ਆਕਾਸ਼ ਰੂਪ 'ਚ ਹੈ ਤੇ ਕਿਵੇਂ ਮਿਲਾਂਗੇ ਆਪਾਂ ਉਸ ਆਕਾਸ਼ ਰੂਪ ਨੂੰ, ਮਾਲਕ ਨੂੰ? ਠੀਕ, ਬਹੁਤ ਵਧੀਆ ਵੀਰ ਜੀ, ਤੁਹਾਡੀ ਗੱਲ ਵੀ ਅਸੀਂ ਵਿੱਚੇ ਲੈ ਲੈਂਦੇ ਹਾਂ। ਉਹਨੂੰ ਕਿਵੇਂ ਮਿਲਾਂਗੇ ਫਿਰ ਆਕਾਸ਼ ਰੂਪ ਨੂੰ? ਕਿਉਂਕਿ ਉਹ ਤਾਂ ਜਿਹੜਾ ਹੈਗਾ ਆਕਾਸ਼ ਰੂਪ ਕਹਿ ਲਓ, ਉਹਨੂੰ ਕਹਿ ਲਓ ਤੁਸੀਂ, ਜਿਹੜਾ ਹੈਗਾ ਨੂਰ ਕਹਿ ਲਓ। ਬਾਕੀ ਚਾਰੇ ਤੱਤ ਛੱਡ ਕੇ ਮਿਲਾਂਗੇ ਜੀ ਉਹਨੂੰ। ਦੇਖੋ ਹੁਣ ਕੀ ਕਹਿ ਰਿਹਾ, ਅੱਗੇ ਦੇਖੀਏ ਹੁਣ ਗਿਆਨ ਕੀ ਕਹਿ ਰਿਹਾ। ਇਹ ਤਾਂ ਆਪਾਂ ਆਪਣੀ ਗੱਲ ਕਰ ਰਹੇ ਹਾਂ, ਗਿਆਨ ਤਾਂ ਦੇਖੋ ਕੀ ਕਹਿੰਦਾ ਹੈ। ਨਿਰਗੁਣ ਹਰੀਆ ਸਰਗੁਣ ਧਰਿਆ ਅਨਕ ਕੋਠਰੀਆ ਪਿੰਨ 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 ਕਰੀਆ ਵਿੱਚ ਮਨ ਕੋਟਵਰੀਆ। ਕਹਿੰਦੇ ਜਿਹੜੀ ਤੇਰੀ ਚੌਕੀ ਹੈਗੀ ਨਾ, ਜਿਹੜਾ ਤੇਰਾ ਪੁਲਿਸ ਚੌਕੀ ਹੈਗੀ ਆ, ਇਹ ਸਰੀਰ ਤੇਰਾ ਜਿਹੜਾ ਹੈਗਾ, ਇਹਦੇ ਅੰਦਰ ਜਿਹੜਾ ਹੈਗਾ ਤੈਨੂੰ ਵੜਨਾ ਪਊਗਾ। ਔਰ ਇਹ ਚੌਕੀ ਦਾ ਇੰਚਾਰਜ ਜਿਹੜਾ ਹੈਗਾ ਉਹ ਮਨ ਹੈਗਾ। ਕੋਟਵਰੀਆ, ਕੋਟਵਰੀਆ ਕਹਿੰਦੇ ਆ ਕੋਤਵਾਲੀ ਦਾ ਇੰਚਾਰਜ, ਥਾਣੇਦਾਰ। ਆ ਖੜਾ ਹੈ ਪਤੰਦਰ, ਨਹੀਂ ਜਾਣ ਦਿੰਦਾ। ਆ ਜਾਓ, ਜਿਹੜਾ ਮਰਜ਼ੀ ਜਿਹੜਾ ਹੈਗਾ ਆ ਕੇ ਇਹਨਾਂ ਲੜ ਕੇ ਦੇਖ ਲਓ, ਕਰ ਲਓ, ਵੜੋ ਅੰਦਰ, ਦਿੰਦਾ ਹੈ ਵੜਨ ਨੂੰ ਤੁਹਾਨੂੰ। ਵਿੱਚ ਮਨ ਕੋਟਵਰੀਆ, ਇਹ ਹੈਗਾ ਮਨ ਜੀਤੇ ਜਗ ਜੀਤ। ਆਹ ਕੋਤਵਾਲ ਨੂੰ ਜਿੱਤਣਾ ਹੈ, ਆਹ ਗੇਮ ਹੈਗੀ ਭਾਈ। ਰੋਜ਼ ਟਰਾਈ ਕਰਨੀ ਹੈ, ਰੋਜ਼ ਟਰਾਈ ਕਰਨੀ ਹੈ। ਇਹ ਕੋਤਵਾਲ ਜਿਹੜਾ ਹੈਗਾ ਕਿਤੇ ਨਾ ਕਿਤੇ ਫਿਰ ਫਸਾ ਦਿੰਦਾ ਹੈ ਵਿਚਾਰਾਂ ਦੇ ਵਿੱਚ। ਦੇਖ ਲਓ ਭਾਈ,
ਆ ਤਾਂ ਨਵੀਂ ਚੀਜ਼ ਪਤਾ ਲੱਗੀ ਹੈ, ਨਵੀਂ ਚੀਜ਼ ਹੈਗੀ ਹੈ। ਦੇਖ ਲਓ, ਬਿਲਕੁਲ ਨਵਾਂ, ਬਿਲਕੁਲ ਆ ਤਾਂ ਪਤਾ ਹੀ ਨਹੀਂ ਕਦੀ। ਅਸੀਂ ਤਾਂ ਤੀਸਰੀ ਵਾਰੀ ਜਿਹੜਾ ਹੈਗਾ ਇਸ ਤਰੀਕੇ ਦੇ ਨਾਲ ਜਿਹੜਾ ਹੈਗਾ ਵਿਚਾਰ ਕਰ ਰਹੇ ਹਾਂ। ਪਤਾ ਨਹੀਂ ਕਿਵੇਂ ਐਸਕੇਪ ਹੁੰਦੀ ਚਲੀ ਗਈ, ਜਾਂ ਮਾਲਕ ਦੀ ਮਰਜ਼ੀ ਹੈ ਭਾਈ ਕਦੋਂ ਦੇਣੀ ਹੈ ਭਾਈ। ਉਦੋਂ ਆਪਾਂ ਅਧਿਕਾਰੀ ਨਹੀਂ ਸੀਗੇ, ਨਹੀਂ ਇਹ ਗੱਲ ਪਤਾ ਲੱਗੀ। ਭਾਜੀ ਇੱਕ ਦਿਨ ਕਿਸੇ ਨੇ ਗੁਰਬਾਣੀ ਵਿਚਾਰ 'ਚ ਉਹ ਪਿਕਚਰ 'ਚ ਬਣਾ ਕੇ ਭੇਜੀ ਕਿ ਜਿਹਦੇ ਵਿੱਚ ਗੱਭੇ ਮਾਨਿਆ ਆਲੇ ਦੁਆਲੇ 10 ਗਿਆਨ ਇੰਦਰੀਆਂ ਤੇ ਕਰਮ ਇੰਦਰੀਆਂ ਆ ਤੇ ਨਾਲ ਕਾਮ ਕ੍ਰੋਧ ਬੈਠੇ ਆ। ਮਤਲਬ ਉਹ ਅੰਦਰ ਨਹੀਂ ਜਾਣ ਦਿੰਦੇ ਮਨ ਨੂੰ ਮਿਲਣ ਲਈ। ਇਹ ਮਤਲਬ ਉਹ ਹੋਈ ਰਸਤਾ ਭਟਕਾਈ ਰੱਖਦੇ ਆ। ਹੁਣ ਦੇਖੋ ਜੀਵ ਦੇ ਸਵਾਦ ਹੀ ਸਾਡੇ ਉਹੀ ਲੈ ਜਾਂਦੇ ਸਾਨੂੰ ਬਾਹਰ, ਬਿਲਕੁਲ ਦੇਖਿਆ ਜਾਵੇ। ਆਪਾਂ ਜਿਹੜੇ ਹੈ ਬਾਕੀ ਹਾਂਜੀ ਸੌਰੀ ਨਹੀਂ ਕੋਈ ਗੱਲ ਨਹੀਂ। ਇਹ ਨਾ ਆਪਾਂ ਇੱਕ ਚੀਜ਼ ਨੂੰ ਫੜ ਲੈਂਦੇ ਹਾਂ, ਕੰਸੋਲੀਡੇਟ ਚੀਜ਼ ਲਈਏ। ਕੰਸੋਲੀਡੇਟ ਜਿਹੜੀ ਹੈਗੀ ਆਪਾਂ ਕਰੀਏ ਕਿ ਮਨ ਪਤੰਦਰ ਹੈਗਾ ਭਾਈ। ਹੁਣ ਆਪਾਂ ਇੱਕ ਨੂੰ ਫਿਰ 10 ਪਈ ਗਿਆਨ ਇੰਦਰੀਆਂ ਨੂੰ ਫੜਾਂਗੇ ਤੇ ਫਿਰ ਇਹ ਤਾਂ ਮਨ ਹੈਗਾ ਮੇਨ ਕੰਟਰੋਲਰ ਗਿਆਨ ਇੰਦਰੀਆਂ ਦਾ। ਮਨ ਕੰਟਰੋਲ 'ਚ ਆ ਗਿਆ ਤੇ ਗਿਆਨ ਇੰਦਰੀਆਂ ਤੇ ਕਰਮ ਇੰਦਰੀਆਂ ਸਾਰੀਆਂ ਦੇ ਸਾਰੀਆਂ, ਇਹ ਕਾਮ ਕ੍ਰੋਧ ਲੋਭ ਅਹੰਕਾਰ ਸਾਰੇ ਦੇ ਸਾਰੇ ਜਿਹੜੇ ਚੇਨ, ਪੂਰੀ ਚੇਨ ਹੀ ਜਿਹੜੀ ਹੈਗੀ ਰੁਕ ਗਈ, ਸਾਰੀ ਦੀ ਸਾਰੀ ਚੇਨ। ਇਹ ਥਾਣੇਦਾਰ ਉਹਦਾ ਮੁਖੀ ਹੈ ਜਿਹੜਾ ਮੁਖੀ ਹੈ ਨਾ ਜੀ, ਥਾਣੇਦਾਰ ਜਿਹੜਾ ਉਹਨੂੰ ਫੜਨਾ ਹੈ, ਬਸ ਉਹਦੇ ਅੰਦਰ ਵੜਨਾ ਹੈ, ਬਸ ਇਹੀ ਕਹਿਣਾ। ਤਾਂ ਹੀ ਕਹਿੰਦੀ ਹੈ ਬਾਣੀ ਬਾਰ-ਬਾਰ ਵੀ ਮਨ ਦੇ ਵਿੱਚ ਵੜ, ਮਨ ਨੂੰ ਨਾ ਛੱਡ, ਮਨ ਨੂੰ ਨਾ ਛੱਡ। ਮਨ ਛੱਡਤਾ ਤੇ ਗੱਲ ਬਸ ਆਪਾਂ ਫਿਰ ਜਿਹੜਾ ਹੈਗਾ ਲੌਂਗ ਪ੍ਰੋਸੈਸ ਹੈ। ਭਗਤੀ ਕਰਨੀ ਹੈ ਤੇ ਮਨ ਨੂੰ ਨਾਲ ਲੈ ਕੇ ਕਰਨੀ। ਮੀਟਿੰਗ ਪੁਆਇੰਟ ਇਜ਼ ਇਨਸਾਈਡ। ਕਿਉਂਕਿ ਜਿਹੜਾ ਅੰਦਰ ਜਾ ਕੇ ਮਿਲਣਾ ਇੱਕੋ ਹੀ ਤਰੀਕਾ ਆ ਕਿ ਸ਼ਬਦ ਮਹਾਰਾਜ ਦਾ ਹੋਵੇ ਔਰ ਤੂੰ ਉਹਦੇ ਨਾਲ ਯੁੱਧ ਕਰੇ। ਜਿੱਦਾਂ ਮਤਲਬ ਕਹਿੰਦੇ ਨਹੀਂ ਕਿ ਪਹਿਲਾਂ ਇਹ ਗਿਆਨ ਇੰਦਰੀਆਂ ਕਰਮ ਇੰਦਰੀਆਂ ਤੋਂ ਵੀ ਰਾਹ ਛੱਡ ਕੇ ਤਾਂ ਉਹਦੇ ਨਾਲ ਕੁਛ ਸਿੱਧਾ ਟੈਕਲ ਹੋਵੇ। ਔਰ ਜਿਸ ਲਈ ਤੁਸੀਂ ਉਹਦੇ ਨਾਲ ਵਾਰਤਾਲਾਪ ਮੰਗਣਾ ਸ਼ੁਰੂ ਕਰ ਲੈਣੇ ਤਾਂ ਫਿਰ ਬਾਕੀ ਉਹਦੇ ਕਰਿੰਦੇ ਜਿਹੜੇ ਚੁੱਪ ਕਰ ਜਾਂਦੇ ਆ। ਮਨ ਜਿਹੜਾ ਹੈਗਾ ਭਾਈ, ਮਨ ਵਿਚਾਰ ਹੀ ਹੈਗੇ ਆ। ਮਨ ਵਿਚਾਰ ਹੀ ਹੈਗੇ ਤੁਹਾਡੇ, ਹੋਰ ਮਨ ਕੋਈ ਫਿਜ਼ੀਕਲ ਥੋੜੀ ਨਾ ਹੈਗਾ। ਮਨ ਵਿਚਾਰ ਹੀ ਹੈਗੇ ਤੁਹਾਡੇ। ਵਿਚਾਰਾਂ ਦਾ ਸਮੂਹ ਜਿਹਨੂੰ ਕਹਿ ਦਿੰਦੇ ਆ, ਇਕੱਠਾ ਹੋਇਆ। ਹਾਂ ਬਸ ਆਹੀ ਤਾਂ ਹੈ ਮਨ, ਇਹੀ ਤਾਂ ਮੈਲ ਹੈਗੀ ਆ। ਹਾਂ ਭਾਜੀ ਇਹ ਤਾਂ ਕਹਿਣਾ ਹੈ, ਇਹੀ ਤਾਂ ਸੂਖਸ਼ਮ ਚੀਜ਼ਾਂ ਆ ਮਤਲਬ ਜਿਹੜੀਆਂ, ਕਿਉਂਕਿ ਉਹਨੂੰ ਤੁਸੀਂ ਏਦਾਂ ਨਹੀਂ ਕਹਿ ਸਕਦੇ ਕੋਈ ਜਗ੍ਹਾ ਇੱਕ ਬੰਦਾ ਬੈਠਾ ਹੈ ਮਨ ਜਾ ਕੇ ਅੰਦਰ। ਉਹ ਸੂਖਸ਼ਮ ਵਿਚਾਰ ਹੀ ਆ ਜਿਨ੍ਹਾਂ ਨੂੰ ਤੂੰ ਬੰਦ ਕਰਨਾ ਪਰਮਾਤਮਾ ਦੇ ਨਾਮ ਨਾਲ, ਵਾਹਿਗੁਰੂ ਦੇ ਨਾਮ ਨਾਲ, ਹੋਰ ਕਿਸੇ ਚੀਜ਼ ਨਾਲ ਨਹੀਂ ਉਹ ਬੰਦ ਹੋਣੇ। ਔਰ ਤੁਹਾਨੂੰ ਪੂਰਾ ਭਰੋਸਾ ਆਵੇ ਵਾਹਿਗੁਰੂ ਦਾ ਨਾਮ ਹੀ ਆ, ਗੁਰੂ ਨੇ ਤੈਨੂੰ ਲੈ ਕੇ ਜਾਣਾ ਆ ਉਹ ਤੋਂ ਉਹਨਾਂ ਵਿਚਾਰਾਂ ਤੋਂ, ਮਤਲਬ ਤੇਰਾ ਛੁਟਕਾਰਾ ਕਰਵਾਉਣਾ ਔਰ ਤਾਂ ਤੂੰ ਅੰਦਰ ਜਾ ਸਕਦਾ, ਆਪਣੀ ਉਸ ਅੰਮ੍ਰਿਤ ਤੱਕ ਪਹੁੰਚਣ ਦੀ ਤੇਰੀ ਪਹੁੰਚ ਹੋ ਸਕਦੀ। ਆਪਣੇ ਚਿਰੰਜੀਵ ਜੀ ਦੇਖੋ, ਆਪਾਂ ਹੁਣ ਜਿਹੜਾ ਹੈਗੇ ਵਾਹਿਗੁਰੂ ਜਿਹੜਾ ਹੈਗਾ ਇਹ ਤਾਂ ਸਟਾਰਟਿੰਗ ਪੁਆਇੰਟ ਹੈਗਾ। ਪਰਮਾਤਮਾ ਦਾ ਕੋਈ ਨਾਮ ਥੋੜ੍ਹੀ ਨਾ ਹੈਗਾ। ਇਹ ਯਾਤਰਾ ਸ਼ੁਰੂ ਕਰਨ ਵਾਸਤੇ ਹੈਗਾ। ਆਪਾਂ ਜਿਹੜੇ ਡਾਇਰੈਕਟ ਜੇ ਵਿਚਾਰ ਤੁਸੀਂ ਬੰਦ ਕਰਨੇ ਸ਼ੁਰੂ ਕਰ ਦਿਓ, ਕੁਛ ਵੀ ਨਾ ਬੋਲੋ, ਤੇ ਫਿਰ ਕੀ ਆਪਾਂ ਪਹੁੰਚਾਂਗੇ? ਨਹੀਂ, ਫਿਰ ਸਗੋਂ ਜਲਦੀ ਪਹੁੰਚ ਜਾਵਾਂਗੇ ਜੇ ਆਪਾਂ ਜਿਹੜੇ ਹੈਗੇ ਆ, ਕਿਉਂਕਿ ਅਲਟੀਮੇਟਲੀ ਜਿਹੜਾ ਹੈਗਾ ਵਾਹਿਗੁਰੂ ਅੱਖਰ ਵੀ ਡ੍ਰੌਪ ਕਰਨਾ ਪਊਗਾ। ਉਹ ਤਾਂ ਮੈਂ ਤੁਹਾਡੇ ਨਾਲ ਭਾਜੀ ਐਗਰੀ ਹਾਂ। ਜਿਸ ਲਈ ਮੈਂ ਤੁਹਾਨੂੰ ਕਹਿੰਦਾ ਕਿ ਇਨੀਸ਼ੀਅਲ ਸਟੇਜ ਹਰ ਬੰਦੇ ਦੀ 0 ਤੋਂ ਸਟਾਰਟ ਹੋ ਕੇ ਪਹੁੰਚਣਾ, ਮਤਲਬ ਜਿੱਦਾਂ ਪ੍ਰੋਗਰੈਸ ਆਈ ਜਾਂਦੀ ਆ, ਵਿਚਾਰ ਤੁਹਾਡੇ ਬੰਦ ਹੋਣੇ ਸ਼ੁਰੂ ਹੋ ਜਾਂਦੇ ਆ, ਕਿਉਂਕਿ ਤੁਹਾਡੇ ਅੰਦਰ ਉਹ ਪਰਮਾਤਮਾ ਦੇਖੋ। ਹੁਣ ਗਿਆਨ ਤਾਂ ਸਾਰਾ ਤੁਸੀਂ ਦੱਸੀ ਜਾਂਦੇ ਆ ਕਿ ਜਿਹੜੇ ਬਾਹਰ ਜਾਣਾ ਉਹ ਭੂਲ ਭੁਲਈਆ, ਜਿਹੜਾ ਅੰਦਰ ਜਾਣਾ ਮਾਲਕ ਨੂੰ ਮਿਲਣ ਦਾ ਉਹ ਇੱਕ ਤਰੀਕਾ ਆਪਣੇ ਵਿਚਾਰਾਂ ਨੂੰ ਬੰਦ ਕਰਕੇ। ਚਲੋ ਆਪਾਂ ਅੱਗੇ ਵਧੀਏ, ਨਹੀਂ ਤਾਂ ਫਿਰ ਜਿਹੜੀ ਨਾ ਇਹ ਡਿਸਕਸ਼ਨ ਲੰਬੀ ਹੋ ਜਾਂਦੀ ਆ। ਇਹ ਬਿਲਕੁਲ ਤੁਹਾਡੀ ਗੱਲ ਠੀਕ ਆ। ਮਨ ਜਿਹੜਾ ਹੈਗਾ ਵਿਚਾਰ ਹੈਗੇ ਆ, ਇਹ ਕੋਤਵਾਲ ਹੈਗਾ ਆ। ਅਤੇ ਅਗਲੀ ਲਾਈਨ ਤਾਂ ਆਪਾਂ ਲੈ ਹੀ ਨਹੀਂ ਰਹੇ ਹਾਲੇ। ਜਿਹੜਾ ਹੈਗਾ ਬੰਦ ਪੂਰਾ ਹੀ ਨਹੀਂ ਹੋ ਰਿਹਾ, ਬੰਦ ਦੇ ਵਿੱਚ ਹੀ ਲੱਗ ਗਏ ਆਪਾਂ। ਨਿਰਗੁਣ ਹਰੀਆ ਸਰਗੁਣ ਧਰੀਆ, ਅਨਿਕ ਕੋਠਰੀਆ, ਪਿੰਨ 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 ਕਰੀਆ, ਵਿੱਚੇ ਮਨ ਕੋਟ ਵਰੀਆ, ਨਿਜ ਮੰਦਰ ਪਿਰੀਆ। ਅੰਦਰ
ਨਿਜ ਮੰਦਰ ਹਿਰਦੇ ਦੇ ਵਿੱਚ ਉਹ ਮਾਲਕ ਪਰਮਾਤਮਾ ਹੈਗਾ। ਬਾਹਰ ਕੋਤਵਾਲੀ ਜਿਹੜੀ ਕੋਤਵਾਲ ਜਿਹੜਾ ਹੈਗਾ ਬਾਹਰ ਹੈਗਾ। ਇਹਦੇ ਜਿਹੜੇ ਹੈਗੇ ਉਹ ਜਿਹੜੀਆਂ ਗਿਆਨ ਇੰਦਰੀਆਂ ਕਰਮ ਇੰਦਰੀਆਂ ਇਹਦੇ ਕਰਿੰਦੇ ਹੈਗੇ ਸਾਰੇ ਦੇ ਸਾਰੇ। ਔਰ ਕਾਮ ਕ੍ਰੋਧ ਲੋਭ ਮੋਹੰਕਾਰ ਇਹ ਇਹਨਾਂ ਨੇ ਚੋਗਾ ਪਾਇਆ ਹੋਇਆ। ਦੁਨੀਆ ਦੇ ਪਦਾਰਥ ਰਸ ਕਾ ਸਾਰੇ ਦੇ ਸਾਰੇ ਇਹਦੇ ਕੰਟਰੋਲ ਦੇ ਵਿੱਚ ਹੈਗੇ ਆ। ਵਿੱਚ ਮਨ ਕੋਟ ਵਰੀਆ ਨਿਜ ਮੰਦਰ ਪ੍ਰਿਆ ਉਹ ਪਿਆਰਾ ਉਹ ਤਾਂ ਅੰਦਰ ਬੈਠਾ ਹੈ ਮਾਲਕ ਪਰਮਾਤਮਾ ਆਤਮਾ ਅੰਦਰ ਹੈ ਆਪਣੀ। ਤਹਾਂ ਆਨੰਦ ਕਰੀਆ ਕਹਿੰਦੇ ਉੱਥੇ ਆਨੰਦ ਹੈਗਾ, ਉੱਥੇ ਅੰਮ੍ਰਿਤ ਹੈਗਾ, ਉੱਥੇ ਆਨੰਦ ਹੈਗਾ। ਨਹਿ ਮਰੀਆ ਨਹਿ ਜਰੀਆ ਜਨਮ ਮਰਨ ਦਾ ਗੇੜਾ ਖਤਮ, ਬੁਢੇਪਾ ਵੀ ਖਤਮ। ਜਰੀਆ ਮਤਲਬ ਜਰ। ਆ ਦੇਖ ਲਓ ਭਾਈ ਨਿਰਗੁਣ ਹਰੀਆ ਇੱਕ ਵਾਰੀ ਫਿਰ ਲਈਏ ਇਸ ਚੀਜ਼ ਨੂੰ। ਇਹਦੇ ਵਿੱਚ ਤਾਂ ਬਹੁਤ ਬਹੁਤ ਤਗੜੀ ਸੇਧ ਆਈ ਹੈ। ਨਿਰਗੁਣ ਹਰੀਆ ਸਰਗੁਣ ਧਰੀਆ ਅਨੇਕ ਕੋਠਰੀਆ ਭਿੰਨ 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 ਕਰੀਆ ਵਿੱਚ ਮਨ ਕੋਟਵਰੀਆ ਨਿਜ ਮੰਦਰ ਪ੍ਰਿਆ ਤਹਾਂ ਆਨੰਦ ਕਰੀਆ ਨਹਿ ਮਰੀਆ ਨਹਿ ਜਰੀਆ। ਕੀਰਤਨ ਜੁਰੀਆ ਬਹੁ ਬਿਦ ਫਿਰੀਆ ਪਰ ਕੋ ਹਿਰੀਆ। ਹੁਣ ਇੱਥੇ ਜਿਹੜਾ ਹੈਗਾ ਕੀਰਤਨ ਦੇ ਵਿੱਚ ਜੁੜ ਜਾਓ। ਇੱਥੇ ਕੀਰਤਨ ਵਾਲੀ ਤਾਂ ਗੱਲ ਹੀ ਨਹੀਂ ਹੈਗੀ ਹੋ ਰਹੀ। ਇੱਕ ਜਿਹੜਾ ਨੁਕਤਾ ਯਾਦ ਰੱਖੋ ਵੀ ਬਾਣੀ ਦੇ ਵਿੱਚ ਜਿਹੜਾ ਹੈਗਾ ਕੀਰਤਨ ਵਰਡ ਆਊਗਾ ਤੇ ਉਹ ਬਿਹਾਰੀ ਦੇ ਨਾਲ ਆਊਗਾ, ਸਿਆਰੀ ਦੇ ਨਾਲ ਕਦੀ ਵੀ ਨਹੀਂ ਆਏਗਾ। ਇਹ ਕੀਰਤਨ ਨਹੀਂ ਹੈਗਾ, ਇਹ ਕਿਰਤ ਨੇ। ਕਹਿੰਦੇ ਆਪਾਂ ਹੁਣ ਕੀ ਕਰ ਰਹੇ ਹਾਂ? ਕਹਿੰਦੇ ਆਪਾਂ ਕਰਤੇ ਦੇ ਨਾਲ ਨਹੀਂ ਜੁੜੇ ਹੋਏ, ਕੀਰਤਨੇ ਦੇ ਨਾਲ ਜੁੜੇ ਹੋਏ ਹਾਂ। ਕਰਤੇ ਦੀ ਕਿਰਤ ਦੇ ਨਾਲ ਜੁੜੇ ਹੋਏ ਹਾਂ। ਇੱਥੇ ਕਿਰਤ ਨਾਲ ਵਾਸਤੇ ਜਿਹੜਾ ਨੰਨੇ ਦੀ ਸਿਆਰੀ ਕਰਤੀ, ਕਿਰਤ ਨਹੀਂ ਲਿਖਿਆ, ਕਿਰਤ ਚੁਰੀਆ ਉਹ ਗੱਲ ਨਹੀਂ ਬਣਨੀ। ਕਿਰਤ ਦੇ ਨਾਲ ਜੁੜੇ ਹੋਏ ਹਾਂ ਆਪਾਂ। ਕਿਰਤ ਨੇ ਜੁਰੀਆ ਇਹ ਕਿਰਤ ਹੈਗੀ, ਕਿਰਤ ਇਹ ਸਮਝ ਲਈਏ ਅੱਖਰ ਜਿਹੜਾ ਹੈ ਕਿਰਤ ਨੇ ਹੈ। ਕਿਰਤ ਨੇ ਜੁਰੀਆ ਬਹੁ ਬਿਦ ਫਿਰਿਆ। ਬਸ ਇਸ 'ਚ ਫਿਰ ਭਟਕੀ ਜਾ ਰਹੇ, ਅਨੇਕ ਤਰੀਕੇ ਦੇ ਨਾਲ ਘੁੰਮੀ ਜਾ ਰਹੇ, ਫਿਰੀ ਜਾ ਰਹੇ। ਔਰ ਕੀ ਕਰਦੇ ਆ? ਕਿਰਤ ਦੇ ਨਾਲ ਜੁੜ ਕੇ। ਕਿਰਤ ਚੰਗੀ ਲੱਗਦੀ ਹੈ, ਕਰਤਾ ਚੰਗਾ ਨਹੀਂ ਲੱਗਦਾ। ਦਾਤ ਪਿਆਰੀ ਵਿਸਰਿਆ ਦਾਤਾਰਾ ਪਰ ਕੋ ਹਿਰਿਆ। ਬਸ ਪਰਾਈ ਚੀਜ਼ ਜਿਹੜੀ ਹੈ ਦੂਸਰੇ ਦੀ ਜਿਹੜੀ ਹੈਗੀ, ਪਰਾਈ ਦੂਸਰੇ ਦੀ ਨਹੀਂ, ਜੋ ਮਾਲਕ ਤੋਂ ਅਲੱਗ ਹੈਗੀ ਆ। ਮਾਲਕ ਨੇ ਧੋਖੇ ਵਾਸਤੇ ਪਾਈ ਹੋਈ, ਉਹਨੂੰ ਕਹਿੰਦੇ ਆ ਇਕੱਠਾ ਕਰ ਰਹੇ ਹਾਂ ਆਪਾਂ, ਹਿਰ ਰਹੇ ਹਾਂ, ਉਹਨੂੰ ਚੁਰਾ ਰਹੇ ਹਾਂ। ਬਿਖ ਨਾ ਕਿਰਿਆ ਔਰ ਇਹ ਬਿਖ ਦੇ ਨਾਲ ਜ਼ਹਿਰ ਦੇ ਨਾਲ ਕਿਰੇ ਪਏ ਆ ਪੂਰੀ ਤਰ੍ਹਾਂ। ਅਬ ਸਾਧੂ ਸੰਗ ਭਰੀਆ ਕਹਿੰਦੇ ਹੁਣ ਮੈਨੂੰ ਬ੍ਰਹਮ ਗਿਆਨੀ ਮਿਲ ਗਿਆ ਭਾਈ, ਮੇਰਾ ਗੁਰੂ ਮਿਲ ਗਿਆ। ਮੇਰਾ ਗੁਰੂ ਮੈਨੂੰ ਨਹੀਂ ਜਾਣ ਦਿੰਦਾ ਉੱਧਰ। ਇਹ ਗੁਰੂ ਦੀ ਮੱਤ ਜਿਹੜੀ ਹੈਗੀ ਇਹ ਡੰਡੇ ਹੈਗੇ, ਗੁਰੂ ਤਾਂ ਡੰਡਾ ਮਾਰਦਾ ਨਹੀਂ। ਅਬ ਸਾਧੂ ਸੰਗ ਭਰੀਆ ਹਰ ਦੁਆਰੇ ਖਰੀਆ। ਪਹੁੰਚ ਗਿਆ ਦੁਆਰ ਦੇ ਉੱਤੇ, ਦਸਮ ਦੁਆਰ ਦੇ ਉੱਤੇ। ਦਰਸ਼ਨ ਕਰੀਆ ਨਾਨਕ ਗੁਰ ਮਿਰਿਆ। ਕਹਿੰਦੇ ਮੈਂ ਤਾਂ ਦਰਸ਼ਨ ਕਰ ਰਿਹਾ, ਮੈਨੂੰ ਗੁਰੂ ਮਿਲ ਗਿਆ। ਬਾਹਰ ਨਾ ਫਿਰਿਆ। ਮੈਂ ਨਹੀਂ ਹੁਣ ਫਿਰਦਾ ਮਾਇਆ ਦੇ ਵਿੱਚ, ਪਦਾਰਥਾਂ ਦੇ ਵਿੱਚ, ਆਕਾਰ ਦੇ ਵਿੱਚ, ਕਿਰਤ ਦੇ ਵਿੱਚ। ਇਹ ਤਾਂ ਕਮਾਲ ਦਾ ਸ਼ਬਦ ਹੈ ਜੀ, ਕਮਾਲ ਦਾ ਹੈਗਾ। ਪਹਿਲਾ ਹੀ ਸ਼ਬਦ ਹੈਗਾ ਲੜੀ ਦਾ ਪਹਿਲਾ ਮੋਤੀ। ਬਾਕੀ ਮੋਤੀਆਂ 'ਚ ਕੀ ਹੋਊਗਾ? ਇੱਕ ਵਾਰੀ ਪੂਰੀ ਜਿਹੜਾ ਇਹਨੂੰ ਇੱਕ ਵਾਰੀ ਲੈ ਲਈ ਆਪਾਂ ਨੂੰ, ਕਾਹਲੀ ਨਹੀਂ ਹੈਗੀ। ਰਾਗ ਸੂਹੀ ਮਹਲਾ ਪੰਜਵਾਂ ਘਰ ਪੰਜਵਾਂ ਪੜਤਾਲ। ਇੱਕ ਓਂਕਾਰ ਸਤਿਗੁਰ ਪ੍ਰਸਾਦ। ਪ੍ਰੀਤ ਗੁਰੀਆ ਮੋਹਨ ਲਾਲਨਾ। ਮੋਹਨ ਲਾਲ ਦੇ ਨਾਲ ਪ੍ਰੀਤ ਸਭ ਤੋਂ ਵੱਡੀ ਹੈਗੀ ਗੁਰੀ। ਜਪ ਮਨ ਗੋਬਿੰਦ ਏਕੈ ਅਵਰ ਨਹੀਂ ਕੋ ਲੇਖੈ। ਸੰਤ ਲਾਗ ਮਨੇ ਛਾੜ ਦੁਬਦਾ ਕੀ ਕੁਰੀਆ ਰਹਾਓ। ਇਹ ਮੇਰੇ ਮਨਾ ਬਸ ਉਸ ਮਾਲਕ ਗੋਬਿੰਦ ਨੂੰ ਇੱਕ ਨੂੰ ਸਿਮਰਨ ਕਰ ਲਾ, ਜਪ ਲਾ, ਹੋਰ ਕੋਈ ਚੀਜ਼ ਲੇਖੇ ਨਹੀਂ ਹੈ। ਸੰਤ ਦੇ ਮਗਰ ਲੱਗ ਜਾ,
ਮਨ ਤੋਂ ਦੁਬਿਧਾ ਛੱਡ ਦੇ, ਇਹ ਦੁਬਿਧਾ ਦੀ ਪਗਡੰਡੀਆਂ ਛੱਡ ਦੇ। ਰਹਾਓ ਨਿਰਗੁਣ ਹਰੀਆ ਸਰਗੁਣ ਧਰੀਆ, ਅਨੇਕ ਕੋਠਰੀਆ ਭਿੰਨ 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 ਕਰੀਆ। ਉਹ ਹਰੀ, ਉਹ ਮਾਲਕ ਪਰਮਾਤਮਾ ਚੌਥੇ ਗੁਣ 'ਚ ਹੈਗਾ, ਤ੍ਰਿਗੁਣੀ ਤੋਂ 3 ਗੁਣਾਂ ਤੋਂ ਬਾਹਰ ਹੈਗਾ। ਉਹ ਬਾਕੀ ਸਾਰਾ ਆਕਾਰ ਹੈਗਾ। ਸਰਗੁਣ 3 ਗੁਣੀ ਮਾਇਆ ਦੇ ਵਿੱਚ ਪੇਸ਼ ਕੀਤਾ ਹੈ ਮਾਲਕ ਨੇ। ਸਾਰੇ ਸਜਾ ਕੇ ਭਿੰਨ ਭਿੰਨ ਕੋਠੀਆਂ ਬਣਾਈਆਂ ਹੋਈਆਂ ਆਪਣੇ ਸਾਹਮਣੇ। ਤਰ੍ਹਾਂ ਤਰ੍ਹਾਂ ਦੇ ਜੀਵ ਅਲੱਗ ਅਲੱਗ ਨਜ਼ਰ ਆਉਂਦੇ ਆਪਾਂ ਨੂੰ। ਵਿੱਚ ਮਨ ਕੋਟ ਵਰੀਆ, ਮਨ ਜਿਹੜਾ ਹੈਗਾ ਕੋਤਵਾਲੀ ਦਾ ਇੰਚਾਰਜ ਹੈ। ਇਸ ਸਰੀਰ ਦਾ ਇੰਚਾਰਜ ਮਨ ਦੇ ਕੋਲ ਚਾਰਜ ਹੈਗਾ। ਇਹਦਾ ਮਨ ਜਿਹੜਾ ਹੈਗਾ ਵਿਚਾਰਾਂ ਦਾ ਸਮੂਹ ਹੈਗਾ, ਵਿਚਾਰ ਹੈਗੇ। ਨਿਜ ਮੰਦਰ ਪਿਰਿਆ, ਅੰਦਰ ਮਾਲਕ ਪਰਮਾਤਮਾ ਹੈਗਾ। ਆਤਮਾ ਆਪਣੀ ਅੰਦਰ ਹੈਗੀ। ਮਨ ਜਿਹੜਾ ਹੈਗਾ ਨਹੀਂ ਜਾਣ ਦਿੰਦਾ, ਆਤਮਾ ਤੱਕ ਦਰਸ਼ਨ ਹੀ ਨਹੀਂ ਕਰਨ ਦਿੰਦਾ। ਆਤਮਾ ਦੇ ਕਾਲਕ ਪਈ ਆ ਉੱਥੇ ਵਿਚਾਰਾਂ ਦੀ। ਨਿਜ ਮੰਦਰ ਪਿਰਿਆ ਤਹਾਂ ਆਨੰਦ ਕਰੀਆ, ਉੱਥੇ ਹੈਗਾ ਆਨੰਦ, ਉੱਥੇ ਹੈਗਾ ਅੰਮ੍ਰਿਤ ਰਸ, ਉੱਥੇ ਹੈਗਾ ਜਨਮ ਮਰਨ ਤੋਂ ਮੁਕਤੀ। ਜੇ ਮਨ ਨੂੰ ਵੇਧ ਲਿਆ, ਜੇ ਵਿਚਾਰ ਬੰਦ ਕਰ ਲਏ, ਜੇ ਨਿਰਵਿਚਾਰ ਸਮਾਧੀ ਲੱਗਣ ਲੱਗ ਗਈ, ਨਹਿ ਮਰੀਆ ਨਹਿ ਜਰੀਆ, ਬਸ ਖਤਮ ਜਨਮ ਮਰਨ ਦਾ ਗੇੜਾ। ਜਰ ਬੁਢੇਪਾ, ਇਹ ਸਰੀਰ ਆਕਾਰ ਤੋਂ ਉੱਪਰ ਉੱਠ ਕੇ ਪਾਏ। ਵੇਦਤਾ ਮਨ ਨੂੰ ਕੀਰਤਨ ਜੁਰੀਆ, ਬਹੁ ਵਿਧ ਫਿਰਿਆ ਪਰ ਕੋਹਿ ਰਿਆ। ਪਰ ਪ੍ਰੋਬਲਮ ਸੀਗੀ ਸਾਡੀ ਵੀ ਅਸੀਂ ਜਿਹੜੇ ਹੈਗੇ ਕਿਰਤ ਦੇ ਨਾਲ ਜੁੜੇ ਹੋਏ ਸੀਗੇ। ਕਿਰਤ ਨੇ ਜੁਰੀਆ ਬਹੁ ਵਿਧ ਫਿਰਿਆ, ਔਰ ਬਾਰ ਪਿੱਛੇ ਇਹਦੇ ਪਿੱਛੇ ਹੀ ਮਾਇਆ ਦੇ ਪਿੱਛੇ ਭਟਕ ਰਹੇ ਹਾਂ ਕਿ ਕਿਰਤ ਦੇ ਪਿੱਛੇ ਜੋ ਦਿਸ ਰਿਹਾ, ਜੋ ਸਵਾਦ ਚੋਗਾ, ਜੋ ਕੁਛ ਵੀ ਹੈ ਆਕਾਰ, ਪਰ ਕੋਹਿ ਰਿਆ। ਇਸ ਪਰਾਈ ਨੂੰ ਆਪਾਂ ਇਕੱਠੀ ਕਰੀ ਜਾ ਰਹੇ। ਵਿਖਣਾ ਕਿਰਿਆ, ਵਿਖ ਦੇ ਵਿੱਚ ਘਿਰੇ ਪਏ ਆ ਪੂਰੇ। ਅਬ ਸਾਧੂ ਸੰਗ ਭਰੀਆ, ਹੁਣ ਮੈਨੂੰ ਬ੍ਰਹਮ ਗਿਆਨੀ ਮਿਲ ਗਏ ਭਾਈ, ਬ੍ਰਹਮ ਗਿਆਨ ਮਿਲ ਗਿਆ, ਮੇਰਾ ਗੁਰੂ ਮਿਲ ਗਿਆ ਮੈਨੂੰ। ਹਰ ਦੁਆਰੇ ਖਰੀਆ, ਗੁਰੂ ਨੇ ਦੁਆਰ ਤੇ ਲਿਆਤਾ, ਪਰਮੇਸ਼ਰ ਦੇ ਦੁਆਰ ਤੇ ਗੁਰੂ ਨੇ ਕਿਵਾੜ ਖੁਲਵਾਤਾ, ਦਸਮ ਦੁਆਰ। ਦਰਸ਼ਨ ਕਰੀਆ, ਮਾਲਕ ਦੇ ਦਰਸ਼ਨ ਹੋ ਗਏ, ਆਤਮਾ ਦੇ ਦਰਸ਼ਨ ਹੋ ਗਏ, ਮਨ ਖਤਮ ਹੋ ਗਿਆ। ਨਾਨਕ ਗੁਰ ਮਿਰਿਆ ਬਹੁਰ ਨਾ ਫਿਰਿਆ, ਮੈਨੂੰ ਗੁਰੂ ਮਿਲ ਗਿਆ ਤਾਂ ਹੋਇਆ ਇਹ ਸਾਰਾ ਕੁਛ। ਹੁਣ ਮੈਂ ਨਹੀਂ ਜਨਮ ਮਰਨ ਦੇ ਗੇੜ 'ਚ ਆਉਂਦਾ, ਨਹੀਂ ਫਿਰਦਾ। ਦੂਸਰਾ ਮੋਤੀ ਸੂਹੀ ਮਹਲਾ ਪੰਜਵਾਂ। ਰਾਸ ਮੰਡਲ ਕੀਨੋ ਆਖਾਰਾ ਸਗੜੋ। ਹਾਂਜੀ ਮੈਨੂੰ 1 ਮਿੰਟ ਦਿਓ ਜੀ, ਮੈਂ ਪ੍ਰੈਕਟੀਕਲ ਐਗਜ਼ਾਮਪਲ ਦੱਸਦਾ ਜੀ। ਹਾਂਜੀ ਜਿਵੇਂ ਇੱਕ ਪੇਸ਼ੈਂਟ ਆ ਜੀ, ਅਸੀਂ ਸਾਰੇ ਪੇਸ਼ੈਂਟ ਆ ਜੀ। ਉਹਨੂੰ ਸ਼ੂਗਰ ਦੀ ਬਿਮਾਰੀ ਲੱਗੀ ਆ ਜੀ ਪੇਸ਼ੈਂਟ ਨੂੰ। ਉਹਦਾ ਮਨ ਕਹਿੰਦਾ ਕਿ ਮੈਂ ਖਾਵਾਂ, ਪਰ ਮਨ ਤੇ ਕੰਟਰੋਲ ਨਹੀਂ ਹੈਗਾ ਸਾਡਾ ਕਿ ਮੈਂ ਖਾਣੀ ਆ। ਹੁਣ ਖਾਂਦੇ ਆ ਤਾਂ ਉਹ ਬਿਮਾਰੀ ਵੱਧਦੀ ਆ, ਘਟਦੀ ਨਹੀਂ ਹੈਗੀ। ਫਿਰ ਸਾਨੂੰ ਮਿਲਦਾ ਜੀ ਡਾਕਟਰ, ਗੁਰੂ, ਯਾਨੀ ਇੱਕ ਗੁਰੂ ਆ ਤੇ ਇੱਕ ਮਨ ਆ। ਅਗਰ ਮਨ ਦੇ ਆਖੇ ਲੱਗਾਂਗੇ ਸਾਡੀ ਬਿਮਾਰੀ ਵਧੂਗੀ। ਅਗਰ ਗੁਰੂ ਦੇ ਆਖੇ ਲੱਗਾਂਗੇ, ਗੁਰੂ ਕਹੂਗਾ ਵੀ ਸ਼ੂਗਰ ਨਹੀਂ ਖਾਣੀ, ਮਿੱਠਾ ਮਠਿਆਈ ਨਹੀਂ ਖਾਣੀ। ਅਗਰ ਅਸੀਂ ਗੁਰੂ ਕਹਿੰਦਾ, ਗੁਰੂ ਦੀ ਗੱਲ ਮੰਨਦੇ ਨਹੀਂ, ਅਸੀਂ ਮੰਨਦੇ ਆ ਤੇ ਸਾਡੀ ਬਿਮਾਰੀ ਨਹੀਂ ਹਟ ਸਕਦੀ। ਤੇ ਗੁਰੂ ਦੀ ਗੱਲ ਮੰਨਣੀ ਜ਼ਰੂਰੀ ਆ। ਗੁਰੂ ਦੀ ਗੱਲ ਮੰਨਣੀ ਹੀ ਗੁਰੂ ਦੀ ਸੇਵਾ ਹੈ ਜੀ। ਬਿਲਕੁਲ ਠੀਕ ਹੈ। ਗੁਰ ਕੀ ਟਹਿਲ, ਗੁਰੂ ਕੀ ਸੇਵਾ, ਗੁਰ ਕੀ ਆਗਿਆ ਪਾਣੀ। ਹਾਂਜੀ ਬਿਲਕੁਲ। ਮਤਲਬ ਜਿਹੜੀ ਆਗਿਆ ਮੰਨਣੀ ਉਹ ਬਹੁਤ ਜ਼ਰੂਰੀ ਆ ਜੀ। ਜੇ ਤੁਸੀਂ ਗੁਰੂ ਤੋਂ ਕੁਛ ਲੈਣਾ ਗਾ, ਉਹਦੀ ਸੇਵਾ ਕਰਨੀ ਪਊ। ਸੇਵਾ ਕੀ ਆ ਵੀ ਜਿਵੇਂ ਕਹਿੰਦਾ ਉਹਨੂੰ 7 ਵਚਨ ਆ ਕੇ ਉਹ ਤੇ ਚੱਲਣਾ ਪਊਗਾ ਜੀ। ਤੇ ਮਨ ਦੀ ਨਹੀਂ ਮੰਨਣੀ, ਤੁਸੀਂ ਗੁਰੂ ਦੀ ਮੰਨਣੀ ਆ। ਜੇ ਤੁਸੀਂ ਆਪਦੀ ਬਿਮਾਰੀ ਦੂਰ ਕਰਨੀ ਆ ਤੇ ਜਿਵੇਂ ਗੁਰੂ ਕਹਿੰਦਾ ਉਵੇਂ ਤੁਸੀਂ ਉਹ ਪ੍ਰੀਵੈਂਸ਼ਨ ਕਰੋਗੇ। ਜਿਵੇਂ ਪ੍ਰੀਵੈਂਸ਼ਨ ਇਜ਼ ਬੈਟਰ ਦੈਨ ਕਿਉਰ। ਤੇ ਉਹ ਤੁਸੀਂ ਸ਼ੂਗਰ ਨਹੀਂ ਖਾਓਗੇ, ਗੁਰੂ ਦੀ ਮੰਨੋਗੇ। ਸ਼ੂਗਰ ਕਿਵੇਂ ਨਹੀਂ ਖਾਓਗੇ ਤੁਸੀਂ? ਉਹ ਤੁਸੀਂ ਤਕੜੇ ਹੋਵੋਗੇ, ਤੁਹਾਡਾ ਆਪਣਾ ਅੰਦਰਲਾ ਮਨ
ਜੀਓ ਜਾਂ ਆਤਮਾ ਉਹ ਤਗੜੀ ਹੋਊਗੀ ਤੇ ਫੇਰ ਤੁਸੀਂ ਮਨ ਨੂੰ ਮਾਰ ਸਕਦੇ ਹੋ। ਮਨ ਨੂੰ ਮਨ ਨਾਲ ਹੀ ਮਾਰਨਾ। ਆਤਮਕ ਮਨ ਨੇ ਜਿਹੜਾ ਬਾਹਰ ਮਾਇਕ ਮਨ ਆ, ਬਖਈ ਮਨ ਹੈ, ਉਸ ਨੂੰ ਅਸੀਂ ਖਤਮ ਕਰਨਾ। ਉਹਦੇ ਨਾਲ ਗੱਲ ਨਹੀਂ ਮੰਨਣੀ, ਮਤਲਬ ਗੁਰੂ ਦੀ ਆਗਿਆ ਮੰਨਣੀ ਪਊ। ਗੁਰੂ ਦੀ ਇਹੀ ਇੰਪੋਰਟੈਂਸ ਹੈਗੀ ਆ ਜੀ ਕਿ ਉਹਨੇ ਤੁਹਾਨੂੰ ਬਕਾਰਾਂ ਤੋਂ ਰੋਕਣਾ ਗਾ ਔਰ ਤੁਸੀਂ ਗੁਰੂ ਦੀ ਗੱਲ ਮੰਨਣੀ ਆ ਤੇ ਤੁਹਾਡੀ ਬਿਮਾਰੀ ਦੂਰ ਹੋ ਜਾਣੀ ਹੈ। ਹਾਂ ਬਿਲਕੁਲ ਠੀਕ ਹੈ ਆਪਣੇ ਗੁਰਸ਼ਨ ਸਿੰਘ ਜੀ। ਇੱਕ ਇਹਦੇ ਵਿੱਚ ਪਤਾ ਕੀ ਹੈ ਕਿ ਹੌਲੀ ਹੌਲੀ ਜਿਹੜਾ ਹੈਗਾ ਆਪਾਂ ਥੋੜ੍ਹੇ ਜਿਹੜੇ ਹੈਗੇ ਵਿਚਾਰ ਜਾਂ ਵਿਕਾਰ ਥੋੜ੍ਹੇ ਛੱਡੀ ਜਾਵਾਂਗੇ ਹੌਲੀ ਹੌਲੀ, ਅਤੇ ਉਹਦੇ ਨਾਲ ਕੀ ਹੋਊਗਾ ਆਪਣੇ ਅੰਦਰ ਜਿਹੜੀ ਹੈਗੀ ਆ ਆਪਣੇ ਮਨ ਜਿਹੜਾ ਹੈਗਾ, ਮਨ ਨੇ ਹੀ ਮਨ ਨੂੰ ਜਿੱਤਣਾ ਹੈਗਾ ਭਾਈ। ਮਨ ਹੀ ਹੈਗਾ ਜਿਹਦੇ ਨਾਲ ਯਾਤਰਾ ਹੋਣੀ ਆ। ਔਰ ਜਿਹਨੂੰ ਆਪਾਂ ਨੇ ਖਤਮ ਸਮਝਾਵਾਂਗੇ, ਇੱਕਦਮ ਨਹੀਂ ਬੰਦ ਕਰਾਂਗੇ, ਥੋੜੀ ਜਿਹੀ ਘੱਟ ਕਰਨਾ। ਹਾਂ ਬਸ ਹਾਂ ਵੀ ਮਨ ਨੂੰ ਮਤਲਬ ਪਿਆਰ ਨਾਲ ਸਮਝਾਵਾਂਗੇ ਵੀ ਬੱਚੇ ਤੂੰ ਥੋੜੀ ਇੰਨੀ ਕੁ ਨਾਲ ਹੀ ਸਾਰ ਲਾ ਅੱਜ। ਬਸ ਫਿਰ ਉਹਨੂੰ ਹੌਲੀ ਉਹਦੇ ਕੋਲੋਂ ਉਹ ਖੋਲਾਂਗੇ ਜੀ, ਬੱਚੇ ਕੋਲੋਂ। ਹਾਂ ਬਿਲਕੁਲ ਠੀਕ ਹੈ ਜੀ। ਹਾਂ ਇਸੇ ਕਰਕੇ ਗੁਰਬਾਣੀ ਚ ਸ਼ਬਦ ਹੈ ਨਾ ਜੀ, ਮਨ ਮੇਰੇ ਸਤਿਗੁਰ ਕੈ ਭਾਣੇ ਚੱਲ। ਬਿਲਕੁਲ ਤਾਂ ਹੀ ਕਹਿੰਦੇ ਕੋਈ, ਤਾਂ ਹੀ ਤੂੰ ਨਿਜ ਘਰ ਹੋਏਗਾ ਕਿੱਦਾਂ, ਉਹ ਨਿਜ ਘਰ ਵਸੈ ਅੰਮ੍ਰਿਤ ਪੀਵੈ ਤਾਂ ਸੁਖ ਲਹੈ ਮਹਲ। ਬਿਲਕੁਲ ਠੀਕ ਹੈ ਜੀ, ਮਿਲ ਗਿਆ ਸੁਖ ਬਸ ਉੱਥੇ। ਹਾਂਜੀ ਉਹਦੇ ਭਾਣੇ ਚ ਚੱਲਣਾ। ਜੋ ਹੁਕਮ ਕਰ ਰਿਹਾ ਹੈ ਨਾ ਸਾਡਾ ਗੁਰੂ, ਜੋ ਹੁਕਮ ਕਰ ਰਿਹਾ ਉਹਦੇ ਭਾਣੇ ਚ ਰਜਾ ਚ ਰਹਿਣਾ ਉਹਦੇ ਚ। ਬਿਲਕੁਲ ਠੀਕ ਹੈ ਜੀ। ਅੰਤਰ ਵਸੇ ਨਾ ਬਾਹਰ ਜਾਈ, ਅੰਮ੍ਰਿਤ ਛੋੜ ਕਾਹੇ ਵਿਖਾਏ। ਵਾਹ ਠੀਕ ਹੈ ਜੀ, ਬਿਲਕੁਲ ਠੀਕ। ਸੂਹੀ ਮਹਲਾ ਪੰਜਵਾਂ। ਰਾਸ ਮੰਡਲ ਕੀਨੋ ਆਖਾਰਾ, ਰਾਸ ਮੰਡਲ ਕੀਨੋ ਆਖਾਰਾ। ਹੁਣ ਦੇਖੋ ਪ੍ਰੋਬਲਮ ਇਹ ਹੈਗੀ ਮਨ ਦੀ। ਇੰਨਾ ਰਾਸ ਮੰਡਲ ਮਾਲਕ ਪਰਮਾਤਮਾ ਨੇ ਇੰਨਾ ਜਿਹੜਾ ਅਖਾੜਾ ਤਿਆਰ ਕੀਤਾ ਹੋਇਆ। ਮਨ ਤਾਂ ਰਾਸਾਂ ਪਾ ਰਿਹਾ, ਮਨ ਤਾਂ ਪੂਰਾ ਜਿਹੜਾ ਹੈਗਾ ਰਾਸ ਲੀਲਾ ਕਰ ਰਿਹਾ ਮਨ। ਇੰਨੇ ਤਾਂ ਉਹਨੂੰ ਮਿਲੇ ਹੋਏ ਆ ਸਵਾਦ ਪਦਾਰਥ। ਮੰਡਲ ਪੂਰਾ ਮੰਡਲ ਬਣਾਇਆ ਮਾਲਕ ਨੇ, ਪੂਰਾ ਦਾ ਪੂਰਾ ਮੰਡਪ ਜਿਵੇਂ ਬਣਾਉਂਦੇ ਆ ਭਾਈ ਮੰਡਪ। ਰਾਸ ਮੰਡਲ ਕੀਨੋ ਆਖਾਰਾ, ਸਗਲੋ ਸਾਜ ਰੱਖਿਓ ਪਾਸਾਰਾ। ਸਾਰਾ ਮਾਲਕ ਨੇ ਪੂਰਾ ਦਾ ਪੂਰਾ ਸਜਾ ਕੇ ਰੱਖਿਆ ਹੋਇਆ ਪਸਾਰਾ, ਚੋਗੇ ਸਾਰੇ ਦੇ ਸਾਰੇ। ਜਿਵੇਂ ਵਿਆਹ ਸ਼ਾਦੀ 'ਤੇ ਸਟਾਲ ਲੱਗਦੀਆਂ, ਅਲੱਗ ਸਟਾਲਾਂ ਲੱਗੀਆਂ ਹੁੰਦੀਆਂ। ਰਾਸ ਮੰਡਲ ਕੀਨੋ ਆਖਾਰਾ, ਸਗਲੋ ਸਾਜ ਰੱਖਿਓ ਪਾਸਾਰਾ। ਰਹਾਓ ਬਹੁਵਿਧ ਰੂਪ ਰੰਗ ਅਪਾਰਾ। ਦੇਖ ਲਓ ਭਾਈ ਕਿੰਨੇ ਤਰੀਕੇ ਦੇ ਨਾਲ ਰੂਪ ਤੇ ਰੰਗ ਬਿਰੰਗੀ ਦੁਨੀਆ ਕਿੰਨੀ ਹੈਗੀ, ਕਿੰਨੇ ਮਨ ਨੂੰ ਮੋਹਣ ਵਾਲੀ ਹੈਗੀ। ਬਹੁਵਿਧ ਰੂਪ ਰੰਗ ਅਪਾਰਾ, ਵੇਖੇ ਖੁਸ਼ੀ। ਗਲਤ ਲਿਖਿਆ ਹੋਇਆ ਜੀ ਇਹ, ਭੋਗਨ ਹੀ ਹਾਰਾ ਨਹੀਂ, ਨਾ ਭੋਗ ਨਹੀਂ ਹਾਰਾ। ਇਸ ਤਰ੍ਹਾਂ ਹੋਣਾ ਚਾਹੀਦਾ। ਮੈਂ ਇਹਨੂੰ ਲੜੀਵਾਰ ਕਰ ਦੇਣਾ। ਵੇਖੇ ਖੁਸ਼ੀ ਭੋਗ ਨਹੀਂ ਹਾਰਾ ਜਿਹੜਾ ਹੈਗਾ, ਕਹਿੰਦੇ ਇਹਦੇ ਵਿੱਚ ਹੀ ਖੁਸ਼ੀਆਂ ਮਾਣ ਰਿਹਾ ਹੈ। ਇਹ ਭੋਗ ਤੋਂ ਹਾਰਦਾ ਹੀ ਨਹੀਂ ਕਦੀ, ਇਹ ਭੋਗਾਂ ਤੋਂ ਹਾਰਦਾ ਹੀ ਨਹੀਂ ਹੈ। ਵੇਖੇ ਖੁਸ਼ੀ ਭੋਗ ਨਹੀਂ ਹਾਰਾ, ਸਭ ਰਸ ਲੈਤ ਵਸਤ ਨਿਰਾਰਾ। ਕਹਿੰਦੇ ਸਾਰੇ ਦੇ ਸਾਰੇ ਰਸ ਲੈ ਰਿਹਾ ਇਨਸਾਨ। ਸਭ ਰਸ ਲੈਤ ਵਸਤ ਨਿਰਾਰਾ। ਉਹ ਮਾਲਕ ਪਰਮਾਤਮਾ ਜਿਹੜਾ ਹੈਗਾ ਉਹ ਤਾਂ ਨਿਰਾਰਾ ਹੀ ਰਹਿ ਜਾਂਦਾ ਹੈ, ਮਾਲਕ ਪਰਮਾਤਮਾ। ਔਰ ਇਹ ਸਾਰਾ ਦਾ ਸਾਰਾ ਜਿਹੜਾ ਹੈਗਾ, ਇਹ ਜਿਹੜਾ ਰਾਸ ਲੀਲਾ ਪਾ ਰਿਹਾ ਮਾਲਕ ਪਰਮਾਤਮਾ ਆਪ ਪਾ ਰਿਹਾ ਹੈ। ਆਪਣੇ ਵਿੱਚੋਂ ਉਹਨੇ ਆ ਅਖਾੜਾ ਰਚਿਆ ਹੋਇਆ, ਔਰ ਸਾਰਾ ਪਸਾਰਾ ਉਹਨੇ ਆਪਣੇ ਵਿੱਚੋਂ ਹੀ ਸਾਰੇ ਭਿੰਨ ਸਰੂਪ ਦੇ ਵਿੱਚ ਉਹ ਮਾਲਕ ਪਰਮਾਤਮਾ ਆਪ ਹੀ ਹੈਗਾ ਸਾਰਿਆਂ ਦੇ ਵਿੱਚ। ਆਪ ਹੀ ਜਿਹੜਾ ਹੈਗਾ ਨੈਗੇਟਿਵਿਟੀ ਦੇ ਵਿੱਚ ਆਪ ਹੀ ਰਸ ਲੈ ਰਿਹਾ, ਆਪ ਹੀ ਬੰਦਗੀ ਕਰ ਰਿਹਾ ਆ। ਸਾਰਾ ਕੁਛ ਉਹਦੀ ਆਪ ਦੀ ਖੇਡ ਚੱਲ ਰਹੀ। ਰਹਾ ਬਹੁਵਿਧ ਰੂਪ ਰੰਗ ਅਪਾਰਾ, ਵੇਖੇ ਖੁਸ਼ੀ ਭੋਗ ਨਹੀਂ ਹਾਰਾ। ਔਰ ਆਪ ਦੇਖ ਲਓ ਐਸਾ ਬਣਾਇਆ ਹੋਇਆ ਮਾਲਕ ਨੇ ਆਪਾਂ ਨੂੰ, ਆਪਾਂ ਜਿਹੜੇ ਹੈਗੇ ਇਹਦੇ ਵਿੱਚ ਭੋਗਾਂ ਤੋਂ ਜਿਹੜੇ ਹੈਗੇ ਹਾਰਦੇ ਹੀ ਨਹੀਂ ਹੈ। ਸਭ ਰਸ ਲੈਤ ਵਸਤ ਨਿਰਾਰਾ। ਔਰ ਉਹ ਮਾਲਕ ਪਰਮਾਤਮਾ ਆ ਸਾਰੇ ਰਸ ਲੈ ਰਿਹਾ, ਸਾਰਿਆਂ ਦੇ ਵਿੱਚ ਹੈਗਾ, ਔਰ ਆਪ ਅਟੰਕ ਹੈਗਾ, ਨਿਰਾਰਾ ਹੈਗਾ। ਇਹ ਗੇਮ ਨੂੰ ਦੇਖ ਵੀ ਰਿਹਾ ਹੈ ਮਾਲਕ ਪਰਮਾਤਮਾ ਸਾਰਿਆਂ ਦੇ ਵਿੱਚ। ਆਪਣੇ ਵਿੱਚੋਂ ਹੀ ਜੀਵ ਪੈਦਾ ਕੀਤੇ ਉਹਨੇ। ਇੱਥੇ ਤਾਂ ਬੁੱਧੀ ਨਹੀਂ ਕੰਮ ਕਰਦੀ ਭਾਈ। ਬਰਨ ਚਿਹਨ ਨਹੀਂ ਮੁੱਖ ਨਾ ਮਾਸਾਰਾ। ਔਰ ਉਹ ਮਾਲਕ ਪਰਮਾਤਮਾ ਜਿਹੜਾ ਸਾਰੀ ਚੀਜ਼ਾਂ ਬਣਾਈਆਂ ਉਹਨੇ ਆਪਣੇ ਤੋਂ, ਸਾਰਾ ਕੁਛ
ਇੰਨੇ ਦੇਖੋ, ਇੰਨੀਆਂ ਜਿਹੜੀਆਂ ਹੈਗੇ ਜੋਤਾਂ ਜਿਹੜੀਆਂ ਹੈਗੀਆਂ ਮਾਲਕ ਨੇ ਆਪਣੇ ਵਿੱਚ ਹੀ ਹੈਗੀਆਂ, ਔਰ ਇਸ ਤਰ੍ਹਾਂ ਗੇਮ ਕਰ ਰਿਹਾ ਮਾਲਕ ਪਰਮਾਤਮਾ। ਉਹ ਕੋਈ ਬੰਦਾ ਥੋੜੀ ਨਾ ਹੈਗਾ ਭਾਈ। ਵਰਨ ਚਿਹਨ ਨਾ ਹੀ ਮੁੱਖ ਨਾ ਮਾਸਾਰਾ, ਕਹਿੰਦੇ ਨਾ ਕੋਈ ਵਰਨ ਚਿਹਨ, ਕੁਛ ਨਹੀਂ ਹੈਗਾ ਉਹਦਾ ਮਾਲਕ ਦਾ। ਔਰ ਐਡਾ ਦੇਖ ਲਓ ਰੂਪ, ਇੰਨਾ ਵਰਣ ਸਾਰਾ ਕੁਛ ਧਰਤਾ ਉਹਨੇ ਪਸਾਰ ਕੇ, ਇੰਨਾ ਖਲਾਰਾ ਪਾਇਆ ਸਾਰਾ ਦਾ ਸਾਰਾ। ਫਿਰ ਵੀ ਕਹਿੰਦੇ ਮਹਾਰਾਜ ਕਿ ਵਰਨ ਚਿਹਨ ਨਾ ਹੀ ਮੁੱਖ ਨਾ ਮਾਸਾਰਾ, ਉਹਦੀ ਕੋਈ ਦਾੜੀ ਮੁੱਛ ਹੈ ਨਹੀਂ ਗੀ ਭਾਈ, ਮੁੱਖ ਕੁਛ ਨਹੀਂ, ਉਹਦਾ ਅੰਗ ਹੈ ਨਹੀਂ ਗੇ। ਵਰਨ ਚਿਹਨ ਨਾ ਹੀ ਮੁੱਖ ਨਾ ਮਾਸਾਰਾ, ਕਹਿਣ ਨਾ ਜਾਏ ਖੇਲ ਤੁਹਾਰਾ। ਕਹਿੰਦੇ ਮਾਲਕਾ ਨਹੀਂ ਕਿਹਾ ਜਾ ਸਕਦਾ, ਨਹੀਂ ਕਿਹਾ ਜਾ ਸਕਦਾ, ਤੇਰੇ ਖੇਲ ਨੂੰ ਡਿਫਾਈਨ ਨਹੀਂ ਕੀਤਾ ਜਾ ਸਕਦਾ। ਨਾਨਕ ਰੇਣ ਸੰਤ ਚਰਨਾਰਾ, ਮੈਂ ਤਾਂ ਤੇਰੇ ਸੰਤਾਂ ਦੀ, ਬ੍ਰਹਮ ਗਿਆਨੀਆਂ ਦੀ, ਗੁਰੂ ਦੀ ਰੇਣ ਦੇ ਵਿੱਚ ਹੈਗਾ ਭਾਈ। ਮੈਂ ਤਾਂ ਉਹਦੀ ਰੇਣ ਦੇ ਵਿੱਚ ਹੈ। ਮੈਨੂੰ ਜਿਹੜਾ ਹੈਗਾ, ਮੈਂ ਕਿਤੇ ਇਹ ਮਨ ਨੂੰ ਜਿਹੜਾ ਹੈਗਾ ਜਿੱਤ ਪਾਵਾਂ, ਇਹ ਕੋਤਵਾਲ ਨੂੰ ਜਿਹੜਾ ਹਰਾ ਪਾਵਾਂ। ਤੀਸਰਾ ਬੰਦ, ਆਖਰੀ ਅੱਜ ਦਾ, ਸੂਹੀ ਮਹੱਲਾ ਪੰਜਵਾਂ। ਤਉ ਮੈਂ ਆਇਆ ਸਰਣੀ ਆਇਆ। ਦੇਖੋ ਹੁਣ ਕਹਿੰਦੇ ਮੈਨੂੰ ਗੁਰੂ ਮਿਲ ਗਿਆ, ਤੂੰ ਮਿਲਾਇਆ ਮੈਨੂੰ ਗੁਰੂ, ਮੈਨੂੰ ਗਿਆਨ ਹੋ ਗਿਆ, ਮੈਂ ਗੁਰੂ ਨੇ ਮੈਨੂੰ ਜਿਹੜਾ ਹੈਗਾ ਇਸ ਜਗ੍ਹਾ ਤੇ ਪਹੁੰਚਾ ਦਿੱਤਾ, ਤੇਰੇ ਦਰ ਤੇ ਪਹੁੰਚਾ ਦਿੱਤਾ। ਮੈਂ ਤਾਂ ਪਹੁੰਚ ਸਕਿਆ ਆ, ਮੈਂ ਤਾਂ ਪਹੁੰਚ ਸਕਿਆ ਆ। ਤਉ ਮੈਂ ਆਇਆ, ਤਾਂ ਮੈਂ ਆ ਸਕਿਆ ਆ। ਸਰਣੀ ਆਇਆ, ਮੈਂ ਸ਼ਰਨ ਦੇ ਵਿੱਚ ਆ ਗਿਆ, ਤੇਰੀ ਸ਼ਰਨ ਦੇ ਵਿੱਚ। ਮੈਂ ਗੁਰੂ ਦੀ ਸ਼ਰਨ ਦੇ ਵਿੱਚ ਗਿਆ, ਗੁਰੂ ਨੇ ਤੇਰੀ ਸ਼ਰਨ ਦੇ ਵਿੱਚ ਪਹੁੰਚਾਤਾ ਮੈਨੂੰ। ਭਰੋਸੇ ਆਇਆ, ਕਿਰਪਾ ਆਇਆ, ਮੈਨੂੰ ਭਰੋਸਾ ਹੈਗਾ ਮੇਰੇ ਗੁਰੂ ਤੇ, ਮੈਨੂੰ ਕਿਰਪਾ ਹੈ, ਕਿਰਪਾ, ਮੈਂ ਕਿਰਪਾ ਦੇ ਨਾਲ ਆ ਗਿਆ, ਤੇਰੀ ਕਿਰਪਾ ਦੇ ਨਾਲ ਆ ਗਿਆ, ਤੇਰਾ ਭਰੋਸਾ ਹੋ ਗਿਆ ਮੈਨੂੰ। ਜਿਉਂ ਭਾਵੈ ਤਿਉਂ ਰਾਖੋ ਸੁਆਮੀ, ਮਾਰਗ ਗੁਰੈ ਪਠਾਇਆ ਰਹਾਓ। ਤੇਰੀ ਮਰਜ਼ੀ ਹੈ ਹੁਣ ਮਾਲਕਾ, ਤੂੰ ਦਰ ਕਦੋਂ ਖੋਲਦਾ ਹੈ, ਇਸ ਜਨਮ 'ਚ ਖੋਲਦਾ ਹੈ, ਅਗਲੇ 'ਚ ਖੋਲਦਾ ਹੈ, ਉਸ ਤੋਂ ਅਗਲੇ 'ਚ ਖੋਲਦਾ ਹੈ, ਕਦੋਂ ਵੀ ਖੋਲਦਾ ਹੈ, ਮੈਨੂੰ ਨਹੀਂ ਪਤਾ। ਜਿਉਂ ਭਾਵੈ ਤਿਉਂ ਰਾਖੋ ਸੁਆਮੀ, ਜਿਸ ਤਰ੍ਹਾਂ ਤੈਨੂੰ ਚੰਗਾ ਲੱਗਦਾ ਹੈ ਰੱਖ ਲਾ ਮਾਲਕਾ, ਬਸ। ਮਾਰਗ ਗੁਰੈ ਪਠਾਇਆ, ਮੈਂ ਨਹੀਂ ਆਪਣੇ ਆਪ ਆਇਆ ਇਸ ਜਗ੍ਹਾ ਤੇ, ਇਸ ਦਰ ਤੇ, ਮੈਨੂੰ ਗੁਰੂ ਨੇ ਰਸਤਾ ਦੱਸਿਆ ਹੈ। ਇਸ ਰਸਤੇ ਤੇ ਮੇਰੇ ਗੁਰੂ ਨੇ ਪਠਾਇਆ ਮੈਨੂੰ, ਇਹ ਮਾਰਗ ਤੇ ਮੇਰੇ ਗੁਰੂ ਨੇ ਪਠਾਇਆ ਮੈਨੂੰ, ਮੇਰਾ ਕੋਈ ਦਾਵਾ ਨਹੀਂ। ਤਉ ਮੈਂ ਆਇਆ, ਸਰਣੀ ਆਇਆ, ਭਰੋਸੇ ਆਇਆ, ਕਿਰਪਾ ਆਇਆ। ਜਿਉਂ ਭਾਵੈ ਤਿਉਂ ਰਾਖੋ ਸੁਆਮੀ, ਮਾਰਗ ਗੁਰੈ ਪਠਾਇਆ ਰਹਾਓ। ਮਹਾਦੁੱਤਰ ਮਾਇਆ, ਮੇਰੀ ਕੀ ਹੈਸੀਅਤ ਆ ਮਾਲਕਾ, ਮੇਰੀ ਕੀ ਹੈਸੀਅਤ ਹੈਗੀ ਆ। ਮਹਾਦੁੱਤਰ ਮਾਇਆ, ਐਂਟੀ ਨਹੀਂ ਤਰੇ ਜਾਣ ਵਾਲਾ ਹੈ ਸੰਸਾਰ ਸਮੁੰਦਰ, ਦੁੱਤਰ ਬਹੁਤ ਔਖਾ ਤਰਨਾ। ਮਹਾਦੁੱਤਰ ਮਾਇਆ, ਤੇਰੀ ਮਾਇਆ ਜੈਸੇ ਪਵਨ ਚੁਲਾਇਆ, ਮੈਂ ਤਾਂ ਹਵਾ ਦੇ ਵਾਂਗੂ, ਜਿਹੜਾ ਹਵਾ ਇੱਧਰ ਨੂੰ ਲੈ ਜਾਂਦੀ ਉੱਧਰ ਲੈ ਜਾਂਦੀ ਹੈ, ਜਿਵੇਂ ਕੋਈ ਪਤੰਗ ਹਵਾ ਝੋਲਦੀ ਹੈ। ਇਹ ਡੋਰ ਨਾ ਹੁੰਦੀ ਗੁਰੂ ਦੀ, ਮੈਂ ਕਿਸ ਪਾਸਿਓਂ ਉੱਡਣਾ ਸੀਗਾ, ਮੈਂ ਕਿਵੇਂ ਪਹੁੰਚਣਾ ਸੀ ਤੇਰੇ ਤੱਕ, ਜੇ ਖੰਭ ਨਾ, ਸਿਮਰਨ ਦੇ ਖੰਭ ਨਾ ਹੁੰਦੇ ਤੇ। ਮਹਾਦੁੱਤਰ ਮਾਇਆ ਜੈਸੇ ਪਵਨ ਚੁਲਾਇਆ, ਸੁਣ ਸੁਣ ਹੀ ਡਰਾਇਆ, ਕਰ ਰੋ ਧਰਮ ਰਾਇਆ। ਕਹਿੰਦੇ ਮੈਨੂੰ ਤਾਂ ਸੁਣ ਕੇ ਹੀ ਡਰ ਲੱਗਦਾ ਹੈ। ਉਹ ਧਰਮਰਾਜ ਕਰੜਾ ਜਿਹੜਾ ਹੈਗਾ, ਉਹ ਜਰਾ ਵੀ ਲਿਹਾਜ਼ ਨਹੀਂ ਕਰਦਾ, ਬਿਲਕੁਲ ਉੱਥੇ ਸੱਚੋ ਸੱਚ ਨਿਬੜੈ, ਚੁਣਵੱਖ ਕਰੇ ਧਰਮ, ਚੁਣਵੱਖ ਕਰੇ ਜਜਮਾਲਿਆ। ਹਾਂਜੀ ਹਾਂਜੀ। ਸੁਣ ਹੀ ਡਰਾਇਆ, ਕਰ ਰੋ ਧਰਮ ਰਾਇਆ। ਹੁਣ ਦੇਖੋ ਇਹ ਧਰਮਰਾਜ ਜਿਹੜਾ ਹੈਗਾ, ਇਹ ਰਾਰਾ ਪੈਰ 'ਚ ਪਾਤਾ, ਕਿਉਂਕਿ ਜਿਹੜਾ ਹੈਗਾ ਵਜਨ ਵੱਧ ਰਿਹਾ ਸੀਗਾ ਉਸੇ ਵੇਲੇ ਜਿਹੜਾ ਹੈਗਾ, ਕਿਉਂਕਿ ਸ਼ਬਦਾਂ ਦੀ ਉਹ ਕਰਨਾ ਪੈਣਾ ਹੈ, ਕਿਉਂਕਿ ਪੋਇਟਰੀ ਹੈ ਭਾਈ, ਉਹਦੀ ਪੋਇਟਰੀ ਦੇ ਰੂਲਸ ਫਾਲੋ ਕਰਨੇ ਪੈਣੇ, ਰਾਗ ਦੇ ਵਿੱਚ ਨਹੀਂ ਆਏਗਾ ਨਹੀਂ ਤਾਂ। ਸੁਣ ਹੀ ਡਰਾਇਆ, ਕਰ ਰੋ ਧਰਮ ਰਾਇਆ, ਗ੍ਰਹਿ ਅੰਧ ਕੂ ਪਾਇਆ। ਕਹਿੰਦੇ ਇੰਨਾ ਇਹ ਘਰ ਜਿਹੜਾ ਹੈ ਇੰਨਾ ਅੰਧਾ ਖੂਹ ਹੈ, ਅੰਨੇ ਖੂਹ 'ਚ ਇਹ ਮਨ ਜਿਹੜਾ ਹੈਗਾ, ਪਤੰਦਰ ਜਿਹੜਾ ਹੈਗਾ, ਅੰਦਰ ਜਿਹੜਾ ਹੈਗਾ ਵੜਨ ਹੀ ਨਹੀਂ ਦਿੰਦਾ, ਖੂਹ 'ਚੋਂ ਬਾਹਰ ਹੀ ਨਹੀਂ ਨਿਕਲਣ ਦਿੰਦਾ। ਗ੍ਰਹਿ ਅੰਧ ਕੂ ਪਾਇਆ, ਪਾਵਕ ਸਗਰਾਇਆ। ਸਾਰੀ ਦੀ ਸਾਰੀ ਅੱਗ ਹੈਗੀ ਆ ਭਾਈ, ਸਾਰੀ ਦੀ ਸਾਰੀ ਅੱਗ ਹੈਗੀ, ਵਿਸ਼ੇ ਵਿਕਾਰਾਂ ਦੀ ਅੱਗ ਸਾਰੀ ਦੀ ਸਾਰੀ ਸਾੜ ਦਿੰਦੀ ਹੈ। ਉਹਨੇ ਆਪਣਾ ਜੀਵਨ ਸਾੜ ਦੇਣਾ ਹੈ,
ਸਵਾਸ ਸਾੜਦੇ ਨੇ, ਸਰੀਰ ਸਾੜ ਦੇਣਾ ਹੈ। ਗ੍ਰਹਿ ਅੰਧ ਕੋ ਪਾਇਆ, ਪਾਵਕ ਸਗਰ ਆਇਆ, ਗਹੀ ਓਟ ਸਾਧਾਇਆ। ਕਹਿੰਦੇ ਮੈਂ ਗੁਰੂ ਦੀ ਓਟ ਲੈ ਲਈ, ਸਾਧੂ ਦੀ ਓਟ ਲੈ ਲਈ, ਮੈਂ ਬ੍ਰਹਮ ਗਿਆਨੀਆਂ ਦੀ ਓਟ ਲੈ ਲਈ। ਨਾਨਕ ਕੀ ਓਟ ਲਈ, ਕੀ ਕੀਤਾ? ਨਾਨਕ ਹਰ ਧਿਆਇਆ, ਧਿਆਨ ਕੀਤਾ ਭਾਈ, ਤੇਰਾ ਧਿਆਨ ਕੀਤਾ, ਬਸ ਆਹੀ ਕੀਤਾ। ਗਹੀ ਓਟ ਸਾਧਾਇਆ, ਨਾਨਕ ਹਰ ਧਿਆਇਆ, ਅਬ ਮੈਂ ਪੂਰਾ ਪਾਇਆ। ਲਓ ਦਰ ਖੁੱਲ ਗਿਆ ਭਾਈ, ਅਬ ਮੈਂ ਪੂਰਾ ਪਾਇਆ, ਮੈਨੂੰ ਮਿਲ ਗਿਆ ਉਹ ਮਾਲਕ ਪਰਮਾਤਮਾ। ਮੈਂ ਅਧੂਰਾ ਸੀਗਾ, ਮੇਰੀ ਸੁਰਤ ਜਾ ਕੇ ਉਹ ਆਤਮਾ ਦੇ ਵਿੱਚ ਲੀਨ ਹੋ ਗਈ, ਪੂਰਾ ਪਾ ਲਿਆ। ਨਹੀਂ ਤਾਂ ਸੁਰਤ ਜਿਹੜੀ ਇਸੇ ਤਰੀਕੇ ਦੇ ਨਾਲ, ਆਪਾਂ ਹੈ ਕਿ ਸਰੀਰ ਥੋੜ੍ਹਾ ਨਾ ਹੈਗੇ, ਆਪਾਂ ਸੁਰਤ ਹੈਗੇ ਹਾਂ। ਸੁਰਤ ਇਸ ਤਰ੍ਹਾਂ ਹੀ ਭਟਕਦੀ ਰਹਿੰਦੀ ਹੈ, ਉਹਦਾ ਟਿਕਾਣਾ ਹੈ ਹੀ ਆਤਮਾ ਦੇ ਵਿੱਚ, ਮਾਲਕ ਦੇ ਵਿੱਚ। ਗਹੀ ਓਟ ਸਾਧਾਇਆ, ਨਾਨਕ ਹਰ ਧਿਆਇਆ, ਅਬ ਮੈਂ ਪੂਰਾ ਪਾਇਆ। ਆ ਜੀ 3 ਉਹਦੀ ਪੜਤਾਲ ਦੀ ਲੜੀ ਪੂਰੀ ਹੋ ਗਈ। ਅਤੇ ਬਹੁਤ ਅੱਜ ਦਾ ਗਿਆਨ ਤਾਂ ਜੀ ਹੜ੍ਹ ਹੀ ਹੈ, ਹੜ੍ਹ ਆ ਗਿਆ ਅੱਜ ਤਾਂ। ਮਾਲਕ ਮਿਹਰ ਕਰੇ ਜੀ, ਇਹਨੂੰ ਬਾਰ-ਬਾਰ ਆਪਾਂ ਜਿਹੜੇ ਹੈ ਗਿਆਨ ਨੂੰ ਜਿਹੜਾ ਹੈਗਾ ਇਹਦੇ 'ਚੋਂ ਜਿਹੜਾ ਹੈਗੇ ਨੁਕਤੇ ਲੈ ਲਈਏ ਔਰ ਆਪਣਾ ਜੀਵਨ ਸਫਲ ਕਰੀਏ, ਇਹੀ ਬੇਨਤੀ ਹੈਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੀ ਸਾਧ ਸੰਗਤ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਭੈਣ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ। ਹਾਂਜੀ ਚਾਹੁੰਦਾ ਨਾ ਵੀ ਮਨ ਪੰਛੀ ਪਿਆ ਹਾਂ ਬਿਲਕੁਲ ਹਾਂ, ਮਨ ਤਾਂ ਪੰਛੀ ਹੈਗਾ ਭਾਈ। ਪੰਛੀਆਂ ਨੂੰ ਜਾਂਦਾ ਜਦੋਂ ਕਲਾ ਸੁਣੀ ਤਾਂ ਕਦੇ ਪਹੁੰਚ ਜਾਂਦਾ ਤੇ ਸੁਣਦਿਆਂ ਸੁਣਦੇ ਬਿਲਕੁਲ। ਹਾਂਜੀ ਇਹਨੂੰ ਆਪ ਇਹਨੂੰ ਦੱਸੇ ਨਾ ਬੰਨਣਾ ਬੜਾ ਤਕੜੇ ਨਾਲ। ਹਾਂ ਬਿਲਕੁਲ, ਸਿਮਰਨ ਨਾਲ ਹੀ ਬੰਨਿਆ ਜਾਣਾ, ਸਿਮਰਨ ਦੇ ਖੰਭ ਲਾ ਕੇ ਹੀ ਜਿਹੜਾ ਹੈ ਇਹੀ ਸਾਰੀ ਖੇਡ ਹੈ ਨਾ ਜੀ। ਇਹ ਦੇਖੋ ਜਿੰਨੀ ਦੇਰ ਅਸੀਂ ਇਸ ਪ੍ਰਮਾਤਮਾ ਦਾ ਜਿਹੜਾ ਇਹ ਸਰਗੁਣ ਸਰੂਪ ਹੈ ਇਹਦੇ ਅੰਦਰ ਜਿੰਨੀ ਦੇਰ ਖੇਡੀ ਜਾਂਦੇ ਉੱਥੇ ਇੱਥੇ ਹੀ ਉਲਝੇ ਪਏ ਆ। ਅੱਛਾ, ਇਹ ਕਹਿੰਦੇ ਤੁਸੀਂ ਉਹਦੇ ਵਿਚਕਾਰ ਜਿਹੜੀ ਸਿਰਫ ਵਿਚਾਰ ਮੰਡਲ ਦੀ ਕੰਧ ਹੈ ਇੱਕ, ਜਿਹਨੂੰ ਕਹਿੰਦੇ ਸੂਖਸ਼ਮ ਕੰਧ, ਉਹ ਜਿੱਦਾਂ ਹੀ ਉਹ ਕ੍ਰਾਸ ਕੀਤੇ ਤੇ ਫਿਰ ਉਹ ਦੱਸ ਹੀ ਰਹੇ ਨੇ ਗੁਰੂ ਸਾਹਿਬ। ਦੇਖੋ ਉਹ ਕਹਿੰਦੇ ਜਦੋਂ ਤੂੰ ਉਹਦੇ ਚ ਆਏਗਾ ਤੇ ਉਹ ਸਾਰਾ ਕੁਛ ਉੱਥੇ ਫਿਰ ਉਹ ਆਪ ਹੀ ਹੈ, ਸਾਰਾ ਕੁਛ ਉੱਥੇ ਵੀ ਆਪ ਹੀ ਹੈ, ਇੱਥੇ ਵੀ ਆਪ ਹੀ ਹੈ। ਇੱਥੇ ਨੈਗੇਟਿਵ ਸੈਂਸ ਦੇ ਵਿੱਚ ਜਿਹੜੇ ਫਸਣਾ, ਉਹ ਨਿਕਲਣ ਵਾਸਤੇ ਵਿਚਾਰਾਂ ਤੋਂ ਉੱਪਰ ਨਿਕਲਣਾ ਬਸ। ਜਿੱਦਾਂ ਨਿਕਲੇ ਤੇ ਉੱਥੇ ਤਾਂ ਸਾਰੀ ਦੱਸੀ ਜਾਂਦੇ ਆ ਵੀ ਉੱਥੇ ਫਿਰ ਦੇਖੋ ਕੀ ਖੇਡ ਵਰਤਦੀ ਹੈ, ਸਾਰੇ ਕੰਮ ਆਪੇ ਹੀ ਹੋਈ ਜਾਂਦੇ ਆ ਸਾਰੇ। ਬਿਲਕੁਲ ਹਾਂਜੀ ਹਾਂਜੀ ਹਾਂਜੀ, ਬਹੁਤ ਬਹੁਤ ਧੰਨਵਾਦ। ਛੋਟਾ ਜਿਹਾ ਮੈਥਮੈਟਿਕਲੀ ਦੇਖੋ, ਇੱਕ ਥੋੜਾ ਜਿਹਾ ਨੁਕਤਾ ਮੈਂ ਸੁਣ ਰਿਹਾ ਸੀ ਆਪਣੇ ਮਸਕੂਨ ਵਾਲੀ ਬਾਣੀ ਤੋਂ ਭਾਜੀ, ਕਿ 2 ਚੀਜ਼ਾਂ ਆ, ਇੱਕ ਸਰੀਰ ਆ ਔਰ ਇੱਕ ਜਿਹੜੀ ਸਾਡਾ ਮਨ ਆ ਅੰਦਰਲਾ, ਜਿਹੜਾ ਕਰਕੇ ਅਸੀਂ ਇੱਥੇ ਆਉਣੇ ਬਾਰ-ਬਾਰ। ਮਨ ਦੀ ਲੋੜ ਜਿਹੜੀ ਆ ਉਹਦੇ ਵਿੱਚ ਅਸੀਂ ਕਨਫਿਊਜ਼ ਕਿੱਦਾਂ ਹੋ ਰਹੇ ਹਾਂ ਕਿ ਸਰੀਰ ਦੀਆਂ ਲੋੜਾਂ ਨੂੰ ਮਨ ਦੀ ਲੋੜ ਸਮਝ ਕੇ ਮਨ ਉਹਦੇ ਵਿੱਚ ਰਲ ਜਾਂਦਾ। ਜਿਹੜਾ ਮਨ ਆ ਉਹ ਐਕਚੁਅਲੀ ਟੋਟਲੀ ਡਿਫਰੈਂਟ ਚੀਜ਼ ਆ ਦੈਨ ਦਾ ਸਰੀਰ ਦੀਆਂ ਲੋੜਾਂ ਨਾਲੋਂ ਮਨ ਦੀਆਂ ਲੋੜਾਂ ਡਿਫਰੈਂਟ ਹੈ ਦੋਨੋਂ। ਔਰ ਜਿਸ ਲਈ ਅਸੀਂ ਸਰੀਰ ਦੀਆਂ ਲੋੜਾਂ ਜਿਹੜੀਆਂ ਮਨ ਦੀਆਂ ਲੋੜਾਂ ਦੇ ਵਿੱਚ ਆਪਸ ਦੇ ਵਿੱਚ ਕਰ ਲੈਂਦੇ ਹਾਂ, ਤਾਂ ਮਨ ਦੀਆਂ ਹੁੰਦੀਆਂ ਤਾਂ ਲੋੜਾਂ ਨਹੀਂ। ਹੁਣ ਦੇਖੋ, ਜੇ ਫਿਜ਼ੀਕਲ ਤੁਹਾਨੂੰ ਕੋਈ ਕੰਮ ਮਿਲਿਆ ਤਾਂ ਤੁਹਾਡੇ ਸਰੀਰ ਨੇ ਕਰਨਾ, ਪਰ ਤੁਸੀਂ ਮਨ ਦੇ ਨਾਲ ਹੀ ਸੋਚੀ ਜਾਂਦੇ ਕਿ ਵੀ ਉਹ ਮੈਨੂੰ ਕੰਮ ਕਿਉਂ ਮਿਲਿਆ, ਆਹ ਕੀ ਮਤਲਬ ਕੰਮ ਮੈਂ ਕਰੂੰਗਾ, ਕਿੱਦਾਂ ਕਰੂੰਗਾ। ਮਤਲਬ ਮਨ ਦੀਆਂ ਲੋੜਾਂ ਡਿਫਰੈਂਟ ਆ, ਤਨ ਦੀਆਂ ਲੋੜਾਂ ਡਿਫਰੈਂਟ ਆ। ਤਨ ਦੀਆਂ ਲੋੜਾਂ ਜਿਹੜੀਆਂ ਉਹ ਸਿਰਫ ਕੀ ਆ, ਜਿੰਨਾ ਚਿਰ ਸਰੀਰ ਆ ਗਾਂ
ਕਿਉਂਕਿ ਇਨਵੋਲਵ ਮਨ ਹੁੰਦਾ ਜਿਹੜੇ ਤੁਸੀਂ ਜਾਣਾ ਇੱਥੋਂ ਦੁਨੀਆ ਛੱਡ ਕੇ, ਤੇ ਜਿਹੜੀਆਂ ਸਰੀਰ ਦੀਆਂ ਲੋੜਾਂ ਆ ਉਹ ਤਾਂ ਤੁਹਾਡੇ ਨਾਲ ਨਹੀਂ ਜਾਣੀਆਂ, ਕਿਉਂਕਿ ਉਹ ਤਾਂ ਇੱਥੇ ਤਨ ਦੀਆਂ ਹੀ ਲੋੜਾਂ ਸੀਗੀਆਂ। ਮਨ ਦੀ ਜਿਹੜੀ ਲੋੜ ਸੀ ਆਨੰਦ, ਉਹ ਤੁਸੀਂ ਪ੍ਰਾਪਤੀ ਨਹੀਂ ਕਰਦੇ। ਮਤਲਬ ਤੁਸੀਂ ਡਿਵਾਈਡ ਨਹੀਂ ਕਰਦੇ ਕਿ ਮੇਰੇ ਸਰੀਰ ਦੀਆਂ ਲੋੜਾਂ ਕੀ ਆ, ਮੇਰੇ ਮਨ ਦੀਆਂ ਲੋੜਾਂ ਕੀ ਆ। ਜਿੱਦਣ ਸਾਨੂੰ ਇਹ ਡਿਫਰੈਂਸ ਚੰਗੀ ਤਰ੍ਹਾਂ ਕਲੀਅਰ ਹੋ ਗਿਆ, ਸਾਡਾ ਉਸ ਵੇਲੇ ਮਨ ਦੇ ਵਿਚਾਰ ਵੀ ਬੰਦ ਹੋ ਜਾਣੇ ਆ। ਮਨ ਦੇ ਵਿੱਚ ਖੇੜਾ ਆਉਣਾ ਸ਼ੁਰੂ ਉਦੋਂ ਤੋਂ ਹੋਣਾ ਜਦੋਂ ਤੁਸੀਂ ਉਹਦੀਆਂ ਲੋੜਾਂ ਸਮਝਣੀਆਂ ਕਿ ਬਈ ਉਹਨੂੰ ਆਨੰਦ ਕਿੱਥੇ ਮਿਲਦਾ। ਭਾਜੀ ਇਹ ਦੋ ਹੀ ਲਾ ਨੇ। ਇੱਕ ਲਾ ਆਫ ਨੈਸੈਸਿਟੀ ਜਿਹਨੂੰ ਲੋੜਾਂ ਕਹਿੰਦੇ ਹੋ, ਇਹ ਲਾ ਆਫ ਨੈਸੈਸਿਟੀ ਚ ਆਪਾਂ ਸਾਰੇ ਜਿੰਨੀ ਦੁਨੀਆ ਬੈਠੀ ਹੈ ਉਹ ਲਾ ਆਫ ਨੈਸੈਸਿਟੀ। ਜਿੱਦਾਂ ਹੀ ਉਹ ਵਿਚਾਰ ਮੰਡਲ ਕ੍ਰਾਸ ਹੋਇਆ ਨਾ, ਉੱਥੇ ਲਾ ਆਫ ਪਾਵਰ ਜਿਹਨੂੰ ਕਹਿੰਦੇ ਆਪੇ, ਉਹ ਪਰਮਾਤਮਾ ਦਾ ਮੰਡਲ ਹੈ, ਉਹ ਸਾਰਾ ਬ੍ਰਹਿਮੰਡ ਜਿਹੜਾ ਹੈਗਾ ਉੱਥੇ ਉਹ ਸਾਰਾ ਕੁਛ। ਅਸੀਂ ਇਹ ਲਾ ਆਫ ਨੈਸੈਸਿਟੀ ਚੋਂ ਨਿਕਲ ਕੇ ਇਹਨੂੰ ਜੋੜਨ ਦਾ ਇੱਕ ਧਿਆਨ ਸਿਮਰਨ ਜਿਹੜਾ ਹੈਗਾ, ਇਹ ਇੱਕ ਕੜੀ ਦਾ ਰੂਪ ਕੰਮ ਕਰਦੀ ਹੈ। ਇਹ ਨਹੀਂ ਲੈ ਕੇ ਜਾਣਾ ਸਾਨੂੰ ਉੱਥੇ, ਬਸ ਇੰਨੀ ਖੇਡ ਹੈ। ਨਹੀਂ ਬਿਲਕੁਲ ਭਾਜੀ, ਪਰ ਗੱਲ ਤਾਂ ਇਹ ਆ ਕਿ ਉਹਦੀ ਲੋੜ, ਮਨ ਦੀ ਲੋੜ ਜਿਹੜੀ ਤੁਹਾਨੂੰ ਸਮਝਣੀ ਪੈਣੀ ਕਿ ਉਹ ਕੀ ਆ। ਸਰੀਰ ਦੀਆਂ ਲੋੜਾਂ ਲੋੜਾਂ ਚੋਂ ਤਾਂ ਬਾਹਰ ਆਣਾ ਜੀ ਆਪਾਂ। ਲੋੜਾਂ ਚ ਤਾਂ ਤੁਸੀਂ ਲੋੜ ਦੀ ਗੱਲ ਹੀ ਨਾ ਸੋਚੋ। ਤੁਸੀਂ ਵੀਰ ਜੀ ਨਿਤਿਨ ਸਾਹਿਬ ਤੁਸੀਂ ਪਲੀਜ਼ ਕਲੀਅਰ ਕਰੋ। ਨਹੀਂ, ਉਹ ਵਿਚਾਰਾਂ ਦੀ ਗੱਲ ਹੀ ਕਰਦਾ ਭਾਜੀ ਮੈਂ, ਕਿ ਜਿਹੜੇ ਵਿਚਾਰ ਆ ਉਹ ਇੱਥੇ ਦੀਆਂ ਲੋੜਾਂ ਕਰਕੇ ਆਉਂਦੇ ਸਾਰੇ ਜਿਹੜੇ ਵੀ ਆ। ਕੋਈ ਨੂੰ ਦੁੱਖ ਆ ਨਹੀਂ, ਫਿਰ ਵੀਰ ਜੀ ਵਿਚਾਰ ਤਾਂ ਫਿਰ ਉਹ ਦੂਜੇ ਵਿਚਾਰ ਆਣ ਲੱਗ ਜਾਣਗੇ ਨਾ। ਨਹੀਂ ਪਹਿਲੀ ਗੱਲ ਛੱਡਣੇ ਹੈ। ਵੀਰ ਜੀ ਤੁਸੀਂ ਕਲੀਅਰ ਕਰੋ। ਨਹੀਂ ਪਹਿਲੀ ਗੱਲ ਤਾਂ ਦੇਖੋ, ਇੱਕ ਗੱਲ ਹੈਗੀ, ਆਪਾਂ ਸਰੀਰ ਦੀ ਲੋੜ ਦੀ ਗੱਲ ਕਰ ਰਹੇ ਹਾਂ, ਪਰ ਆਪਾਂ ਸਰੀਰ ਦੀ ਲੋੜ ਦੇ ਉੱਤੇ ਥੋੜੀ ਨਾ ਰੁਕੇ ਹੋਏ। ਸਰੀਰ ਨੂੰ ਤਾਂ ਲੋੜ ਹੀ ਨਹੀਂ ਹੁੰਦੀ, ਆਪਾਂ ਤਾਂ ਲੋਡ ਕਰ ਰਹੇ ਹਾਂ ਸਰੀਰ ਨੂੰ। ਲੋੜ ਥੋੜੀ ਨਾ ਹੈ, ਸਰੀਰ ਨੂੰ ਤਾਂ ਲੋਡ ਕਰੀ ਜਾ ਰਹੇ ਹਾਂ। ਲੋਡ ਆਪਾਂ ਸਰੀਰ ਤਾਂ ਮੰਗ ਹੀ ਨਹੀਂ ਰਿਹਾ ਵਿਚਾਰਾ, ਉਹ ਤਾਂ ਬਿਲਕੁਲ ਥੋੜੇ 'ਚ ਹੀ ਰਾਜੀ ਹੈਗਾ। ਆਪਾਂ ਤਾਂ ਉਹਨੂੰ ਲੋਡ ਕਰੀ ਜਾ ਰਹੇ ਹਾਂ ਉਹਦੇ ਉੱਤੇ। ਆਪਾਂ ਇੰਨੇ ਪਦਾਰਥ ਮੈਂ ਕਹਿੰਦਾ ਜਨਮਾਂ ਤੱਕ ਨਹੀਂ ਖਤਮ ਹੁੰਦੇ। ਸਰੀਰ ਦੀ ਕਾਹਦੀ ਲੋੜ ਹੈ? ਸਰੀਰ ਦੀ ਲੋੜ ਤਾਂ ਬਿਲਕੁਲ ਥੋੜੀ ਜਿਹੀ ਹੈ ਜੀ, ਬਿਲਕੁਲ ਥੋੜੀ ਜਿਹੀ ਹੈ ਸਰੀਰ ਦੀ ਲੋੜ। ਅਸਲੀ ਤਾਂ ਜਿਹੜੀ ਹੈਗੀ ਆਤਮਾ ਦੀ, ਅਸਲੀ ਤਾਂ ਉਹ ਰਸਤਾ ਤਾਂ ਉਹ ਹੈਗਾ। ਭੁੱਖ ਤਾਂ ਆਤਮਾ ਦੀ ਹੈ, ਉਹਦੀ ਬੁੱਝਣੀ ਹੈ, ਉਹਦੇ ਨਾਲ ਬੁੱਝਣੀ ਹੈ। ਠੀਕ ਹੈ ਜੀ। ਸਾਡੇ ਅੰਦਰ ਗਰੂੜੀ ਆ ਹਾਂਜੀ, ਕਿ ਜਿਹੜੀ ਸਾਨੂੰ ਓਵਰਲੋਡਡ ਕਰੀ ਜਾਂਦੀ ਹੈ। ਘਰ ਤਾਂ ਇੱਕੋ ਹੀ ਚੀਜ਼ ਵਿੱਚ ਬੰਦੇ ਨੇ ਰਹਿਣਾ, ਰੋਟੀ ਪਾਣੀ ਖਾਣਾ, ਪਰ ਬੰਦੇ ਦੀ ਗਰੀਡ, ਉਹੀ ਤਾਂ ਗੱਲ ਆਪਾਂ ਨੇ ਕਰ ਦਿੱਤੀ। ਇਹ ਗੱਲ ਤਾਂ ਕਹਿਤੀ ਨਾ ਆਪਾਂ ਨੇ, ਗਰੀਡ ਦੀ ਗੱਲ ਤਾਂ ਕਰ ਹੀ ਰਹੇ ਸੀ। ਇਹੀ ਤਾਂ ਗੱਲ ਕੀਤੀ ਆਪਾਂ ਨੇ। ਇਸੇ ਦੇ ਉੱਤੇ ਤਾਂ ਆਪਾਂ ਜਿਹੜੇ ਹੈਗੇ, ਇਸੇ ਦੇ ਉੱਤੇ ਜਿਹੜੇ ਹੈਗੇ, ਆਹੀ ਤਾਂ ਪ੍ਰੋਬਲਮ ਹੈਗੀ ਆ। ਇਹ ਗਰੀਡ ਹੀ ਤਾਂ ਪ੍ਰੋਬਲਮ ਹੈ। ਜਿਹੜੇ ਤਾਂ ਲੋੜ ਦੀ, ਸਰੀਰ ਦੀ ਲੋੜ ਤੱਕ ਠੀਕ ਹੈ, ਸਰੀਰ ਦੀ ਲੋੜ ਆ ਭਾਈ, ਸਰੀਰ ਤਾਂ, ਨਹੀਂ ਤਾਂ ਸਰੀਰ ਨਹੀਂ ਹੈ ਤੇ ਆਪਾਂ ਕੁਝ ਵੀ ਨਹੀਂ ਕਰ ਪਾਵਾਂਗੇ। ਸਰੀਰ ਦੀ ਲੋੜ ਤਾਂ ਪੂਰੀ ਕਰਨੀ ਆ, ਪਰ ਸਰੀਰ ਦੀ ਲੋੜ ਪੂਰੀ ਕਰਨੀ ਹੈ, ਲੋਡ ਨਹੀਂ ਭਰਨਾ ਉਹਨੂੰ। ਆਪਾਂ ਲੋਡਡ ਨਹੀਂ ਕਰਨਾ ਸਰੀਰ ਨੂੰ, ਬਸ ਇੰਨੀ ਕੀ ਗੇਮ ਹੈ। ਹਾਂ ਬਸ ਆਪਾਂ ਹੀ ਕਰੀ ਜਾਂਦੇ। ਅਸੀਂ ਲਾਲਚ ਦੇ ਨਾਲ ਐਕਸੈਸਿਵ ਹੋ ਕੇ ਭਾਜੀ ਉਸ ਚੀਜ਼ਾਂ ਨੂੰ, ਵਿਚਾਰਾਂ ਨੂੰ ਵਧਾਈ ਜਾਂਦੇ, ਜਿਨ੍ਹਾਂ ਨੂੰ ਸਭ ਖਤਮ ਕਰਨਾ ਚਾਹੀਦਾ। ਇਹ ਵੀ ਲੋੜ ਹੀ ਨਹੀਂ, ਨਾਲ ਜਾਣਾ ਨਹੀਂ, ਕੀ ਲੋੜ ਆ ਕਿ ਵੱਧ ਕਰੀ ਚਲੋ, ਕਿਉਂਕਿ ਇਹ ਪ੍ਰਦੇਸ਼ ਨੂੰ ਦੇਸ਼ ਸਮਝ ਬੈਠੇ ਹਾਂ ਅਸੀਂ। ਇਹ ਹੋਣਾ ਨਹੀਂ ਨਾ, ਇਹ ਇੱਕ ਪਤਾ ਵੀ ਲੱਗ ਗਿਆ ਆਪਾਂ ਨੂੰ ਤਾਂ ਵੀ ਨਹੀਂ ਹੋਣਾ। ਇਹ ਜਦ ਮਨ, ਇਹ ਗਿਆਨ ਹੁਣ ਆ ਗਿਆ ਆਪਾਂ ਨੂੰ ਤਾਂ ਵੀ ਨਹੀਂ ਹੋਣਾ। ਇਹ ਮੇਰੀ ਗੱਲ ਸਮਝੋ, ਨਹੀਂ ਹੋਣਾ, ਇਸ ਤਰ੍ਹਾਂ ਨਹੀਂ ਹੋਣਾ। ਧਿਆਨ ਕਰਾਂਗੇ ਜਿਹੜਾ ਹੈਗਾ ਤਾਂ ਇਹ ਗੱਲ ਬਣਨੀ ਆ। ਇਹ ਮਨ ਪਤੰਦਰ ਜਿਹੜਾ ਹੈਗਾ ਇਹਨੇ ਫਿਰ ਤੁਹਾਨੂੰ ਡੇਗ ਦੇਣਾ। ਵੀਰ ਜੀ ਜਿਹੜਾ ਮਨ ਸਾਡਾ ਬਾਹਰਲੀਆਂ ਗਰੀਡ ਦੇ ਵਿੱਚ ਡਿਫਰੈਂਟ ਕਾਮ ਕਰੋ ਲੋਸ ਫਸਿਆ ਹੋਇਆ ਗਾ, ਇਹ ਧਿਆਨ ਸਿਮਰਨ ਦਾ ਮਤਲਬ ਇਹੀ ਆ ਜੀ ਕਿ ਜਿਹੜਾ ਮਨ ਦਾ ਉਧਰੋਂ ਧਿਆਨ ਹਟਾਉਣਾ ਜੀ, ਬਿਲਕੁਲ ਤੋੜਨਾ ਹੈ। ਹਾਂ, ਧਿਆਨ ਇੱਧਰ ਲਾਉਣਾ, ਜਿਵੇਂ ਵੀਰ ਜੀ ਬਿਲਕੁਲ ਪੁੱਟਣਾ ਤੇ ਇੱਧਰ ਲਾਉਣਾ। ਹਾਂ ਮੇਰੀ ਗੱਲ, ਇਹੀ ਮਤਲਬ ਗੁਰਮੰਤਰ ਇਹੀ ਹੈ ਜੀ। ਧਿਆਨ ਦਾ ਹੋਰ ਨਹੀਂ ਹੈਗਾ ਮਤਲਬ ਕੋਈ। ਇਹ ਮਨ ਨੂੰ, ਮਨ ਦੀ ਰੁਚੀ ਬਦਲਣੀ ਆ। ਹਾਂਜੀ ਇੱਕ ਮਿੰਟ, ਤੇ ਗੁਰੂ ਦਾ ਹੁਕਮ ਮੰਨੋ। ਇੱਕ ਸੈਕਿੰਡ ਦੇਖੋ, ਇਹ ਤੁਹਾਡੀ ਗੱਲ ਹੋਰ ਜਿਹੜਾ ਇੱਕ ਐਗਜ਼ਾਮਪਲ ਦੇ ਨਾਲ ਕਲੀਅਰ ਹੋ ਜਾਏਗੀ। ਜਿਵੇਂ ਦੇਖ ਲਓ ਕਿ ਕੋਈ ਬੱਚਾ ਹੈਗਾ, ਟਿਕਾ ਅਲੱਗ-ਅਲੱਗ ਖਿਡੌਣਿਆਂ ਦੇ ਵਿੱਚ ਉਹਦਾ ਧਿਆਨ ਲੱਗਿਆ, ਸਾਰਾ ਕਰ ਰਿਹਾ। ਇੱਕ ਪਾਸੇ ਜਿਹੜਾ ਹੈਗਾ, ਤੁਸੀਂ ਜਿਹੜਾ ਹੈਗਾ ਤਾੜੀ ਵਜਾਉਣੀ ਸ਼ੁਰੂ ਕਰ ਦਿਓ, ਜਾਂ ਹੋਰ ਜਿਹੜਾ ਹੈਗਾ ਕੁਛ ਵਜਾਉਣਾ ਸ਼ੁਰੂ ਕਰ ਦਿਓ, ਉਸੇ ਵੇਲੇ ਧਿਆਨ ਦੂਜੇ ਪਾਸੇ ਲੱਗ ਜਾਂਦਾ, ਉੱਧਰ ਉਹਦਾ ਧਿਆਨ ਟੁੱਟ ਜਾਂਦਾ। ਬਸ ਆ ਇਸ ਤਰੀਕੇ ਦੇ ਨਾਲ ਭਾਈ ਇਹ ਬਸ ਇਹੀ ਹੈ ਜੀ, ਆ ਧਿਆਨ ਦਾ ਮਤਲਬ ਇਹੀ ਹੈ। ਹਾਂ ਇਹੀ ਕੁਛ। ਚਲੋ ਆਪਾਂ ਅੱਜ ਵਿਚਾਰ ਕਾਫੀ ਲੰਬੀ ਹੋ ਗਈ। ਨਹੀਂ ਠੀਕ ਹੈ ਜੀ। ਨਹੀਂ YouTube ਤੇ ਚੜ੍ਹਦੀ ਨਹੀਂ ਹੁੰਦੀ, ਬੜੀ ਮੁਸ਼ਕਿਲ ਹੋ ਜਾਂਦੀ ਲੰਬੀ ਜਿਹੜੀ ਹੈਗੀ ਭਾਈ। ਚਲੋ ਮਾਈਕ ਬੰਦ ਕਰ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ।